ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਵਾਲ ਜਵਾਬ ਦਾ ਭਾਗ 21 ਵਿਚਾਰ ਕਰ ਰਹੇ ਹਾਂ, ਜਿਹਦੇ ਵਿੱਚ 10 ਸਵਾਲਾਂ ਦੀ ਚੋਣ ਕੀਤੀ ਗਈ ਹੈ। ਹਰ ਐਪੀਸੋਡ ਦੇ ਵਿੱਚ ਤਕਰੀਬਨ 10-10 ਸਵਾਲ ਹੁੰਦੇ ਨੇ, ਜਿਹਦੇ 'ਤੇ ਕਰੀਬ 40 ਮਿੰਟ ਤੋਂ ਲੈ ਕੇ 50 ਮਿੰਟ ਦਾ ਸਮਾਂ ਅਸੀਂ ਲਾਉਂਦੇ ਹਾਂ, ਭਾਵ ਕਿ ਖੁੱਲ੍ਹ ਕੇ ਸਵਾਲ ਦਾ ਜਵਾਬ ਦਿੱਤਾ ਜਾਵੇ। ਅਤੇ ਕਈ ਸਵਾਲ ਤਾਂ ਬਹੁਤ ਮਹੱਤਵਪੂਰਨ ਹੁੰਦੇ ਨੇ, ਜਿਨ੍ਹਾਂ 'ਤੇ ਪਹਿਲਾਂ ਵਿਚਾਰ ਨਹੀਂ ਹੋਈ। ਜਿਹੜੇ ਸਵਾਲ ਪਹਿਲਾਂ ਅਕਸਰ ਲੋਕਾਂ ਦੇ ਵਿੱਚ ਪ੍ਰਚਲਿਤ ਨੇ, ਕੋਈ ਬਹੁਤ ਜ਼ਿਆਦਾ ਮਹਾਨਤਾ ਨਹੀਂ ਰੱਖਦੇ ਅਤੇ ਨਾ ਸਾਡਾ ਕੋਈ ਨੁਕਸਾਨ ਨਾ ਭਲਾ ਕਰਦੇ ਨੇ, ਉਹਨਾਂ 'ਤੇ ਸੰਖੇਪ ਵਿਚਾਰ ਕੀਤੀ ਜਾਂਦੀ ਹੈ। ਪਰ ਜਿਨ੍ਹਾਂ ਦੀ ਜ਼ਿਆਦਾ ਜ਼ਰੂਰਤ ਹੈ ਉਹਨਾਂ 'ਤੇ ਖੁੱਲ੍ਹ ਕੇ ਵਿਚਾਰ ਕੀਤੀ ਜਾਂਦੀ ਹੈ। ਸਰੋਤਿਆਂ ਨੇ ਇਸ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਹੈ ਅਤੇ ਲਗਾਤਾਰ ਸਵਾਲ ਆ ਰਹੇ ਨੇ। ਹਾਲਾਂਕਿ 200 ਸਵਾਲ ਹੋ ਚੁੱਕੇ ਨੇ ਅਤੇ ਅੱਜ ਆਪਾਂ 201 ਤੋਂ ਲੈ ਕੇ 211 ਤੋਂ ਲੈ ਕੇ 220 ਤੱਕ ਸਵਾਲਾਂ ਦੇ ਜਵਾਬ ਦੇਣ ਦਾ ਯਤਨ ਕਰਾਂਗੇ ਅਤੇ ਉਮੀਦ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਇਹਨਾਂ ਸਵਾਲ ਜਵਾਬ ਦੇ ਪ੍ਰੋਗਰਾਮ ਤੋਂ ਲਾਹਾ ਲੈਂਦੇ ਰਹੋਗੇ ਅਤੇ ਆਪਣੇ ਜੋ ਮਨ ਦੇ ਵਿੱਚ ਉਲਝਣਾਂ ਸਨ ਉਹਨਾਂ ਨੂੰ ਸਪਸ਼ਟ ਕਰਨ ਵਾਸਤੇ ਉਪਰਾਲਾ ਕਰਦੇ ਰਹੋਗੇ। ਇਹ ਜਿਹੜੇ ਸਵਾਲਾਂ ਦੇ ਜਵਾਬ ਨੇ ਇਹ ਅੰਤਮ ਸੱਚ ਨਹੀਂ ਹੈ। ਤੁਸੀਂ ਹੋਰ ਵੀ ਸਦਾ ਯਤਨ ਕਰਦੇ ਰਹਿਣਾ, ਪੁਸਤਕਾਂ ਪੜ੍ਹਨੀਆਂ, ਵਿਦਵਾਨਾਂ ਤੋਂ ਨਵੀਂ ਕਿਸਮ ਦੇ ਵਿਚਾਰ ਸੁਣਨੇ, ਸਵਾਲ ਜਵਾਬ ਕਰਨੇ ਅਤੇ ਆਪਣੇ ਦਿਮਾਗ ਨੂੰ ਖੋਜਣਾ। ਲਗਾਤਾਰ ਇਸ ਅਭਿਆਸ ਦੇ ਨਾਲ ਹੀ ਮਾਨਸਿਕ ਵਿਕਾਸ ਹੁੰਦਾ ਹੈ। ਅੱਜ ਆਪਾਂ ਜਿਹੜਾ ਸਵਾਲ ਨੰਬਰ 211 ਇਹ ਹੈ ਭਾਈ ਸੰਦੀਪ ਸਿੰਘ ਅੰਮ੍ਰਿਤਸਰ ਤੋਂ। ਇਹਨਾਂ ਦਾ ਸਵਾਲ ਹੈ, ਗੁਰਬਾਣੀ ਵਿੱਚ ਬੁੱਧ ਧਰਮ ਦਾ ਜ਼ਿਕਰ ਕਿਉਂ ਨਹੀਂ ਆਇਆ? ਇਸ ਦਾ ਕੀ ਕਾਰਨ ਹੋ ਸਕਦਾ ਹੈ? ਗੁਰਬਾਣੀ ਵਿੱਚ ਬੁੱਧ ਧਰਮ ਦਾ ਜ਼ਿਕਰ ਆਇਆ ਹੈ, ਪਰ ਬਹੁਤ ਥੋੜ੍ਹਾ ਆਇਆ ਹੈ। ਕਾਰਨ ਇਹ ਹੋ ਸਕਦਾ ਹੈ ਕਿ ਬੁੱਧ ਧਰਮ ਬ੍ਰਾਹਮਣੀ ਚਾਲਾਂ ਦੇ ਨਾਲ, ਬ੍ਰਾਹਮਣਾਂ ਦੇ ਨਾਲ ਖੱਤਰੀ ਰਾਜੇ ਜਿਹੜੇ ਸਹਿਮਤ ਹੋ ਗਏ ਸਨ, ਉਹਨਾਂ ਦੀਆਂ ਸਾਜ਼ਿਸ਼ਾਂ ਦੇ ਨਾਲ ਬੁੱਧ ਧਰਮ ਨੂੰ ਕਰੀਬ ਭਾਰਤ ਦੇ ਵਿੱਚੋਂ ਖਾਤਮੇ ਦੇ ਨੇੜੇ ਪਹੁੰਚਾ ਦਿੱਤਾ ਗਿਆ ਸੀ। ਇਹਦੀ ਅੱਜ ਵੀ ਜਿਉਂਦੀ ਜਾਗਦੀ ਜਿਹੜਾ ਸਬੂਤ ਹੈ, ਬਿਹਾਰ ਦੇ ਵਿੱਚ ਜਿੱਥੇ ਜਿਹਨੂੰ ਪਾਟਲੀ ਪੁੱਤਰ ਕਹਿੰਦੇ ਨੇ, ਅੱਜ ਕੱਲ੍ਹ ਨਾਮ ਉਹਦਾ ਪਟਨਾ ਪੈ ਗਿਆ, ਉੱਥੇ ਜੋ ਮਹਾਤਮਾ ਬੁੱਧ ਦੀ ਯਾਦ ਦੇ ਵਿੱਚ ਬਹੁਤ ਵੱਡਾ ਅਸਥਾਨ ਹੈ। ਉੱਥੇ ਜਿਹੜੇ ਕਬਜ਼ਾ ਹੈ ਅੱਜ ਉਹ ਬੋਧੀਆਂ ਦਾ ਨਹੀਂ ਹੈ, ਬਲਕਿ ਬ੍ਰਾਹਮਣਾਂ ਦਾ ਕਬਜ਼ਾ ਉੱਤੇ ਹੋ ਚੁੱਕਿਆ। ਬੋਧੀ ਭਾਵੇਂ ਮੈਂਬਰ ਉਹਦੇ ਵਿੱਚ ਹੈਗੇ ਨੇ, ਪਰ ਬੋਧੀ ਮੈਂਬਰਾਂ ਦੀ ਗਿਣਤੀ ਘੱਟ ਹੈ, ਬ੍ਰਾਹਮਣ ਮੈਂਬਰਾਂ ਦੀ, ਹਿੰਦੂ ਮੈਂਬਰਾਂ ਦੀ ਗਿਣਤੀ ਵੱਧ ਹੈ, ਤਾਂ ਕਿ ਉਹ ਆਪਣੇ ਢੰਗ ਨਾਲ ਬੋਧੀ ਨਾ ਚੱਲ ਸਕਣ। ਤੋ ਇਸ ਤਰ੍ਹਾਂ ਬੁੱਧ ਦੀਆਂ ਮੂਰਤੀਆਂ ਵੀ ਤੋੜੀਆਂ ਗਈਆਂ, ਬੋਧੀ ਪ੍ਰਚਾਰਕਾਂ ਨੂੰ ਵੀ ਖਤਮ ਕੀਤਾ ਗਿਆ। ਇਸ ਤਰ੍ਹਾਂ ਬਹੁਤ ਉਹਨਾਂ ਦੇ ਨਾਲ ਜਾਤੀਆਂ ਹੋਈਆਂ ਅਤੇ ਅੰਤ ਨੂੰ ਲਗਭਗ ਬੁੱਧ ਧਰਮ ਭਾਰਤ ਦੇ ਵਿੱਚੋਂ ਖਾਤਮੇ ਦੇ ਨੇੜੇ ਪਹੁੰਚ ਗਿਆ। ਇਹ ਲੰਕਾ ਦੇ ਵਿੱਚ, ਮਲੇਸ਼ੀਆ, ਸਿੰਗਾਪੁਰ, ਚੀਨ, ਜਾਪਾਨ, ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਕਾਫੀ ਫੈਲ ਗਿਆ, ਪਰ ਭਾਰਤ ਦੇ ਵਿੱਚ ਬਹੁਤ ਘੱਟ ਹੈ, ਕਿਉਂਕਿ ਬ੍ਰਾਹਮਣੀ ਵਿਚਾਰਧਾਰਾ ਕਿਸੇ ਹੋਰ ਮਤ ਨੂੰ ਵਿਕਸਣ ਤੋਂ ਰੋਕਣ ਵਾਸਤੇ ਹਰ ਹੱਥਕੰਡਾ ਵਰਤਦੀ ਆ ਰਹੀ ਹੈ। ਅਤੇ ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਜ਼ਰੂਰ ਯਾਦ ਰੱਖੀ ਜਾਵੇ, ਬੁੱਧ ਧਰਮ ਦਾ ਕਿਤੇ ਵੀ ਵਿਰੋਧ ਨਹੀਂ ਕੀਤਾ, ਉਹਨਾਂ ਨੂੰ ਕਦੀ ਵੀ ਬੁਰਾ ਨਹੀਂ ਆਖਿਆ। ਹਾਲਾਂਕਿ ਇੱਥੋਂ ਦੀ ਹਾਕਮ ਜਮਾਤ ਨੇ ਬੁੱਧ ਧਰਮ ਦਾ ਬਹੁਤ ਨੁਕਸਾਨ ਕੀਤਾ, ਨੇਸ ਤੋਂ ਨਾਬੂਦ ਕਰ ਦਿੱਤਾ, ਪਰ ਗੁਰੂ ਨਾਨਕ ਸਾਹਿਬ ਨੇ ਉਹਨਾਂ ਦਾ ਕਿਤੇ ਵੀ ਆਲੋਚਨਾ ਨਹੀਂ ਕੀਤੀ, ਉਹਨਾਂ ਦੀਆਂ ਮਨੌਤਾਂ ਨੂੰ ਕਿਤੇ ਵੀ ਗਲਤ ਨਹੀਂ ਆਖਿਆ। ਕਾਰਨ ਸਪਸ਼ਟ ਹੈ, ਮਹਾਤਮਾ ਬੁੱਧ ਨੇ ਇੱਥੇ ਬ੍ਰਾਹਮਣ ਦੀ ਜਕੜਬੰਦ 'ਚੋਂ ਲੋਕਾਂ ਨੂੰ ਕੱਢਣ ਦਾ ਉਪਰਾਲਾ ਕੀਤਾ ਸੀ। ਉਹ ਦੇਵੀ ਦੇਵਤਿਆਂ ਅਵਤਾਰਵਾਦ ਦੇ ਸਖਤ ਵਿਰੁੱਧ ਸੀ। ਰੱਬ ਬਾਰੇ ਵੀ ਮਹਾਤਮਾ ਬੁੱਧ ਨੇ ਕਦੇ ਕੁਝ ਨਹੀਂ ਬੋਲਿਆ ਕਿ ਰੱਬ ਇੱਦਾਂ ਦਾ ਹੁੰਦਾ, ਇੱਦਾਂ ਦਾ ਹੁੰਦਾ। ਉਹਨੇ ਬਾਰ-ਬਾਰ ਇਹ ਆਖਿਆ ਕਿ ਬੁੱਧ ਦਾ ਮਤਲਬ ਹੁੰਦਾ ਬੁੱਧੀ, ਗਿਆਨ, ਅਕਲ, ਵਿਕਾਸ, ਵਿਦਵਾਨ ਬਣੋ, ਅਕਲਮੰਦ ਬਣੋ। ਬਾਰ-ਬਾਰ ਆਪਣੇ ਅੰਦਰ ਝਾਤੀ ਮਾਰੋ ਕਿ ਮੈਂ ਕਿੱਥੇ ਗਲਤੀ ਕਰ ਰਿਹਾ, ਮੇਰੇ ਦਿਮਾਗ ਦਾ ਵਿਕਾਸ ਕਿਵੇਂ ਹੋ ਸਕਦਾ। ਇੱਥੋਂ ਤੱਕ ਉਦਾਹਰਣਾਂ ਮਿਲਦੀਆਂ ਨੇ। ਮਹਾਤਮਾ ਬੁੱਧ ਜੀ ਕਹਿੰਦੇ ਨੇ ਕਿ ਜੇ ਤੁਹਾਡੇ ਕੱਪੜੇ, ਤੁਹਾਡਾ ਸਰੀਰ ਗਾਰੇ ਨਾਲ, ਚਿੱਕੜ ਨਾਲ, ਮੈਲੇ ਪਾਣੀ ਨਾਲ ਲਿਬੜ ਜਾਂਦਾ ਹੈ ਤਾਂ ਯਾਦ ਰੱਖਿਓ ਉਹ ਜਿਹੜਾ ਚਿੱਕੜ ਤੁਹਾਡੇ ਸਰੀਰ 'ਤੇ, ਕੱਪੜਿਆਂ 'ਤੇ ਪਿਆ, ਉਹ ਪਾਣੀ ਦੇ ਨਾਲ ਰਲ ਕੇ ਚਿੱਕੜ ਬਣਿਆ ਸੀ। ਮਿੱਟੀ ਅਤੇ ਪਾਣੀ ਰਲ ਕੇ ਗਾਰਾ ਚਿੱਕੜ ਬਣਿਆ ਸੀ। ਤੁਹਾਡੇ ਕੱਪੜੇ, ਸਰੀਰ ਗੰਦਾ ਕਰ ਦਿੱਤਾ, ਪਰ ਇਹ ਕਦੀ ਨਾ ਭੁੱਲਿਓ ਕਿ ਪਾਣੀ ਨਾਲ ਹੀ ਚਿੱਕੜ ਸਾਫ਼ ਕੀਤਾ ਜਾ ਸਕਦਾ।
ਇਸੇ ਤਰ੍ਹਾਂ ਤੁਹਾਡੇ ਦਿਮਾਗ ਦੀ ਕਮਜ਼ੋਰੀ ਦੇ ਕਾਰਨ ਤੁਸੀਂ ਗਲਤੀਆਂ ਕਰ ਸਕਦੇ ਹੋ, ਪਰ ਉਹਨਾਂ ਗਲਤੀਆਂ ਨੂੰ ਦੂਰ ਕਰਨ ਦਾ ਤਰੀਕਾ ਵੀ ਤੁਹਾਡਾ ਦਿਮਾਗ ਹੀ ਹੈ। ਇਸੇ ਨੇ ਉਹਨੂੰ ਸੋਧਣਾ ਹੈ। ਅੰਦਰ ਤੁਹਾਡੇ ਔਗੁਣ ਵੀ ਨੇ ਅਤੇ ਤੁਹਾਡੇ ਅੰਦਰ ਹੀ ਗੁਣ ਵੀ ਬਹੁਤ ਨੇ। ਸੋ ਮਹਾਤਮਾ ਬੁੱਧ ਦਾ ਇਸ ਕਰਕੇ ਜ਼ਿਕਰ ਘੱਟ ਤੋਂ ਘੱਟ ਹੋਇਆ ਕਿ ਉਹਦੀ ਉਦੋਂ ਹੋਂਦ ਭਾਰਤ ਦੇ ਵਿੱਚੋਂ ਲਗਭਗ ਮਿਟ ਚੁੱਕੀ ਹੋਈ ਸੀ। ਉਹਨਾਂ ਦਾ ਇੱਥੇ ਕੋਈ ਬਹੁਤ ਵੱਡਾ ਦਬਦਬਾ ਭਾਰਤ ਦੇ ਵਿੱਚ ਨਹੀਂ ਸੀ, ਪਰ ਗੁਰੂ ਨਾਨਕ ਸਾਹਿਬ ਨੇ, ਬਾਕੀ ਭਗਤਾਂ ਨੇ ਉਹਦੀ ਸਟੱਡੀ ਕੀਤੀ ਹੋਈ ਸੀ ਮਹਾਤਮਾ ਬੁੱਧ ਦੀਆਂ ਰਚਨਾਵਾਂ ਦੀ। ਉਹਨਾਂ ਦੇ ਜਿਹੜੇ ਪ੍ਰਚਾਰਕ ਸੀ ਉਹਨਾਂ ਨਾਲ ਮੇਲ ਮਿਲਾਪ ਕਰਕੇ ਵੀ ਜਿੰਨੀਆਂ ਕੁ ਕਿਤਾਬਾਂ ਮਿਲ ਸਕਦੀਆਂ ਸੀ ਉਹਦੇ ਨਾਲ ਵੀ ਕਿਸੇ ਵੀ ਭਗਤ ਸਾਹਿਬਾਨ ਨੇ, ਗੁਰੂ ਸਾਹਿਬ ਨੇ ਬੁੱਧ ਨੂੰ ਕਿਤੇ ਵੀ ਮਾੜਾ ਨਹੀਂ ਆਖਿਆ, ਬੁਰਾ ਨਹੀਂ ਆਖਿਆ, ਉਹਨਾਂ ਦੀ ਆਲੋਚਨਾ ਕਿਤੇ ਵੀ ਨਹੀਂ ਆਖੀ, ਕਿਤੇ ਵੀ ਨਹੀਂ ਕੀਤੀ। ਉਹਨਾਂ ਨੇ ਇੱਕ ਤਰ੍ਹਾਂ ਦਾ ਮਾਨਤਾ ਦਿੱਤੀ ਹੈ, ਕਿਉਂਕਿ ਵਿਰੋਧ ਕਿਤੇ ਵੀ ਨਹੀਂ ਕੀਤਾ। ਸੋ ਇਹ ਮੋਟੇ ਕਾਰਨ ਨੇ। ਹੋਰ ਇਹਨਾਂ ਦਾ ਤੁਸੀਂ ਇਤਿਹਾਸ ਪੜ੍ਹੋਗੇ, ਇਹਨਾਂ ਦੀਆਂ ਕਿਤਾਬਾਂ ਪੜ੍ਹੋਗੇ, ਤੁਹਾਨੂੰ ਆਪਣੇ ਆਪ ਅਹਿਸਾਸ ਹੋ ਜਾਵੇਗਾ ਕਿ ਮਹਾਤਮਾ ਬੁੱਧ ਕਿੱਡੇ ਮਹਾਨ ਸਨ। ਜਿਹੜਾ ਅਵਤਾਰਵਾਦ ਹੈ, ਮੂਰਤੀ ਪੂਜਾ ਹੈ, ਜਾਤ ਪਾਤ ਹੈ, ਊਚ ਨੀਚ ਹੈ, ਮਾੜੇ ਚੰਗੇ ਦਿਨ ਨੇ, ਜਿਹੜਾ ਕਰਮ ਕਾਂਡ ਅੱਜ ਤੱਕ ਵੀ ਸਾਡੇ ਗਲ ਪਿਆ ਹੋਇਆ, ਇਹ 2000 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ। ਉਦੋਂ ਮਹਾਤਮਾ ਬੁੱਧ ਨੇ ਸਾਨੂੰ ਇਹਨਾਂ ਕਰਮ ਕਾਂਡਾਂ ਤੋਂ, ਵਹਿਮਾਂ ਭਰਮਾਂ ਤੋਂ ਮੁਕਤ ਕਰਨ ਦਾ ਉਪਰਾਲਾ ਕੀਤਾ ਸੀ, ਪਰ ਉਹ ਵਿਚਾਰਧਾਰਾ ਖਤਮ ਕਰ ਦਿੱਤੀ ਗਈ ਅਤੇ ਭਾਰਤ ਦੇ ਵਿੱਚੋਂ ਉਹਦਾ ਤਕਰੀਬਨ ਨਾਮੋ ਨਿਸ਼ਾਨ ਮਿਟ ਗਿਆ ਅਤੇ ਮਹਾਤਮਾ ਬੁੱਧ ਨੂੰ ਸਗੋਂ ਵਿਸ਼ਨੂੰ ਦਾ ਅਵਤਾਰ ਬਣਾ ਕੇ ਪੇਸ਼ ਕਰ ਦਿੱਤਾ ਗਿਆ। ਉਹਦੀਆਂ ਮੂਰਤੀਆਂ ਥਾਂ ਤੇ ਬਣਾ ਕੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ ਸੀ, ਕਿਉਂਕਿ ਅਸੀਂ ਵੀ ਗੁਰੂ ਸਾਹਿਬ ਦੀਆਂ ਮੂਰਤੀਆਂ, ਫੋਟੋਆਂ ਪੂਜਣੀਆਂ ਸ਼ੁਰੂ ਕਰ ਦਿੱਤੀਆਂ, ਜਾਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੂਰਤੀਆਂ ਵਾਂਗ ਹੀ ਪੂਜਣਾ ਸ਼ੁਰੂ ਕਰ ਦਿੱਤਾ ਹੈ। ਸਵਾਲ ਨੰਬਰ 212 ਭਾਈ ਮਨਦੀਪ ਸਿੰਘ ਨੇ ਸਵਾਲ ਪੁੱਛਿਆ ਕਿ ਬਾਬਾ ਵਡਭਾਗ ਸਿੰਘ ਅਤੇ ਬਾਬਾ ਦੀਪ ਸਿੰਘ ਬਾਰੇ ਕੁਝ ਦੱਸੋ ਕਿ ਇਹਨਾਂ ਦਾ ਕੀ ਇਤਿਹਾਸ ਹੈ। ਪਹਿਲਾਂ ਸੰਖੇਪ ਰੂਪ ਦੇ ਵਿੱਚ ਆਪਾਂ ਬਾਬਾ ਵਡਭਾਗ ਸਿੰਘ ਬਾਰੇ ਵਿਚਾਰ ਕਰਦੇ ਹਾਂ। ਡਾਕਟਰ ਰਤਨ ਸਿੰਘ ਜੱਗੀ ਨੇ ਆਪਣੀ ਪੁਸਤਕ ਸਿੱਖ ਪੰਥ ਵਿਸ਼ਵਕੋਸ਼ ਦੇ ਵਿੱਚ ਸੰਖੇਪ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਬਾਬਾ ਵਡਭਾਗ ਸਿੰਘ ਦੀ ਵੰਸ਼ ਪਰੰਪਰਾ ਵਿੱਚ ਹੋਏ ਸੋਢੀ ਵਡਭਾਗ ਸਿੰਘ ਦਾ ਜਨਮ ਸੋਢੀਆਂ ਦੇ ਘਰ ਵਿੱਚ ਕਰਤਾਰਪੁਰ ਵਿਖੇ 13 ਅਗਸਤ 1716 ਨੂੰ ਹੋਇਆ ਸੀ। ਇਸ ਦਾ ਮੂਲ ਨਾਂ ਵਡਭਾਗ ਦਾਸ ਸੀ। ਕਰਤਾਰਪੁਰ ਦੇ ਜਥੇਦਾਰ ਭਾਈ ਕਰਮ ਸਿੰਘ ਦੀ ਪ੍ਰੇਰਨਾ ਨਾਲ ਇਹ ਤੇ ਇਹਦਾ ਪਿਤਾ ਦੋਵੇਂ ਸਿੰਘ ਸੱਜ ਗਏ। ਇਹਦੇ ਪਿਤਾ ਦਾ ਨਾਮ ਕਰਮ ਸਿੰਘ ਰੱਖਿਆ ਗਿਆ ਅਤੇ ਇਹ ਵਡਭਾਗ ਸਿੰਘ ਅਖਵਾਇਆ। ਸੰਨ 1737 ਈਸਵੀ ਵਿੱਚ ਬਾਬਾ ਰਾਮ ਸਿੰਘ ਦਾ ਦੇਹਾਂਤ ਹੋ ਗਿਆ ਅਤੇ ਸੋਢੀ ਵਡਭਾਗ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ। ਇਸ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੋਂ ਅੰਮ੍ਰਿਤਪਾਨ ਕੀਤਾ ਅਤੇ ਦਲ ਖਾਲਸਾ ਦੀਆਂ ਕਈ ਮੁਹਿੰਮਾਂ ਵਿੱਚ ਹਿੱਸਾ ਲਿਆ। ਇਸ ਉੱਤੇ ਕੁਝ ਅਫਗਾਨ ਸਿਪਾਹੀਆਂ ਦੇ ਕਤਲ ਦਾ ਦੋਸ਼ ਲਗਾ ਕੇ ਲਾਹੌਰ ਦੇ ਸੂਬੇਦਾਰ ਨੇ ਕਰਤਾਰਪੁਰ ਉੱਤੇ ਫੌਜ ਚੜ੍ਹਾ ਦਿੱਤੀ ਅਤੇ ਸੋਢੀ ਵਡਭਾਗ ਸਿੰਘ ਆਪਣੇ ਸਾਥੀਆਂ ਸਮੇਤ ਉਸ ਫੌਜ ਦੇ ਘੇਰੇ ਵਿੱਚੋਂ ਨਿਕਲ ਕੇ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਚਲਾ ਗਿਆ। ਉੱਥੇ ਪਹਾੜੀਆਂ ਦੇ ਇਲਾਕੇ ਗਗਰੇਟ ਦੇ ਵਿੱਚੋਂ ਅਤੇ ਅੰਬ ਤੋਂ ਹੁੰਦਾ ਹੋਇਆ ਪਿੰਡ ਮੈੜੀ ਜ਼ਿਲ੍ਹਾ ਊਨਾ ਤੋਂ ਬਾਹਰ ਇੱਕ ਚਸ਼ਮੇ ਕੋਲੇ ਇਹਨੇ ਆਪਣਾ ਡੇਰਾ ਲਾ ਲਿਆ। ਵਡਭਾਗ ਸਿੰਘ ਦੇ ਬਚ ਨਿਕਲਣ ਕਾਰਨ ਖਿਝੇ ਹੋਏ ਸੈਨਿਕਾਂ ਨੇ ਕਰਤਾਰਪੁਰ ਨੂੰ ਬਰਬਾਦ ਕਰ ਦਿੱਤਾ ਅਤੇ ਗੁਰੂ ਧਾਮ ਨੂੰ ਅੱਗ ਲਗਾ ਦਿੱਤੀ। ਥੰਮ ਸਾਹਿਬ ਗੁਰਦੁਆਰਾ ਵੀ ਸਾੜ ਦਿੱਤਾ। ਇੱਥੇ ਕਿਹਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਪੋਥੀਆਂ ਵੀ ਬਹੁਤ ਸਾਰੀਆਂ ਸਾੜੀਆਂ ਗਈਆਂ। ਜਦੋਂ ਇਸ ਗੱਲ ਦਾ ਪਤਾ ਦਲ ਖਾਲਸਾ ਨੂੰ ਲੱਗਾ ਤਾਂ ਬਦਲਾ ਲੈਣ ਲਈ ਦਸੰਬਰ 1757 ਈਸਵੀ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਕਮਾਨ ਹੇਠ ਸਿੱਖਾਂ ਨੇ ਜਲੰਧਰ ਉੱਤੇ ਹਮਲਾ ਕਰ ਦਿੱਤਾ ਅਤੇ ਦੁਸ਼ਮਣਾਂ ਨੂੰ ਕਰਾਰੀ ਭਾਂਜ ਦਿੱਤੀ। ਇਸ ਤਰ੍ਹਾਂ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਇੱਕ ਵਾਰੀ ਤਾਂ ਲਗਭਗ ਖਦੇੜ ਹੀ ਦਿੱਤਾ। ਪਰ ਵਡਭਾਗ ਸਿੰਘ ਆ ਜਿਹੜਾ ਇਹ ਉੱਧਰੋਂ ਊਨੇ ਵੱਲੋਂ ਜਿੱਥੇ ਕਿ ਇਹ ਮੈੜੀ ਦੇ ਇਲਾਕੇ 'ਚ ਬੈਠਾ ਹੋਇਆ ਸੀ, ਇਹ ਵਾਪਸ ਨਾ ਮੁੜਿਆ। ਸਿੱਖਾਂ ਨੂੰ ਇਹਦੇ ਉੱਤੇ ਬਹੁਤ ਨਾਰਾਜ਼ਗੀ ਸੀ, ਕਿਉਂਕਿ ਇਹਦੇ ਬਚ ਕੇ ਨਿਕਲ ਜਾਣ ਦੇ ਕਾਰਨ ਕਰਤਾਰਪੁਰ ਦੇ ਵਿੱਚ ਬਹੁਤ ਕੀਮਤੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਬਰਬਾਦ ਹੋ ਗਈਆਂ। ਬਹੁਤ ਸਾਰੇ ਸਿੱਖ ਲੇਖੇ ਲੱਗ ਗਏ, ਗੁਰਦੁਆਰੇ ਢਹਿ ਗਏ ਅਤੇ ਆਮ ਲੋਕਾਂ ਨੂੰ ਵੀ ਸਰਕਾਰੀ ਹਾਕਮਾਂ ਨੇ ਜ਼ੁਲਮ ਦਾ ਸ਼ਿਕਾਰ ਬਣਾਇਆ। ਅਤੇ ਇਹਨਾਂ ਕਾਰਨਾਂ ਕਰਕੇ
ਇਹਦੇ ਵਿਰੁੱਧ ਸਿੱਖਾਂ ਦੇ ਮਨਾਂ 'ਚ ਵਡਭਾਗ ਸਿੰਘ ਦੇ ਵਿਰੁੱਧ ਬਹੁਤ ਗੁੱਸਾ ਸੀ ਤੇ ਇਹ ਡਰਦਾ ਮਾਰਾ ਫਿਰ ਵਾਪਸ ਨਹੀਂ ਆਇਆ। ਇਸ ਨੇ ਆਪਣਾ ਇੱਕ ਡੇਰਾ ਬਣਾ ਲਿਆ ਮੈੜੀ ਪਿੰਡ ਦੇ ਵਿੱਚ। ਇਸ ਡੇਰੇ ਵਿੱਚ ਦੂਰੋਂ ਦੂਰੋਂ ਸ਼ਰਧਾਲੂ ਆ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਵਾਉਣ ਦਾ ਨਾਟਕ ਕਰਨ ਲੱਗ ਪਏ, ਕਿਉਂਕਿ ਇਹਦੇ ਚੇਲਿਆਂ ਨੇ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਬਾਬਾ ਵਡਭਾਗ ਸਿੰਘ ਕੋਲੇ ਬਹੁਤ ਜ਼ਿਆਦਾ ਕਰਾਮਾਤੀ ਸ਼ਕਤੀਆਂ ਨੇ। ਹੁਣ ਆਪ ਸੋਚੋ, ਜੇ ਕਰਾਮਾਤੀ ਸ਼ਕਤੀਆਂ ਦਾ ਮਾਲਕ ਹੁੰਦਾ ਤਾਂ ਆਪਣੇ ਬੰਦੇ ਮਰਵਾ ਕੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾ ਕੇ, ਗੁਰਦੁਆਰੇ ਢਹਾ ਕੇ, ਇਹ ਜਾਨ ਬਚਾ ਕੇ ਦੁਸ਼ਮਣ ਫੌਜ ਦੇ ਵਿਚਾਲੋਂ ਭੱਜ ਕੇ ਕਿਉਂ ਜਾਂਦਾ? ਜਾਂ ਤਾਂ ਦੁਸ਼ਮਣ ਨੂੰ ਹਰਾਉਂਦਾ ਤੇ ਜਾਂ ਆਪ ਉੱਥੇ ਸ਼ਹੀਦੀ ਪਾ ਜਾਂਦਾ। ਪਰ ਇਹਨੇ ਇਹ ਕੰਮ ਨਹੀਂ ਕੀਤਾ। ਲੋਕੇ ਬੈਠ ਗਿਆ ਪਹਾੜਾਂ 'ਚ ਤੇ ਢੌਂਗ ਕਰ ਰਿਹਾ ਕਿ ਮੇਰੇ ਕੋਲੇ ਕਰਾਮਾਤੀ ਸ਼ਕਤੀਆਂ ਨੇ। ਕਰਾਮਾਤੀ ਸ਼ਕਤੀਆਂ ਕਾਹਦੀਆਂ? ਭੂਤਾਂ ਕੱਢਣ ਦੀਆਂ, ਮੁੰਡੇ ਦੇਣ ਦੀਆਂ, ਬਿਮਾਰੀਆਂ ਠੀਕ ਕਰਨ ਦੀਆਂ। ਇੱਧਰਲੇ ਪਾਸੇ ਇਹ ਝੂਠ ਦੇ ਸਿਰ 'ਤੇ ਇਹਦੀ ਦੁਕਾਨ ਚੱਲ ਪਈ। ਇਹ ਤਾਂ ਭਾਵੇਂ ਚੜ੍ਹਾਈ ਕਰ ਗਿਆ ਪਰ ਇਹਦੇ ਚੇਲਿਆਂ ਨੇ ਇਹ ਸਿਲਸਿਲਾ ਜਾਰੀ ਰੱਖਿਆ। ਸਿੱਖਾਂ ਨੇ ਨਾ ਸਮਝੀ ਦੇ ਕਾਰਨ ਲੰਮੇ ਸਮੇਂ ਤੋਂ ਇਹਦੀ ਪੂਜਾ ਕਰਨੀ ਸ਼ੁਰੂ ਕੀਤੀ ਹੋਈ ਹੈ ਤੇ ਲਗਾਤਾਰ ਕਰਦੇ ਆ ਰਹੇ ਨੇ। ਚੱਲ ਕੇ ਪਹਾੜੀਆਂ ਦੇ ਵਿੱਚ ਮੈੜੀ ਦੇ ਥਾਂ 'ਤੇ ਉੱਥੇ ਵੀ ਜਾਂਦੇ ਨੇ, ਉੱਥੇ ਪੁਰਾਣੇ ਕੱਪੜੇ ਉਤਾਰ ਕੇ ਸਿੱਟ ਦਿੰਦੇ ਨੇ, ਨਵੇਂ ਖਰੀਦ ਕੇ ਉੱਥੋਂ ਪਾਉਂਦੇ ਨੇ, ਭੇਟਾ ਪੂਜਾ ਦਿੰਦੇ ਨੇ, ਛਿੱਤਰ ਖਾ ਕੇ ਆਉਂਦੇ ਨੇ, ਕੁੱਟ ਖਾਂਦੇ ਨੇ, ਬੇਇੱਜ਼ਤੀ ਕਰਾਉਂਦੇ ਨੇ ਤੇ ਭੂਤਾਂ ਪ੍ਰੇਤਾਂ ਆਦਿਕ ਦਾ ਢੌਂਗ ਕਰਦੇ ਨੇ ਕਿ ਇਹਦੇ ਚੇਲੇ ਸਾਡੀਆਂ ਭੂਤਾਂ ਕੱਢਦੇ ਨੇ। ਫਿਰ ਬਹੁਤ ਸਾਰੇ ਟਰਾਂਸਪੋਰਟਰਾਂ ਨੂੰ, ਕਾਰਾਂ ਮੋਟਰਾਂ ਵਾਲਿਆਂ ਨੂੰ ਰੁਜ਼ਗਾਰ ਮਿਲਦਾ ਹੈ। ਕਿੰਨਾ ਕੁਝ ਇਹਦੇ ਨਾਲ ਜੁੜਿਆ ਹੋਇਆ। ਇਹ ਲੋਕ ਇਹਨਾਂ ਚੀਜ਼ਾਂ ਨੂੰ ਇਸੇ ਤਰ੍ਹਾਂ ਚਲਾਈ ਰੱਖਣਾ ਚਾਹੁੰਦੇ ਨੇ। ਇਸ ਡੇਰੇ ਵਿੱਚੋਂ ਜਿਹੜੇ ਦੂਰੋਂ ਦੂਰੋਂ ਸ਼ਰਧਾਲੂ ਆਉਂਦੇ ਦੱਸੇ ਜਾਂਦੇ ਨੇ, ਇਹ ਡੇਰਾ ਜਿੰਨਾ ਭੂਤਾਂ ਦਾ ਜਾਂ ਅਮਾਨਵੀ ਕਿਰਮਿਆਂ ਦਾ ਬਹੁਤ ਪ੍ਰਸਿੱਧ ਡੇਰਾ ਬਣ ਚੁੱਕਿਆ ਹੋਇਆ ਹੈ। ਇਸ ਮਾਨਤਾ ਦਾ ਪਿਛੋਕੜ ਇਹ ਹੈ ਕਿ ਜਿਸ ਬੇਰੀ ਹੇਠ ਬਾਬਾ ਵਡਭਾਗ ਸਿੰਘ ਨੇ ਡੇਰਾ ਲਾਇਆ ਸੀ, ਉਹ ਭੂਤਾਂ ਵਾਲੀ ਬੇਰੀ ਕਰਕੇ ਪ੍ਰਸਿੱਧ ਸੀ। ਉੱਥੋਂ ਦੇ ਆਜੜੀਆਂ ਨੇ ਬਾਬਾ ਜੀ ਦੇ ਸੇਵਕਾਂ ਨੂੰ ਉਸ ਬੇਰੀ ਹੇਠਾਂ ਟਿਕਣ ਤੋਂ ਰੋਕਿਆ, ਪਰ ਬਾਬਾ ਜੀ ਉੱਤੇ ਭੂਤਾਂ ਦਾ ਕੋਈ ਵਸ ਨਾ ਚੱਲਿਆ। ਇਸ ਕਰਕੇ ਇਸ ਡੇਰੇ ਦੀ ਮਾਨਤਾ ਭੂਤ ਨਿਵਾਰਕ ਵਜੋਂ ਪ੍ਰਚਲਿਤ ਹੋ ਗਈ। ਗੁਰੂ ਪਿਆਰ ਵਾਲਿਓ, ਇਹਦੇ ਤੋਂ ਆਪਾਂ ਨੇ ਬਚਣਾ ਹੈ। ਰਹੀ ਬਾਬਾ ਦੀਪ ਸਿੰਘ ਦੀ ਗੱਲ, ਬਾਬਾ ਦੀਪ ਸਿੰਘ ਬਾਰੇ ਬਹੁਤ ਕੁਝ ਪਹਿਲਾਂ ਬੋਲਿਆ ਜਾ ਚੁੱਕਿਆ ਹੈ ਤੇ ਬਹੁਤ ਸਾਰੀਆਂ ਅਜਿਹੀਆਂ ਕਹਾਣੀਆਂ ਉਹਨਾਂ ਦੇ ਨਾਲ ਜੋੜ ਦਿੱਤੀਆਂ ਗਈਆਂ ਨੇ ਜਿਨ੍ਹਾਂ ਦਾ ਵਿਗਿਆਨਕ ਕੋਈ ਆਧਾਰ ਨਹੀਂ ਹੈ। ਕੇਵਲ ਸ਼ਰਧਾ ਵਾਲੀਆਂ ਕਹਾਣੀਆਂ, ਜਿਵੇਂ ਸੀਸ ਤਲੀ 'ਤੇ ਰੱਖ ਲੈਣਾ ਤੇ ਜਾਂ ਫਿਰ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਚੱਲ ਪੈਣਾ। ਇੱਥੇ ਇੱਕੋ ਸਵਾਲ ਵੱਲ ਜਿਹੜੇ ਸਰੋਤੇ ਨੇ ਉਹ ਗਹਿਰਾਈ ਨਾਲ ਧਿਆਨ ਦੇਣ, ਉਹ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ 1799 ਦੇ ਵਿੱਚ ਮੰਨਿਆ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਨੇ ਖੰਡੇ ਕੀ ਪਹੁਲ ਛਕੀ ਸੀ। 1799 ਤੋਂ ਲੈ ਕੇ 1757 ਤੱਕ, ਜਾਣੀ ਕਿ 57-58 ਸਾਲ ਤੱਕ ਬਾਬਾ ਦੀਪ ਸਿੰਘ ਦਾ ਕਿਤੇ ਵੀ ਇਤਿਹਾਸ ਵਿੱਚ ਜ਼ਿਕਰ ਨਹੀਂ ਆਉਂਦਾ। ਤੇ ਇੰਨੇ ਜੰਗ ਯੁੱਧ ਹੋਏ, ਇੰਨੀ ਵਾਰੀ ਸਿੱਖਾਂ ਦਾ ਘਾਣ ਹੋਇਆ। ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਵਿੱਚ ਇੱਕ ਵਾਰੀ ਤਾਂ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸੀ ਤੇ ਉਹਦੇ ਸੰਗੀ ਸਾਥੀ ਬਹੁਤ ਸਾਰੇ ਸ਼ਹੀਦ ਵੀ ਹੋ ਗਏ ਸੀ, ਪਰ ਉਦੋਂ ਵੀ ਬੰਦਾ ਸਿੰਘ ਬਹਾਦਰ ਦੀ ਸਹਾਇਤਾ ਵਾਸਤੇ ਬਾਬਾ ਦੀਪ ਸਿੰਘ ਕਿਤੇ ਵੀ ਆਇਆ ਸਾਨੂੰ ਨਜ਼ਰ ਨਹੀਂ ਆਉਂਦਾ। 57-58 ਸਾਲ ਤੋਂ ਬਾਅਦ ਅਚਨਚੇਤੀ ਦਮਦਮਾ ਸਾਹਿਬ ਤੋਂ ਚੱਲ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਆਜ਼ਾਦ ਕਰਾਉਣ ਵਾਸਤੇ ਉਹ ਫੌਜ ਲੈ ਕੇ ਚੱਲ ਪਿਆ। ਸੀਸ ਤਲੀ 'ਤੇ ਰੱਖ ਲਿਆ ਤੇ ਸੀਸ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਭੇਟ ਕਰ ਦਿੱਤਾ। ਇਸ ਕਹਾਣੀ ਤੋਂ ਸਿਵਾਏ ਉਹਨਾਂ ਦੀਆਂ ਹੋਰ ਜਿਹੜੀਆਂ ਪ੍ਰਾਪਤੀਆਂ ਨੇ ਉਹ ਸਾਨੂੰ ਕਿਤੇ ਵੀ ਨਹੀਂ ਲੱਭਦੀਆਂ। ਇੰਨੇ ਸਾਲ ਉਸ ਜੰਗਲ ਦੇ ਇਲਾਕੇ 'ਚ, ਮਾਰੂਥਲ ਦੇ ਇਲਾਕੇ 'ਚ ਬਾਬਾ ਦੀਪ ਸਿੰਘ ਬੈਠਾ ਕੀ ਕਰਦਾ ਰਿਹਾ? ਕੁਝ ਡੇਰੇਦਾਰਾਂ ਦੇ ਕਹਿਣ ਮੁਤਾਬਕ ਉਹ ਪੋਥੀਆਂ ਲਿਖਦਾ ਰਿਹਾ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਤਿਆਰ ਕਰਦਾ ਰਿਹਾ। ਕੀ ਉਦੋਂ ਸਿੱਖਾਂ ਦਾ ਹੁੰਦਾ ਘਾਣ ਉਹਨੂੰ ਨਜ਼ਰ ਨਹੀਂ ਆਇਆ? ਇਹ ਵੀ ਡੇਰੇਦਾਰਾਂ ਦੀਆਂ ਕਿਤਾਬਾਂ 'ਚ ਲਿਖਿਆ ਹੋਇਆ ਮਿਲਦਾ ਹੈ ਕਿ ਉਹਨੇ 4 ਸਰੂਪ ਬਾਬਾ ਦੀਪ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਲਿਖ ਕੇ ਤਿਆਰ ਕਰਕੇ 4 ਤਖਤਾਂ 'ਤੇ ਭੇਜੇ, ਜਦੋਂ ਕਿ ਇਹ ਸੱਚ ਨਹੀਂ ਹੈ, ਕਿਉਂਕਿ ਬਾਬਾ ਦੀਪ ਸਿੰਘ ਦਾ ਲਿਖਿਆ ਕੋਈ ਵੀ ਸਰੂਪ ਉਹਨਾਂ ਦੇ ਹੱਥਾਂ ਦਾ ਅੱਜ ਸਾਨੂੰ ਕਿਤੋਂ ਵੀ ਨਹੀਂ ਮਿਲਦਾ। ਨਾਲੇ ਪਟਨਾ ਸਾਹਿਬ ਤੇ ਹਜੂਰ ਸਾਹਿਬ ਆਉਣ ਜਾਣ ਦੇ ਉਹਨਾਂ ਜ਼ਮਾਨਿਆਂ 'ਚ ਕੋਈ ਸਾਧਨ ਨਹੀਂ ਹੈਗੇ ਸੀ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਇੱਕ ਥਾਂ ਤੋਂ ਦੂਜੇ ਥਾਂ 'ਤੇ ਪਹੁੰਚਾਉਣਾ ਬਹੁਤ ਮੁਸ਼ਕਲ ਸੀ ਤੇ ਇਸ ਕਰਕੇ ਇਹ ਕਹਾਣੀਆਂ ਮਗਰੋਂ ਜੋੜੀਆਂ ਗਈਆਂ ਨੇ। ਕੁਝ ਡੇਰੇਦਾਰਾਂ ਨੇ ਬਾਬਾ ਦੀਪ ਸਿੰਘ ਦੇ ਨਾਲ
ਆਪਣੀਆਂ ਡੇਰੇਦਾਰੀਆਂ ਨੂੰ ਜੋੜ ਲਿਆ ਤੇ ਉਹਦਾ ਜ਼ੋਰਦਾਰ ਢੰਗ ਨਾਲ ਪ੍ਰਚਾਰ ਕਰ ਦਿੱਤਾ। ਇਸ ਕੇ ਸਿੱਖ ਨੇ ਜਿਹੜੇ ਇਸ ਭਰਮ 'ਚ ਪੈ ਗਏ ਕਿ ਇਹ ਸ਼ਾਇਦ ਸੱਚ ਹੋਵੇ, ਕਿਉਂਕਿ ਰੋਜ਼ਾਨਾ ਸਾਨੂੰ ਸੁਣਾਇਆ ਜਾਂਦਾ ਹੈ, ਬੋਲਿਆ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਸਿਰਫ 2 ਲਾਈਨਾਂ ਲਿਖੀਆਂ ਹੋਈਆਂ ਨੇ ਬਾਬਾ ਦੀਪ ਸਿੰਘ ਬਾਰੇ। ਇਹ ਲਿਖਿਆ ਕਿ ਬਾਬਾ ਦੀਪ ਸਿੰਘ ਨੇ ਜਾਨ ਹਥੇਲੀ 'ਤੇ ਰੱਖ ਕੇ ਬਹਾਦਰੀ ਨਾਲ ਜੰਗ ਲੜਿਆ। ਇੱਥੇ ਧਿਆਨ ਰਵੇ, ਸੀਸ ਤਲੀ 'ਤੇ ਰੱਖ ਕੇ ਨਹੀਂ ਲਿਖਿਆ, ਜਾਨ ਤਲੀ 'ਤੇ ਰੱਖ ਕੇ, ਭਾਵ ਕਿ ਬੇਖੌਫ ਹੋ ਕੇ, ਨਿਡਰ ਹੋ ਕੇ ਉਹ ਜੰਗ ਦੇ ਵਿੱਚ ਲੜਿਆ। ਸਿਰਫ ਇਹ 2 ਲਾਈਨਾਂ ਲਿਖੀਆਂ ਨੇ। ਹੋਰ ਵਿਸਥਾਰ ਨਾਲ ਬਾਬਾ ਦੀਪ ਸਿੰਘ ਦਾ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਲਿਖਿਆ ਕੁਝ ਵੀ ਨਹੀਂ ਮਿਲਦਾ। ਇਹ ਕਹਾਣੀਆਂ ਜ਼ਿਆਦਾ 1970 ਤੋਂ ਬਾਅਦ ਜ਼ਿਆਦਾ ਪ੍ਰਚਾਰੀਆਂ ਗਈਆਂ ਨੇ। ਉਦੋਂ ਪਹਿਲਾਂ ਬਹੁਤ ਘੱਟ ਇਤਿਹਾਸ ਬਾਬਾ ਦੀਪ ਸਿੰਘ ਦਾ ਮਿਲਦਾ ਹੈ। ਸੋ ਇਹਨਾਂ 'ਤੇ ਤੁਸੀਂ ਆਪ ਵੀ ਖੇਚਲ ਕਰੋ ਕਿ ਜਿਹੜੀਆਂ ਕਹਾਣੀਆਂ ਸਾਡੇ ਦਿਮਾਗ 'ਚ ਪਾ ਦਿੱਤੀਆਂ ਗਈਆਂ ਨੇ, ਕੀ ਉਹ ਸੱਚ ਨੇ, ਕੀ ਇਸ ਤਰ੍ਹਾਂ ਹੋ ਸਕਦਾ? ਇਹਨਾਂ ਬਾਰੇ ਬਹੁਤ ਗਹਿਰਾਈ ਨਾਲ ਖੋਜ ਕਰਨ ਦੀ ਲੋੜ ਹੈ। ਸਵਾਲ ਨੰਬਰ 213 ਭਾਈ ਯੁਵਰਾਜ ਸਿੰਘ ਕੈਨੇਡਾ ਤੋਂ ਸਵਾਲ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਤੇ ਸੁਖਾਸਣ ਦੀ ਰੀਤ ਬਾਰੇ ਕੁਝ ਦੱਸੋ। ਗੁਰੂ ਪਿਆਰ ਵਾਲਿਓ, ਇਹ ਰੀਤਾਂ, ਇਹ ਰਸਮਾਂ ਆਮ ਤੌਰ 'ਤੇ ਪੁਜਾਰੀ ਤਬਕਾ ਬਾਅਦ ਦੇ ਵਿੱਚ ਘੜਦਾ ਹੈ। ਗੁਰੂ ਸਾਹਿਬ ਦੇ ਜ਼ਮਾਨੇ 'ਚ ਕੋਈ ਰੀਤ ਰਸਮ ਉੱਕੀ ਹੀ ਨਹੀਂ ਹੁੰਦੀ ਸੀ ਇਹੋ ਜਿਹੀ ਜਿਹੜੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਇਉਂ ਕਰਨਾ ਅਤੇ ਜਾਂ ਸੁਖਾਸਣ ਇਉਂ ਕਰਨਾ, ਚੌਰ ਇਉਂ ਚੱਲਣਾ, ਚਾਨਣੀਆਂ ਇਉਂ ਲਾਉਣੀਆਂ ਨੇ। ਇਹ ਬਹੁਤ ਕੁਝ ਬਾਅਦ ਦੇ ਵਿੱਚ ਪੁਜਾਰੀ ਤਬਕੇ ਨੇ ਜੋੜਿਆ, ਕਿਉਂਕਿ ਇਹਨੂੰ ਮੱਥਾ ਟਿਕਵਾ ਕੇ ਬਹੁਤ ਜ਼ਿਆਦਾ ਇਨਕਮ ਹੋ ਰਹੀ ਸੀ ਅਤੇ ਆਮ ਸੰਗਤ ਹੈ ਜਿਹੜੀ ਹਾਲੇ ਗਿਆਨਵਾਨ ਨਹੀਂ ਸੀ। ਮੂਰਤੀਆਂ, ਪੱਥਰਾਂ, ਕਬਰਾਂ ਆਦਿਕ ਨੂੰ ਪੂਜਣ ਵਾਲੇ, ਸਾਧਾਂ ਸੰਤਾਂ ਬੰਦਿਆਂ ਦੀ ਪੂਜਾ ਕਰਨ ਵਾਲੇ, ਪਸ਼ੂਆਂ ਪੰਛੀਆਂ ਜਾਨਵਰਾਂ ਦੀ, ਗਊਆਂ ਦੀ, ਬਾਂਦਰਾਂ ਦੀ ਪੂਜਾ ਕਰਨ ਵਾਲੇ ਕਿੰਨੇ ਕੁ ਅਕਲਮੰਦ ਹੋ ਸਕਦੇ ਨੇ, ਇਹ ਤਾਂ ਆਪਾਂ ਅੰਦਾਜ਼ਾ ਸਹਿਜੇ ਹੀ ਲਾ ਸਕਦੇ ਹਾਂ। ਗੁਰੂ ਸਾਹਿਬ ਨੇ ਗਿਆਨ ਗੁਰਬਾਣੀ ਦੇ ਰਾਹੀਂ, ਜਿਹੜਾ ਕਿ ਵਿੱਦਿਆ ਦਾ ਕੇਂਦਰ ਬਿੰਦੂ ਸੀ ਸਿੱਖਾਂ ਵਾਸਤੇ, ਉਹਦੇ ਰਾਹੀਂ ਅਕਲ ਦੇਣ ਦਾ ਉਪਰਾਲਾ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ। ਕਿਉਂਕਿ ਉਹਨਾਂ ਸਮਿਆਂ 'ਚ ਨਾ ਸਕੂਲ, ਨਾ ਕਾਲਜ, ਨਾ ਯੂਨੀਵਰਸਿਟੀਆਂ, ਨਾ ਅੱਜ ਵਾਂਗੂ ਇੰਟਰਨੈਟ, ਕੋਈ ਵੀ ਸਾਧਨ ਅਕਲ ਦੇਣ ਦਾ ਲੋਕਾਂ ਕੋਲ ਹੈ ਨਹੀਂ ਸੀ ਅਤੇ ਸਰਕਾਰਾਂ ਆਪ ਹੀ ਇਸ ਤਰ੍ਹਾਂ ਹੀ ਡਿਕਟੇਟਰਸ਼ਿਪ ਦੇ ਨਾਲ ਬਣਦੀਆਂ ਸੀ। ਭਾਵ ਕਿ ਜਿਹਨੇ ਬਹੁਤੇ ਨੌਜਵਾਨ ਤਾਕਤਵਰ ਆਪਣੇ ਨਾਲ ਜੋੜ ਲਏ, ਹਥਿਆਰ ਇਕੱਠੇ ਕਰ ਲਏ ਅਤੇ ਆਪਣੀ ਫੌਜੀ ਸ਼ਕਤੀ ਦੇ ਨਾਲ ਦੂਜੀ ਧਿਰ ਨੂੰ ਹਰਾ ਦਿੱਤਾ ਅਤੇ ਇਸ ਤਰ੍ਹਾਂ ਆਪਣੀ ਮਨਮਾਨੀ ਦੇ ਢੰਗ ਨਾਲ ਉਹ ਜਿਤਨਾ ਦੇਰ ਤੱਕ ਉਹਦੇ ਕੋਲੇ ਤਾਕਤ ਹੁੰਦੀ ਸੀ ਰਾਜ ਕਰਦਾ ਰਹਿੰਦਾ ਸੀ। ਲੋਕਾਂ ਦੇ ਨਾਲ ਕੋਈ ਇਨਸਾਫ ਜਾਂ ਸੁਣਵਾਈ ਜਾਂ ਉਹਨਾਂ ਦਾ ਵਿਕਾਸ ਉੱਕਾ ਹੀ ਕਿਧਰੇ ਨਹੀਂ ਸੀ। ਜੰਗਲੀ ਕਿਸਮ ਦਾ ਜੀਵਨ ਲੋਕੀ ਬਤੀਤ ਕਰ ਰਹੇ ਸਨ। ਉਹਨਾਂ ਸਮਿਆਂ ਦੇ ਵਿੱਚ ਗੁਰੂ ਸਾਹਿਬ ਨੇ ਆਪ ਜਿੱਥੇ ਜ਼ਬਾਨੀ ਤੌਰ 'ਤੇ ਘੁੰਮ ਫਿਰ ਕੇ ਲੋਕਾਂ ਨੂੰ ਜਗਾਉਣ ਦਾ ਉਪਰਾਲਾ ਕੀਤਾ, ਉੱਥੇ ਉਹਨਾਂ ਨੇ ਵਿੱਦਿਆ ਦਾ ਭੰਡਾਰ ਗੁਰੂ ਗ੍ਰੰਥ ਸਾਹਿਬ ਵੀ ਸਾਡੇ ਹਵਾਲੇ ਕੀਤਾ, ਤਾਂ ਕਿ ਤੁਸੀਂ ਇਹਦੇ ਵਿੱਚੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਚੰਗਿਆਈ ਹੈ ਉਹ ਅਪਣਾ ਲਓ ਅਤੇ ਬੁਰਾਈ ਨੂੰ ਤੁਸੀਂ ਜ਼ਿੰਦਗੀ 'ਚੋਂ ਕੱਢ ਦਿਓ। ਅਤੇ ਇਹਦਾ ਜਿਹੜੀਆਂ ਇਹ ਪਰੰਪਰਾਵਾਂ ਨੇ ਇਹ ਤਾਂ ਬਾਅਦ ਦੇ ਵਿੱਚ ਜੋੜੀਆਂ ਗਈਆਂ ਨੇ। ਅੱਜ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਦੇਵੀ ਦੀ ਮੂਰਤੀ ਦੇ ਨਿਆਈ ਥਾਂ 'ਤੇ ਰੱਖਿਆ ਹੋਇਆ। ਖਾਸ ਕਰਕੇ ਵੱਡੇ ਗੁਰਦੁਆਰਿਆਂ 'ਚ ਸਭ ਤੋਂ ਜਿਹੜਾ ਸ਼੍ਰੋਮਣੀ ਮੰਨਿਆ ਜਾਂਦਾ ਗੁਰਦੁਆਰਾ ਦਰਬਾਰ ਸਾਹਿਬ ਅੰਮ੍ਰਿਤਸਰ, ਉਹਦੇ ਵਿੱਚ ਤਾਂ ਮੁਕੰਮਲ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਨੂੰ ਕਢਾਈ ਵਾਲੇ ਸੋਨੇ ਰੰਗੇ, ਲਾਲ, ਪੀਲੇ, ਹਰੇ ਅਨੇਕਾਂ ਪ੍ਰਕਾਰ ਦੇ ਰੁਮਾਲੇ ਪਾ ਕੇ, ਫੁੱਲਾਂ ਦੇ ਗੁਲਦਸਤੇ ਅਤੇ ਮਾਲਾਵਾਂ ਪਹਿਨਾ ਕੇ ਇੱਕ ਦੇਵੀ ਦੀ ਪੂਜਾ ਦਾ ਹੀ ਦੂਜਾ ਰੂਪ ਬਣਾ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਹੋਇਆ ਇਹਦੇ ਬਾਰੇ ਕੁਝ ਵੀ ਪਤਾ ਨਹੀਂ ਹੈ। ਕਦੀ ਧਿਆਨ ਦਿਓ, ਗੁਰੂ ਸਾਹਿਬ ਦੇ ਜ਼ਮਾਨੇ 'ਚ ਇਸ ਤਰ੍ਹਾਂ ਕਿਤੇ ਸਿੱਖਾਂ ਨੂੰ ਟਿਕ ਕੇ ਬੈਠਣ ਦਾ ਮੌਕਾ ਮਿਲਦਾ ਸੀ? ਕਿਤੇ ਵੀ ਨਹੀਂ। ਦੁਸ਼ਮਣ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਹੋਏ ਸਨ ਅਤੇ ਦੁਸ਼ਮਣ ਨੇ ਗੁਰੂ ਸਾਹਿਬਾਨਾਂ ਨੂੰ ਵੀ ਸ਼ਹੀਦ ਕੀਤਾ ਸੀ। ਗੁਰੂ ਪੰਜਵੇਂ ਪਾਤਸ਼ਾਹ ਅਤੇ ਨੌਵੇਂ ਪਾਤਸ਼ਾਹ, 10ਵੇਂ ਪਾਤਸ਼ਾਹ ਨੂੰ ਸਾਰੀ ਉਮਰ ਜੰਗ ਯੁੱਧ ਲੜਨੇ ਪਏ, ਸਿੱਖਾਂ ਨੂੰ ਵੀ ਜੰਗਲੀ ਵਾਸ ਕਰਨਾ ਪਿਆ। ਫਿਰ ਅੰਦਾਜ਼ਾ ਲਾਓ ਇਸ ਤਰ੍ਹਾਂ ਦੀ ਮਰਿਆਦਾ ਗੁਰੂ ਗ੍ਰੰਥ ਸਾਹਿਬ ਦੀ ਕਿਹੜੀ ਥਾਂ 'ਤੇ ਹੋ ਸਕਦੀ ਸੀ? ਇਹ ਤਾਂ ਸੰਭਵ ਹੀ ਨਹੀਂ ਸੀ। ਜਿੰਨੀਆਂ ਕੁ ਪੋਥੀਆਂ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ
ਕਰਕੇ ਸਿੱਖ ਆਪਣੇ ਕੋਲੇ ਰੱਖ ਸਕਦੇ ਸੀ, ਉਹਨਾਂ ਨੇ ਰੱਖਣ ਦਾ ਯਤਨ ਕੀਤਾ ਤੇ ਬਹੁਤੇ ਡੇਰਿਆਂ 'ਚ ਜਾਂ ਫਿਰ ਗੁਪਤਵਾਸ ਦੇ ਵਿੱਚ ਰਹਿ ਰਹੇ ਸਿੱਖਾਂ ਕੋਲ ਉਹ ਹੱਥ ਲਿਖਤ ਪੋਥੀਆਂ ਰੱਖੀਆਂ ਗਈਆਂ ਸੀ ਤੇ ਉਹਨਾਂ ਦੇ ਵਿੱਚੋਂ ਵੀ ਜਦੋਂ ਦੁਸ਼ਮਣ ਨੂੰ ਪਤਾ ਲੱਗਦਾ ਸੀ ਤਾਂ ਨਸ਼ਟ ਕਰ ਦਿੱਤੀਆਂ ਜਾਂਦੀਆਂ ਸੀ। ਤੋ ਇਸ ਤਰ੍ਹਾਂ ਇਸ ਪੋਥੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਅੱਜ ਕਹਿੰਦੇ ਹਾਂ, ਇਹਨੂੰ ਲੁਕੋ ਕੇ, ਇਹਨੂੰ ਸੰਭਾਲ ਕੇ, ਇਹਨੂੰ ਬਚਾ ਕੇ ਰੱਖਣ ਦਾ ਉਪਰਾਲਾ ਤਾਂ ਕੀਤਾ ਜਾਂਦਾ ਸੀ। ਅੱਜ ਵਾਂਗੂ ਅਡੰਬਰ ਨਹੀਂ ਰਚਿਆ ਜਾਂਦਾ ਸੀ ਕਿਤੇ ਵੀ। ਤੇ ਇੱਥੇ ਫਿਰ ਧਿਆਨ ਦੇਣ ਦੀ ਜ਼ਰੂਰਤ ਹੈ ਕਿ 1914 ਤੋਂ ਲੈ ਕੇ 1918-19 ਤੱਕ ਜਦੋਂ ਪਹਿਲੀ ਵਰਲਡ ਵਾਰ ਸੰਸਾਰ ਜੰਗ ਲੱਗੀ ਹੈ, ਉਦੋਂ ਦੀਆਂ ਤਸਵੀਰਾਂ, ਕਿਉਂਕਿ ਕੈਮਰੇ ਬਣ ਚੁੱਕੇ ਹੋਏ ਸੀ, ਮੈਂ ਆਪ ਵੇਖ ਚੁੱਕਿਆ ਹੋਇਆ, ਨੈੱਟ 'ਤੇ ਮੌਜੂਦ ਨੇ ਉਹ ਤਸਵੀਰਾਂ ਕਿ ਸਿੱਖ ਫੌਜਾਂ ਦੇ ਵਿੱਚ ਜਿਹੜੇ ਭਰਤੀ ਹੋ ਕੇ ਗਏ ਸਨ, ਪੰਜਾਬ ਤੋਂ ਦੂਰ ਸਨ, ਅੰਗਰੇਜ਼ਾਂ ਦੇ ਅਧੀਨ ਵੱਖੋ ਵੱਖਰੇ ਦੇਸ਼ਾਂ 'ਚ ਕੰਮ ਕਰ ਰਹੇ ਸਨ, ਉਹਨਾਂ ਕੋਲੇ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਉਦੋਂ ਛਪੀਆਂ ਹੋਈਆਂ ਹੁੰਦੀਆਂ ਸੀ। ਤੇ ਜਦੋਂ ਉਹਨਾਂ ਨੂੰ ਕਿਤੇ ਮੌਕਾ ਮਿਲਦਾ ਸੀ ਬੈਠ ਕੇ ਪਾਠ ਸੁਣਨ ਦਾ, ਤਾਂ ਇੱਕ ਪਾਠੀ ਸਿੰਘ ਥੋੜ੍ਹੇ ਜਿਹੇ ਥੜੇ ਦੇ ਉੱਤੇ ਉੱਚੇ ਥਾਂ 'ਤੇ ਤੱਪੜ, ਬੋਰੀ ਜਾਂ ਕੋਈ ਹੋਰ ਚਾਦਰ ਵਗੈਰਾ ਵਿਛਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਰੱਖ ਲੈਂਦੇ ਸੀ। ਉਹ ਪਾਠ ਕਰਕੇ ਇੱਕ ਸਿੱਖ ਸੁਣਾਉਂਦਾ ਸੀ, ਉਹਨੇ ਜੁੱਤੀ ਜੋੜਾ ਉਤਾਰਿਆ ਹੁੰਦਾ ਸੀ, ਬਾਕੀ ਸਿੱਖ ਸਮੇਤ ਵਰਦੀਆਂ ਦੇ, ਸਮੇਤ ਆਪਣੀਆਂ ਬੰਦੂਕਾਂ ਦੇ ਅਤੇ ਹੋਰ ਹਥਿਆਰਾਂ ਦੇ ਸਮੇਤ ਬੂਟਾਂ ਦੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਹੋਏ ਫੋਟੋਆਂ ਅੱਜ ਤੱਕ ਮੌਜੂਦ ਨੇ। ਜੁੱਤੀ ਉਤਾਰਨ ਦੀ ਵੀ ਲੋੜ ਨਹੀਂ ਸੀ। ਤਾਂ ਇੱਥੋਂ ਤੱਕ ਕਦੀ ਸੋਚ ਕੇ ਵੇਖੋ, ਜਿਹੜਾ ਅਸੀਂ ਅੱਜ ਜੁੱਤੀ ਨੂੰ ਇੰਨੀ ਭੈੜੀ ਬਣਾ ਕੇ ਰੱਖ ਦਿੱਤਾ ਕਿ ਜੁੱਤੀ ਐਂ ਹੋ ਗਈ ਤੇ ਉਹ ਹੋ ਗਈ। ਪਿਆਰਿਓ, ਗੁਰੂ ਨਾਨਕ ਦੇ ਨਾਲ ਜਿਹੜੇ ਸਿੱਖ ਤੁਰਦੇ ਸੀ, ਕੀ ਉਹ ਨੰਗੇ ਪੈਰੀਂ ਤੁਰਦੇ ਸੀ? ਬਾਕੀ ਗੁਰੂ ਸਾਹਿਬਾਨਾਂ ਦੇ ਨਾਲ ਬਹੁਤ ਸਾਰੇ ਸਿੱਖ ਸੇਵਾਦਾਰ, ਜੰਗ ਲੜਨ ਵਾਲੇ ਯੋਧੇ, ਫੌਜਾਂ, ਉਹ ਨਾਲ ਰਹਿੰਦੇ ਸੀ, ਕੀ ਉਹ ਸਾਰੇ ਜੁੱਤੀ ਜੋੜੇ ਉਤਾਰ ਕੇ ਤੁਰਦੇ ਸੀ? ਕੀ ਇਹ ਜੁੱਤੀ ਜੋੜਾ ਉਤਾਰਨਾ, ਜਦੋਂ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਆਪਾਂ ਲੈ ਕੇ ਜਾਂਦੇ ਹਾਂ, ਜਿਹੜਾ ਅੱਜ ਅਡੰਬਰ ਰਚਿਆ ਹੋਇਆ, ਕੀ ਗੁਰੂ ਸਾਹਿਬ ਦੇ ਜ਼ਮਾਨੇ 'ਚ ਇਹ ਹੈਗਾ ਸੀ? ਗੁਰੂ ਸਾਹਿਬ ਦੇ ਨਾਲ ਸਾਰੇ ਜੁੱਤੀ ਉਤਾਰ ਕੇ, ਪਾਣੀ ਛਿੜਕ ਕੇ, ਢੋਲ ਢਮੱਕੇ ਵਜਾ ਕੇ, ਬਾਜੇ ਵਜਾ ਕੇ, ਕੀ ਇਸ ਤਰ੍ਹਾਂ ਸਾਰੇ ਗੁਰੂ ਸਾਹਿਬ ਨੂੰ ਲੈ ਕੇ ਜਾਂਦੇ ਸੀ? ਸਤਿਕਾਰ ਕਰਨਾ ਅਲੱਗ ਗੱਲ ਹੈ, ਪਰ ਇਸ ਤਰ੍ਹਾਂ ਦਾ ਪਖੰਡ ਕਰਨਾ ਬਿਲਕੁਲ ਗੁਰਮਤਿ ਤੋਂ ਉਲਟ ਗੱਲ ਹੈ। ਤੇ ਇਸ ਤਰ੍ਹਾਂ ਇਹ ਗੁਰੂ ਸਾਹਿਬ ਦੇ ਜ਼ਮਾਨੇ ਤੋਂ ਸ਼ੁਰੂ ਨਹੀਂ ਹੋਇਆ। ਰਹੀ ਪ੍ਰਕਾਸ਼ ਕਰਨ ਦੀ ਗੱਲ, ਇਹ ਤਾਂ 1733-34 ਦੇ ਨੇੜੇ ਤੇੜੇ ਭਾਈ ਮਨੀ ਸਿੰਘ ਦੂਜੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਦਰਬਾਰ ਸਾਹਿਬ ਦੇ ਵਿੱਚ ਲਾਹੌਰ ਦੀ ਸੂਬਾ ਸਰਕਾਰ ਨਾਲ ਮਿਲ ਕੇ ਪ੍ਰਕਾਸ਼ ਕਰਨ ਦਾ ਪ੍ਰਬੰਧ ਕੀਤਾ, ਤਾਂ ਕਿ ਭੇਟਾ ਪੂਜਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਆ ਸਕੇ ਤੇ ਮਨੀ ਸਿੰਘ ਦੂਜਾ ਆਪਣੇ ਭੜੋਲੇ ਭਰ ਸਕੇ। ਤੇ ਇਹ ਲੰਮੇ ਸਮੇਂ ਤੱਕ ਉਹ ਆਪ ਕਰਦਾ ਰਿਹਾ ਤੇ ਉਸ ਤੋਂ ਬਾਅਦ ਇਹ ਪਰੰਪਰਾ ਚੱਲ ਪਈ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤੇ ਸਿੱਖਾਂ ਨੂੰ ਇਉਂ ਮਹਿਸੂਸ ਹੋਇਆ ਕਿ ਇਹਦੇ ਤੋਂ ਸਿੱਖਿਆ ਤਾਂ ਜਿਹੜੀ ਮਿਲਦੀ ਹੈ, ਪਰ ਇਨਕਮ ਵੀ ਚੰਗੀ ਹੋ ਜਾਂਦੀ ਹੈ। ਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ 'ਚ ਜਾਂ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਥਾਵਾਂ ਦੇ ਉੱਤੇ ਇਹਦਾ ਪ੍ਰਕਾਸ਼ ਕਰ ਲਿਆ। ਪਾਠ ਭਾਵੇਂ ਘੱਟ ਹੋਵੇ ਵੱਧ ਹੋਵੇ, ਤੇ ਮਰਿਆਦਾ ਆਪੋ ਆਪਣੀ ਜਿਹੜੀ ਕਿਸੇ ਨੂੰ ਸਮਝ ਆਉਂਦੀ ਸੀ ਉਹ ਕਰਦੇ ਗਏ। ਅੰਤ ਨੂੰ ਥਾਂ ਥਾਂ 'ਤੇ ਗੁਰਦੁਆਰੇ ਬਣ ਗਏ। ਇਹਦੀਆਂ ਮਰਿਆਦਾਵਾਂ, ਇਹਦੇ ਢੰਗ ਤਰੀਕੇ ਆਪ ਹੀ ਇਜਾਦ ਕਰ ਲਏ ਗਏ। ਤੇ 1945 ਦੇ ਵਿੱਚ ਸਿੱਖ ਰਹਿਤ ਮਰਿਆਦਾ ਵੀ ਬਣਾ ਲਈ ਗਈ। ਉਹਦੇ ਵਿੱਚ ਵੀ ਪਰੰਪਰਾਵਾਂ ਦੀ ਪਾਲਣਾ ਤਾਂ ਸਾਨੂੰ ਦੱਸ ਦਿੱਤੀ ਗਈ, ਪਰ ਗਿਆਨ ਲੈਣਾ, ਅਕਲ ਲੈਣੀ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਗਿਆਨ ਦੇਣ ਦੇ ਪ੍ਰਬੰਧ ਕਰਨੇ, ਉਹ ਨਹੀਂ ਕੀਤੇ ਗਏ। ਗੁਰੂ ਗ੍ਰੰਥ ਸਾਹਿਬ ਦਾ ਜੋ ਅੱਜ ਦਾ ਸੁਖਾਸਣ ਜਾਂ ਪ੍ਰਕਾਸ਼ ਕਰਨਾ ਹੈ, ਇਹ ਤਾਂ ਆਧੁਨਿਕ ਜ਼ਮਾਨੇ ਦੀਆਂ ਗੱਲਾਂ ਨੇ। ਮੈਂ ਆਪ ਖੁਦ ਆਪਣੀ ਅੱਖੀਂ ਵੇਖ ਚੁੱਕਿਆ ਹੋਇਆ। ਆਮ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਨੂੰ ਰਾਤ ਦੇ ਸਮੇਂ ਅਲਮਾਰੀਆਂ 'ਚ ਰੱਖ ਦਿੱਤਾ ਜਾਂਦਾ ਸੀ ਜਾਂ ਕਿਸੇ ਪੇਟੀ 'ਚ ਰੱਖ ਦਿੱਤਾ ਜਾਂਦਾ ਸੀ। ਜਦੋਂ ਲੋੜ ਪੈਂਦੀ ਸੀ ਉਹਨੂੰ ਬਾਹਰ ਪ੍ਰਕਾਸ਼ ਕਰ ਲਿਆ ਜਾਂਦਾ ਸੀ ਤੇ ਪੜ੍ਹ ਲਿਆ ਜਾਂਦਾ ਸੀ, ਤੇ ਜਿੰਨਾ ਕੀਰਤਨ ਕਰਨਾ ਕੀਰਤਨ ਕਰ ਲਿਆ ਜਾਂਦਾ ਸੀ, ਤੇ ਫਿਰ ਸੁਖਾਸਣ ਕਰਕੇ ਸੰਭਾਲ ਕੇ ਰਮਾਲੇ 'ਚ, ਚਾਦਰ 'ਚ ਵਲੇਟ ਕੇ ਫਿਰ ਅਲਮਾਰੀਆਂ 'ਚ ਰੱਖ ਦਿੱਤਾ ਜਾਂਦਾ ਸੀ। ਦੇਸ਼ ਦੇ ਵਿੱਚ ਵੀ ਵਿਦੇਸ਼ ਦੇ ਵਿੱਚ ਵੀ ਮੈਂ ਆਪ ਆਪਣੀ ਅੱਖੀਂ ਵੇਖ ਚੁੱਕਿਆ ਹੋਇਆ। ਤੇ ਹੁਣ ਤਾਂ ਇੰਨਾ ਕੁਝ ਇਹਦੇ ਨਾਲ ਜੋੜ ਦਿੱਤਾ ਗਿਆ। ਇਹ ਜਾਗਤ ਜੋਤ ਹੈ, ਇਹ ਜਿੰਦਾ ਗੁਰੂ ਹੈ, ਇਹ ਪ੍ਰਤੱਖ ਗੁਰੂ ਹੈ, ਇਹ 10 ਗੁਰੂਆਂ ਦੀ ਆਤਮਿਕ ਜੋਤ ਹੈ, ਇਹ 35 ਮਹਾਂਪੁਰਖਾਂ ਦਾ ਖਜ਼ਾਨਾ ਹੈ, ਇਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਇਹ ਰੱਬ ਦਾ ਆਪ ਸਰੂਪ ਹੈ। ਇੰਨਾ ਕੁਛ ਕਹਿ ਕੇ ਸਿੱਖਾਂ ਨੂੰ ਇਹਦੇ ਤੋਂ ਦੂਰ ਕਰ ਦਿੱਤਾ ਗਿਆ। ਬਾਕੀ ਜੋ ਪ੍ਰੈਕਟੀਕਲ ਜ਼ਿੰਦਗੀ ਹੈ ਸਾਡੀ, ਉਹਦੇ ਤੋਂ
ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈਣ ਤੋਂ ਅਸਮਰੱਥ ਹਾਂ। ਉਹਦੇ 'ਚ ਕੀ ਲਿਖਿਆ ਹੋਇਆ ਸਾਨੂੰ ਕੋਈ ਵੀ ਪਤਾ ਨਹੀਂ ਹੈ। ਅੱਜ ਪੁਜਾਰੀ ਤਬਕੇ ਦਾ ਇੱਕ ਜ਼ਰੂਰ ਧਿਆਨ ਰੱਖਣਾ ਕਿ ਆਪਣੇ ਆਪ ਖਾਤਮਾ ਹੁੰਦਾ ਜਾ ਰਿਹਾ ਹੈ, ਕਿਉਂਕਿ ਇੰਟਰਨੈਟ ਦੇ ਉੱਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਮੋਬਾਈਲ ਦੇ ਵਿੱਚ ਡਾਊਨਲੋਡ ਕਰ ਲਿਆ, ਉਤਾਰਾ ਕਰ ਲਿਆ, ਇੱਥੇ ਨਾ ਤਾਂ ਕੋਈ ਵੱਡਾ ਤਖਤ ਪੋਸ ਹੈ, ਨਾ ਕੋਈ ਪੀੜਾ ਸਾਹਿਬ ਹੈ, ਨਾ ਕੋਈ ਚੌਰ ਸਾਹਿਬ ਹੈ, ਅਤੇ ਨਾ ਕੋਈ ਮੰਜੀ ਸਾਹਿਬ ਹੈ, ਅਤੇ ਨਾ ਕੋਈ ਧੂਫਾਂ ਧੁਖਦੀਆਂ ਨੇ, ਨਾ ਕੋਈ ਫੁੱਲ ਬਰਸਾਏ ਜਾਂਦੇ ਨੇ, ਨਾ ਬਾਜੇ ਵੱਜਦੇ ਨੇ, ਨਾ ਢੋਲਕੀਆਂ ਚਿਮਟੇ ਖੜਕਦੇ ਨੇ। ਸਿੱਧਾ ਬਟਨ ਨੱਪੋ, ਗੁਰੂ ਗ੍ਰੰਥ ਸਾਹਿਬ ਦੇ ਅੱਖਰ ਤੁਹਾਡੇ ਸਾਹਮਣੇ ਆ ਜਾਂਦੇ ਨੇ। ਜਿਹੜੀ ਸਿੱਖਿਆ ਲੈਣੀ ਆ ਲੈ ਲਓ, ਆਪਣੀ ਜ਼ਿੰਦਗੀ 'ਚ ਅਪਣਾ ਲਓ, ਸੁੱਚ ਆਫ ਕਰ ਦਿਓ, ਆਪਣੇ ਆਪ ਉਹ ਵਾਪਸ ਫਿਰ ਆਪਣੀ ਥਾਂ 'ਤੇ ਜਿੱਥੇ ਕਿ ਉਹਦਾ ਖਜ਼ਾਨਾ ਹੈ ਉੱਥੇ ਆਪ ਵਾਪਸ ਚਲਾ ਜਾਂਦਾ ਹੈ। ਅੱਜ ਇਹ ਚੀਜ਼ਾਂ ਵਿਗਿਆਨ ਨੇ, ਇੰਟਰਨੈਟ ਨੇ ਜਿਹੜਾ ਪਖੰਡ ਸੀ ਬਹੁਤ ਹੱਦ ਤੱਕ ਖਤਮ ਕਰ ਦਿੱਤਾ ਹੈ, ਅਤੇ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਸੀ। ਅਤੇ ਇਹ ਅੱਜ ਅਸੀਂ ਆਪ ਖੁਦ ਇਹਦੀ ਵਰਤੋਂ ਵੀ ਕਰ ਰਹੇ ਹਾਂ, ਪਰ ਅਜੇ ਸਮਝ ਨਹੀਂ ਆ ਰਹੀ ਕਿ ਮਸਲਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਦਾ, ਜ਼ਿੰਦਗੀ 'ਚ ਲਾਗੂ ਕਰਨ ਦਾ। ਉਹ ਤਾਂ ਸਾਨੂੰ ਪਤਾ ਨਹੀਂ। ਦਰਬਾਰ ਸਾਹਿਬ ਤੋਂ ਲੈ ਕੇ ਤਕਰੀਬਨ 99% ਗੁਰਦੁਆਰਿਆਂ ਦੇ ਵਿੱਚ ਮਰਿਆਦਾਵਾਂ 'ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ, ਪਰ ਸਿੱਖਿਆਵਾਂ 'ਤੇ ਕੋਈ ਜ਼ੋਰ ਨਹੀਂ ਦਿੱਤਾ ਜਾ ਰਿਹਾ, ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਇਹਦੇ 'ਚ ਲਿਖਿਆ ਕੀ ਹੈ, ਸਿੱਖ ਦੀ ਜ਼ਿੰਦਗੀ ਹੋਣੀ ਕਿਹੋ ਜਿਹੀ ਚਾਹੀਦੀ ਹੈ। ਸਿੱਖ ਜਾਤ ਪਾਤ ਨੂੰ ਮੰਨੀ ਜਾਣ, ਸਿੱਖ ਔਰਤ ਨੂੰ ਨੀਵੀਂ ਮੰਨੀ ਜਾਣ, ਧੀਆਂ ਨੂੰ ਕੁੱਖਾਂ 'ਚ ਮਾਰੀ ਜਾਣ, ਦਾਜ ਦੇ ਕਾਰਨ ਘਰ ਉਜੜਦੇ ਰਹਿਣ। ਇਸੇ ਤਰ੍ਹਾਂ ਹੋਰ ਕਿੰਨਾ ਕੁਝ, ਸ਼ਰਾਬ, ਨਸ਼ੇ, ਝਗੜੇ, ਬਹੁਤ ਕੁਝ ਹੋ ਰਿਹਾ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਹਟਣਾ ਚਾਹੀਦਾ ਸੀ। ਸਾਡੀ ਜ਼ਿੰਦਗੀ ਸਾਦੀ ਅਤੇ ਸਾਫ ਸੁਥਰੀ, ਪਰਉਪਕਾਰੀ, ਅਕਲਮੰਦਾਂ ਵਾਲੀ, ਹਿੰਮਤੀਆਂ ਵਾਲੀ ਅਤੇ ਏਕਤਾ ਵਾਲੀ, ਚੰਗੇ ਗੁਣਾਂ ਵਾਲੀ ਇਹ ਜ਼ਿੰਦਗੀ ਸਾਡੀ ਬਣਨੀ ਚਾਹੀਦੀ ਸੀ। ਅਸੀਂ ਤਾਂ ਮੂਰਤੀਆਂ ਨਾਲੋਂ ਵੀ ਵੱਧ ਕੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਤੇ ਕਰਨੀ ਸ਼ੁਰੂ ਕਰ ਦਿੱਤੀ, ਪਰ ਇਹਦੇ ਵਿੱਚ ਲਿਖਿਆ ਕੀ ਹੈ ਕੁਝ ਵੀ ਨਹੀਂ ਪਤਾ। ਇਹ ਸੁਖਾਸਣ ਅਤੇ ਪ੍ਰਕਾਸ਼ ਦੀਆਂ ਰੀਤਾਂ ਇਹ ਪੁਜਾਰੀ ਦੀਆਂ ਕਾਢਾਂ ਨੇ। ਜਦੋਂ ਵੀ ਸਾਨੂੰ ਅੱਜ ਲੋੜ ਪੈਂਦੀ ਹੈ ਅਸੀਂ ਆਪਣੇ ਮੋਬਾਈਲ 'ਚੋਂ, ਆਪਣੇ ਇੰਟਰਨੈਟ ਤੋਂ, ਆਪਣੇ ਕੰਪਿਊਟਰ 'ਚੋਂ ਅਸੀਂ ਝਟਪਟ ਗੁਰੂ ਗ੍ਰੰਥ ਸਾਹਿਬ ਨੂੰ, ਬਾਣੀ ਨੂੰ ਕੱਢ ਲੈਂਦੇ ਹਾਂ, ਪੜ੍ਹ ਲੈਂਦੇ ਹਾਂ ਅਤੇ ਆਪਣੀ ਜ਼ਿੰਦਗੀ ਜਿੰਨੀ ਲਾਗੂ ਕਰਨੀ ਚਾਹੀਏ ਉਹ ਲਾਗੂ ਕਰ ਸਕਦੇ ਹਾਂ। ਇਹ ਪੁਜਾਰੀ ਦੇ ਹੱਥ 'ਚੋਂ ਸਾਰਾ ਕੁਝ ਹੌਲੀ ਹੌਲੀ ਖਿਸਕਦਾ ਜਾ ਰਿਹਾ ਹੈ। ਸਾਨੂੰ ਆਪ ਚੁਕੰਨੇ ਸੁਚੇਤ ਹੋਣ ਦੀ ਜ਼ਰੂਰਤ ਹੈ। ਪਰੰਪਰਾਵਾਂ ਦੀ ਕੋਈ ਕੀਮਤ ਨਹੀਂ, ਜਿਹੜੀ ਕੀਮਤ ਹੈ ਤਾਂ ਜੀਵਨ ਜਾਚ ਦੀ ਹੈ, ਸਿੱਖ ਵੇ ਆਫ ਲਾਈਫ ਦੀ ਹੈ। ਸਵਾਲ ਨੰਬਰ 214 ਬੀਬੀ ਬਲਜੀਤ ਕੌਰ ਮੋਹਾਲੀ ਤੋਂ। ਇਹਨਾਂ ਦਾ ਸਵਾਲ ਹੈ, ਗੋਬਿੰਦਵਾਲ ਵਿਖੇ 84 ਪੌੜੀਆਂ ਹਨ ਅਤੇ 84 ਵਾਰੀ ਇਸ਼ਨਾਨ ਕਰਨ ਦਾ ਉੱਥੇ ਲਿਖਿਆ ਹੋਇਆ ਹੈ, ਪਰੰਪਰਾ ਬਣੀ ਹੋਈ ਹੈ, ਅਤੇ ਕੀ ਇਸ ਤਰ੍ਹਾਂ 84 ਕੱਟੀ ਜਾਂਦੀ ਹੈ ਜਿਵੇਂ ਕਿ ਉੱਥੇ ਲਿਖਿਆ ਹੋਇਆ ਹੈ? ਸਾਡੀ ਬਦਕਿਸਮਤੀ ਸਮਝ ਲਓ ਕਿ ਜਿਹੜੀਆਂ ਸਾਡੀਆਂ ਮੁੱਖ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਟਕਸਾਲ ਵਾਲੇ, ਇਹਨਾਂ ਨੇ ਆਪਣੇ ਆਪ ਨੂੰ ਪੰਥ ਦੇ ਮੁਖੀ ਗਰਦਾਨਿਆ ਹੋਇਆ, ਕਾਬਜ ਹੋਏ ਨੇ ਬਹੁਤੇ ਗੁਰਦੁਆਰਿਆਂ 'ਤੇ, ਪਰ ਇਹਨਾਂ ਨੇ ਵੀ ਸਾਨੂੰ ਬ੍ਰਾਹਮਣੀ ਮੱਕੜ ਜਾਲ ਦੇ ਵਿੱਚ ਬੁਰੀ ਤਰ੍ਹਾਂ ਫਸਾਇਆ ਹੋਇਆ। ਜੋ ਗੁਰੂ ਸਾਹਿਬ ਸਾਨੂੰ ਇਹਨਾਂ 84 ਦੇ ਗੇੜਾਂ 'ਚੋਂ ਕੱਢਦੇ ਸੀ, ਬਲਕਿ ਗੁਰੂ ਸਾਹਿਬ ਨੇ 84 ਲੱਖ ਦੇ ਗੇੜ ਨੂੰ ਮੰਨਿਆ ਹੀ ਨਹੀਂ ਹੈ, ਨਰਕ ਸੁਰਗ ਨੂੰ ਸਵੀਕਾਰ ਹੀ ਨਹੀਂ ਕੀਤਾ, ਧਰਮ ਰਾਜ ਜਮ ਰਾਜ ਨੂੰ ਮੰਨਿਆ ਹੀ ਨਹੀਂ ਹੈ। ਮੌਤ ਤੋਂ ਬਾਅਦ ਅਤੇ ਜਨਮ ਤੋਂ ਪਹਿਲਾਂ ਦੀਆਂ ਜਿਹੜੀਆਂ ਮਨ ਘੜਤ ਧਾਰਨਾਵਾਂ ਲੋਕਾਂ ਦੇ ਮਨਾਂ 'ਚ ਇਹਨਾਂ ਪੁਜਾਰੀਆਂ ਨੇ ਬਿਠਾਈਆਂ ਹੋਈਆਂ ਨੇ, ਗੁਰੂ ਸਾਹਿਬ ਨੇ ਉਹਨਾਂ ਨੂੰ ਮੁੱਢੋਂ ਹੀ ਰੱਦ ਕੀਤਾ ਹੈ। ਅਤੇ ਪਰ ਇਹਨਾਂ ਨੇ ਫਿਰ ਵੀ ਗੁਰਦੁਆਰਿਆਂ ਦੇ ਵਿੱਚ ਹੀ, ਇਉਂ ਕਹਿ ਲਈਏ ਕਿ ਸਾਡੀ ਹਿੱਕ 'ਤੇ ਮੂੰਗ ਦਲਣ ਵਾਲੀ ਗੱਲ ਇਹਨਾਂ ਨੇ ਬਣਾਈ ਹੈ। ਗੁਰਦੁਆਰਿਆਂ ਦੇ ਅੰਦਰ ਹੀ ਇਹਨਾਂ ਨੇ ਅਜਿਹੀਆਂ ਘਿਨਾਉਣੀਆਂ ਹਰਕਤਾਂ ਕੀਤੀਆਂ ਹੋਈਆਂ ਨੇ ਕਿ ਗੋਇੰਦਵਾਲ ਸਾਹਿਬ ਵਿਖੇ ਪਹਿਲਾਂ ਤਾਂ 84 ਪੌੜੀਆਂ ਉੱਥੇ ਬਣਾ ਦਿੱਤੀਆਂ ਗਈਆਂ, ਉਹਨਾਂ ਨੂੰ ਹੋਰ ਸੁੰਦਰ ਬਣਾ ਦਿੱਤਾ ਗਿਆ, ਅਤੇ ਨਾਲ ਇਹ ਵੀ ਲਿਖ ਦਿੱਤਾ ਗਿਆ ਕਿ ਇੱਥੇ 84 ਵਾਰੀ ਜਪਜੀ ਸਾਹਿਬ ਦਾ ਇਸ਼ਨਾਨ ਕਰਕੇ ਪਾਠ ਕਰਨ ਨਾਲ, ਭਾਵ ਕਿ ਇੱਕ ਵਾਰੀ ਪਹਿਲਾਂ ਇਸ਼ਨਾਨ ਕਰੋ ਅਤੇ ਫਿਰ ਇੱਕ ਪੌੜੀ 'ਤੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰੋ, ਫਿਰ ਦੁਬਾਰਾ ਇਸ਼ਨਾਨ ਕਰੋ ਅਤੇ ਫਿਰ ਅਗਲੀ ਪੌੜੀ 'ਤੇ ਬੈਠ ਕੇ ਜਪਜੀ ਸਾਹਿਬ ਦਾ ਫਿਰ ਪਾਠ ਕਰੋ। ਇਸ ਤਰ੍ਹਾਂ 84 ਵਾਰੀ ਪਾਠ ਕਰਨ ਦੇ ਨਾਲ, 84 ਵਾਰੀ ਇਸ਼ਨਾਨ ਕਰਨ ਦੇ ਨਾਲ ਤਾਂ ਤੁਹਾਡੀ 84 ਕੱਟੀ ਜਾਵੇਗੀ। ਫਿਰ ਸਵਾਲ ਪੈਦਾ ਹੁੰਦਾ ਹੈ, ਇਹ 84 ਵਾਰੀ ਇਸ਼ਨਾਨ ਕਰਨ ਦੇ ਨਾਲ
84 ਲੱਖ ਜੂਨਾਂ ਕਿਵੇਂ ਕੱਟੀਆਂ ਗਈਆਂ? ਫਿਰ 84 ਲੱਖ ਵਾਰੀ ਹੀ ਇਸ਼ਨਾਨ ਕਰਿਆ ਕਰੋ ਉੱਥੇ, ਇੱਕ ਜੂਨ ਨਾਲ, ਇੱਕ ਜੂਨ ਕੱਟਣ ਵਾਸਤੇ, ਅਤੇ ਇੱਕ ਇਸ਼ਨਾਨ ਤਾਂ ਜ਼ਰੂਰੀ ਚਾਹੀਦਾ। ਪਰ ਇਹ ਲੋਕ ਇਸ ਤਰ੍ਹਾਂ ਮੰਨਣ ਨੂੰ ਤਿਆਰ ਨਹੀਂ ਹੈਗੇ, ਕਿਉਂਕਿ ਸਾਡੇ ਮੁਖੀ ਜਥੇਬੰਦੀਆਂ ਹੀ ਜਦੋਂ ਇਹਨਾਂ ਭਰਮਾਂ ਪਖੰਡਾਂ 'ਚ ਸਾਨੂੰ ਪਾਈ ਜਾਂਦੀਆਂ ਨੇ, ਫਿਰ ਸਾਨੂੰ ਕੱਢਣਾ ਕਿਹਨੇ ਹੈ? ਇਹ ਤਾਂ ਸਿੱਖ ਆਪ ਖੁਦ ਗਿਆਨਵਾਨ ਬਣ ਕੇ ਗੁਰਬਾਣੀ ਦੀ ਸਟੱਡੀ ਕਰਕੇ ਫਿਰ ਤਾਂ ਭਾਵੇਂ ਇਹਨਾਂ ਪਖੰਡਾਂ ਤੋਂ ਬਚ ਜਾਣ, ਨਹੀਂ ਤਾਂ ਨਹੀਂ ਬਚ ਸਕਣਗੇ। ਇਸੇ ਥਾਂ 'ਤੇ ਗੋਇੰਦਵਾਲ ਵਿਖੇ ਗੁਰੂ ਅਮਰਦਾਸ ਜੀ ਬਾਰੇ ਇਸ ਤਰ੍ਹਾਂ ਪ੍ਰਚਲਿਤ ਕੀਤਾ ਗਿਆ ਹੈ ਕਿ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਭਗਤੀ ਤਪੱਸਿਆ ਕਰਦੇ ਕਰਦੇ ਥੱਕ ਜਾਂਦੇ ਸਨ, ਖੜ੍ਹੇ ਖੜ੍ਹੇ ਤਪੱਸਿਆ ਕਰਦੇ ਸਨ, ਜਦੋਂ ਥੱਕ ਜਾਂਦੇ ਸੀ ਤਾਂ ਉਹਨਾਂ ਨੇ ਇੱਕ ਕਿੱਲੀ ਗੱਡੀ ਹੋਈ ਸੀ ਉੱਥੇ ਕੰਧ ਦੇ ਵਿੱਚ। ਪਹਿਲਾਂ ਕਹਿੰਦੇ ਕਿੱਲੀ ਨੂੰ ਫੜ ਕੇ ਖਲੋ ਜਾਂਦੇ ਸੀ ਅਤੇ ਰੱਬ ਦਾ ਸਿਮਰਨ ਕਰਦੇ ਰਹਿੰਦੇ ਸੀ, ਅਤੇ ਜਦੋਂ ਹੱਥ ਵੀ ਥੱਕ ਜਾਂਦੇ ਸੀ ਆਪਣੇ ਸਿਰ ਦੇ ਵਾਲ ਉਸ ਕਿੱਲੀ ਨਾਲ ਬੰਨ੍ਹ ਲੈਂਦੇ ਸੀ ਅਤੇ ਫਿਰ ਸਿਮਰਨ ਕਰਨ ਲੱਗ ਪੈਂਦੇ ਸੀ। ਇੱਕ ਦਿਨ ਕੀ ਹੋਇਆ ਅਤੇ ਗੁਰੂ ਸਾਹਿਬ ਨੂੰ ਬਹੁਤਾ ਥਕੇਵਾਂ ਹੋ ਗਿਆ, ਨੀਂਦ ਆ ਗਈ ਅਤੇ ਭਾਰ ਵਾਲਾਂ 'ਤੇ ਜ਼ਿਆਦਾ ਪੈ ਗਿਆ, ਸਿਰ ਦੇ ਵਾਲ ਪੁੱਟੇ ਗਏ ਅਤੇ ਗੁਰੂ ਸਾਹਿਬ ਜ਼ਮੀਨ 'ਤੇ ਬੈਠ ਗਏ, ਜਾਂ ਇਹਨਾਂ ਦੇ ਕਹਿਣ ਦੇ ਮੁਤਾਬਕ ਡਿੱਗ ਪਏ, ਕਿਉਂਕਿ ਇਹ ਤਾਂ ਜਦੋਂ ਬੰਦਾ ਬੇਹੋਸ਼ੀ ਦੀ ਹਾਲਤ 'ਚ ਹੁੰਦਾ ਫਿਰ ਤਾਂ ਡਿੱਗਦਾ ਹੀ ਹੁੰਦਾ। ਤਾਂ ਉਹ ਜਿਹੜੇ ਵਾਲ ਨੇ, ਸ਼੍ਰੋਮਣੀ ਕਮੇਟੀ ਨੇ, ਲਾਹਨਤ ਹੈ ਇਹਨਾਂ ਲੋਕਾਂ 'ਤੇ, ਅੱਜ ਤੱਕ ਸ਼ੀਸ਼ੇ ਦੇ ਵਿੱਚ ਸਾਂਭ ਕੇ ਰੱਖੇ ਹੋਏ ਹੈ। ਇਹਨਾਂ ਦਾ ਕਹਿਣਾ ਹੈ ਕਿ ਇਹ ਗੁਰੂ ਅਮਰਦਾਸ ਸਾਹਿਬ ਦੇ ਉਹ ਸਿਰ ਦੇ ਵਾਲ ਨੇ ਜਿਹੜੇ ਕਿ ਭਗਤੀ ਕਰਨ ਦੇ ਸਮੇਂ ਕਿੱਲੀ ਦੇ ਵਿੱਚ ਫਸਾਏ ਹੋਏ ਸੀ ਅਤੇ ਉਦੋਂ ਪੁੱਟੇ ਗਏ ਸੀ, ਉਦੋਂ ਇਹ ਵਾਲ ਅਸੀਂ ਸਾਂਭ ਕੇ ਰੱਖੇ ਹੋਏ ਸੀ ਅਤੇ ਅੱਗੇ ਤੋਂ ਅੱਗੇ ਅਸੀਂ ਅੱਜ ਤੱਕ ਸੰਗਤਾਂ ਨੂੰ ਵਿਖਾਉਂਦੇ ਆ ਰਹੇ ਹਾਂ। ਇਦੋਂ ਵੱਧ ਡੁੱਬ ਮਰਨ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ? ਜਿਹੜਾ ਗੁਰੂ ਇਹ ਕਹਿ ਰਿਹਾ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾਂ ਕਹਿ ਹਿਰਦੈ ਭਉ ਹੈ ਦੂਜਾ। ਇੱਥੇ ਤਾਂ ਗੁਰੂ ਸਾਹਿਬ ਨੇ ਇਹਨਾਂ ਜਪਾਂ ਤਪਾਂ ਨੂੰ ਰੱਦ ਕੀਤਾ ਹੈ। ਜਿਹੜੇ ਸਾਧ ਜੋਗੀ ਜੰਗਲਾਂ 'ਚ ਭਟਕਦੇ ਸੀ, ਆਪਣੇ ਸਮਾਂ ਬਰਬਾਦ ਕਰਦੇ ਸੀ, ਅੰਗਾਂ ਨੂੰ ਸੁਕਾ ਲੈਂਦੇ ਸੀ ਅਤੇ ਪਰਿਵਾਰਾਂ ਤੋਂ ਭਗੌੜੇ ਹੋ ਜਾਂਦੇ ਸੀ, ਦੇਸ਼ ਗੁਲਾਮ ਹੋ ਗਿਆ, ਆਪਣੀਆਂ ਜ਼ਿੰਮੇਵਾਰੀਆਂ ਨਹੀਂ ਸੀ ਨਿਭਾਉਂਦੇ, ਜੰਗਲਾਂ 'ਚ ਰੁਲ ਕੇ ਤਾਂ ਮਰ ਜਾਂਦੇ ਸੀ, ਪਰ ਦੁਸ਼ਮਣ ਦੇ ਨਾਲ ਹਿੱਕ ਡਾਹ ਕੇ ਟੱਕਰ ਲੈਣ ਨੂੰ ਤਿਆਰ ਨਹੀਂ ਸੀ। ਉਹਨਾਂ ਦੀਆਂ ਨੂੰਹਾਂ ਧੀਆਂ ਮਾਵਾਂ ਭੈਣਾਂ ਉਹ ਜ਼ਾਲਮ ਆਉਂਦੇ ਸੀ ਵਿਦੇਸ਼ਾਂ 'ਚੋਂ, ਜਬਰੀ ਉਧਾਲ ਕੇ ਲੈ ਜਾਂਦੇ ਸੀ, ਪਰ ਉਹ ਨਾ ਸਮਝ ਲੋਕ, ਮੂਰਖ ਲੋਕ ਜੰਗਲਾਂ 'ਚ ਭਗਤੀ ਕਰਕੇ ਅਗਲਾ ਜਨਮ ਸੰਵਾਰਨ ਦਾ ਖੇਖਣ ਕਰ ਰਹੇ ਸੀ, ਪਰ ਇਸ ਜਨਮ ਦੇ ਵਿੱਚ ਕੋਈ ਵੀ ਕੰਮ ਨਹੀਂ ਸੀ ਕਰਦੇ। ਜਿਸ ਗੁਰੂ ਸਾਹਿਬਾਨ ਨੇ ਬੇਅੰਤ ਮਿਹਨਤਾਂ ਕਰਕੇ ਉਹਨਾਂ ਯੋਗੀਆਂ ਪਖੰਡੀਆਂ ਨੂੰ ਵੀ ਸਿੱਧੇ ਰਾਹ ਪਾਉਣ ਦਾ ਉਪਰਾਲਾ ਕੀਤਾ, ਉਸੇ ਗੁਰੂ ਨੂੰ ਕਿੱਲੀਆਂ ਪਕੜ ਕੇ, ਬਾਲ ਬੰਨ੍ਹ ਕੇ, ਭਗਤੀ ਤਪੱਸਿਆ ਕਰਵਾ ਕੇ ਕੁਰਾਹੇ ਪਾ ਦਿੱਤਾ ਇਹਨਾਂ ਪੁਜਾਰੀ ਤਬਕਿਆਂ ਨੇ, ਸ਼੍ਰੋਮਣੀ ਕਮੇਟੀ ਦੇ ਆਪਣੇ ਗੁਰਦੁਆਰੇ ਵਾਲਿਆਂ ਨੇ। ਇਸੇ ਤਰ੍ਹਾਂ ਟਕਸਾਲ ਵਾਲਿਆਂ ਨੇ ਇਹ 84 ਲੱਖ ਜੂਨਾਂ ਦਾ ਬਹੁਤ ਪ੍ਰਚਾਰ ਕੀਤਾ ਹੈ। ਇਹਨਾਂ ਨੇ ਆਪਣੀਆਂ ਕਿਤਾਬਾਂ ਵਿੱਚ ਵੀ ਲਿਖਿਆ ਹੋਇਆ ਕਿ ਉੱਥੇ ਬੈਠ ਕੇ ਜੇ ਤੁਸੀਂ ਇਸ ਤਰ੍ਹਾਂ 84 ਵਾਰੀ ਇਸ਼ਨਾਨ ਕਰੋਗੇ ਤਾਂ ਤੁਹਾਡੀ 84 ਜ਼ਰੂਰ ਕੱਟੀ ਜਾਵੇਗੀ, ਅਤੇ ਗੁਰਬਾਣੀ ਪੜ੍ਹਨ ਦਾ ਅਤੇ ਰੱਖਣ ਦਾ ਤਾਂ ਫਿਰ ਫਾਇਦਾ ਹੀ ਕੋਈ ਨਹੀਂ। ਇਹਦੇ ਕਾਹਨੂੰ ਪਾਠ ਕਰਦੇ ਹੋ, ਕਾਹਨੂੰ ਇਹਦੇ ਜਾਪ ਕਰਦੇ ਹੋ? ਪੌੜੀਆਂ 'ਤੇ ਬੈਠੋ ਅਤੇ ਆਪਣੀਆਂ 84 ਕੱਟੋ, ਅਤੇ ਦੇਸ਼ ਭਾਵੇਂ ਭਵੇ ਢੱਠੇ ਖੂਹ ਦੇ ਵਿੱਚ, ਸਿੱਖਾਂ ਦਾ ਭਾਵੇਂ ਜੋ ਕੁਝ ਮਰਜ਼ੀ ਨੁਕਸਾਨ ਹੁੰਦਾ ਰਹੇ, ਤੁਹਾਨੂੰ ਕੋਈ ਮਤਲਬ ਨਹੀਂ। ਤੁਸੀਂ ਤਾਂ ਕੇਵਲ ਸਿੱਖਾਂ ਨੂੰ ਮੂਰਖ ਬਣਾ ਕੇ ਲੁੱਟ ਕੇ ਖਾਣਾ ਹੈ। ਅਤੇ ਇਸੇ ਤਰ੍ਹਾਂ ਕਿਤੇ ਬੇਰੀ ਦੀ ਪੂਜਾ, ਕਿਤੇ ਕੋਈ ਹੋਰ ਚੀਜ਼ਾਂ ਦੀ, ਟਾਹਲੀ ਦੀ ਪੂਜਾ, ਕਿੱਕਰ ਦੀ ਪੂਜਾ, ਕਿੰਨਾ ਕੁਝ ਸਾਡੇ ਮੱਥੇ ਮੜ੍ਹ ਦਿੱਤਾ ਗਿਆ, ਪਰ ਗੁਰਬਾਣੀ ਨੂੰ ਸਮਝਣ ਦੀ, ਸਮਝਾਉਣ ਦੀ ਕੋਈ ਗੱਲ ਹੀ ਕਿਤੇ ਨਹੀਂ ਕੀਤੀ ਜਾ ਰਹੀ। ਗੁਰਬਾਣੀ ਹੈ ਗਿਆਨ, ਗੁਰਬਾਣੀ ਹੈ ਅਕਲ, ਗੁਰਬਾਣੀ ਹੈ ਸਾਨੂੰ ਸਿੱਧਾ ਰਾਹ ਦੱਸਣ ਵਾਲੀ, ਗੁਰਬਾਣੀ ਹੈ ਸਾਨੂੰ ਬਹਾਦਰ ਬਣਾਉਣ ਵਾਲੀ, ਗੁਰਬਾਣੀ ਹੈ ਸਾਨੂੰ ਵਿਕਾਰਾਂ ਤੋਂ ਬਚਾਉਣ ਵਾਲੀ। ਉਹ ਗੱਲਾਂ ਭੁਲਾ ਦਿੱਤੀਆਂ, 84 ਲੱਖ ਦੇ ਘੁੰਮਣ ਘੇਰ ਵਿੱਚ ਪਾ ਕੇ ਸਿੱਖਾਂ ਦਾ ਨਾਸ ਮਾਰ ਦਿੱਤਾ, ਅਕਲ ਦਾ ਜਨਾਜ਼ਾ ਕੱਢ ਦਿੱਤਾ। ਜੇ ਅੱਜ ਵੀ ਅਸੀਂ ਸਿਆਣੇ ਨਾ ਬਣੇ ਤਾਂ ਇਹਨਾਂ ਲੋਕਾਂ ਨੇ ਸਾਨੂੰ ਮੂਰਖ ਵੀ ਬਣਾਈ ਜਾਣਾ ਅਤੇ ਸਾਨੂੰ ਲੁੱਟ ਕੇ ਵੀ ਖਾਈ ਜਾਣਾ, ਅਤੇ ਦੁਨੀਆ ਨੇ ਸਾਡੇ 'ਤੇ ਹੱਸਿਆ ਕਰਨਾ ਕਿ ਇਹ ਲੋਕ ਜਿਹੜੇ ਆਪਣੇ ਗੁਰੂ ਨੂੰ ਵਿਗਿਆਨਕ ਧਰਮ ਦਾ ਮੁਖੀ ਕਹਿੰਦੇ ਨੇ, ਵਿਗਿਆਨਕ ਅਨੁਸਾਰ ਆਪਣੇ ਧਰਮ ਬਾਰੇ ਦੱਸਦੇ ਨੇ ਵੀ ਸਾਡਾ ਧਰਮ ਤਾਂ ਵਿਗਿਆਨ 'ਤੇ ਆਧਾਰਿਤ ਹੈ, ਅੱਜ ਉਹ ਦਰਿਆਵਾਂ ਦੇ ਵਿੱਚ ਚੁੱਭੀਆਂ ਲਾ ਕੇ, ਪੌੜੀਆਂ 'ਤੇ ਬੈਠ ਕੇ, ਜਪਜੀ ਸਾਹਿਬ ਦਾ ਪਾਠ ਕਰਕੇ 84 ਲੱਖ ਜੂਨਾਂ ਕੱਟਣ ਦਾ ਦਾਅਵਾ ਕਰਦੇ ਨੇ। ਇਹਨਾਂ ਵਰਗਾ ਮੂਰਖ ਹੋਰ ਕੌਣ ਹੋਵੇਗਾ? ਸਾਨੂੰ ਗੁਰਦੁਆਰਿਆਂ ਦੇ ਅੰਦਰ ਹੀ ਮੂਰਖ ਬਣਾਇਆ ਜਾ ਰਿਹਾ ਹੈ, ਜਾਂ ਇਹ ਕਹਿ ਲਈਏ ਮੂਰਖ ਬਣਾ ਦਿੱਤੇ ਗਏ ਆ। ਜਿਹੜੇ ਇਹਨਾਂ ਥਾਵਾਂ 'ਤੇ ਬੈਠ ਕੇ ਇਸ ਤਰ੍ਹਾਂ ਦੇ ਪਖੰਡ ਕਰਦੇ ਨੇ, ਪਾਠ ਕਰਦੇ ਨੇ, ਉਹ ਮੂਰਖ ਹੀ ਹੋ ਸਕਦੇ ਨੇ। ਅੱਜ ਤੱਕ ਇਹਨਾਂ ਪੌੜੀਆਂ 'ਤੇ ਬੈਠ ਕੇ ਪਾਠ ਕਰਨ ਵਾਲਾ ਕੋਈ ਅਫਸਰ ਨਹੀਂ ਬਣਿਆ, ਕੋਈ ਜੱਜ ਨਹੀਂ ਬਣਿਆ, ਕੋਈ ਵਕੀਲ ਨਹੀਂ ਬਣਿਆ, ਕੋਈ ਵਪਾਰੀ ਨਹੀਂ ਬਣਿਆ,
कोई चंगी नौकरी ते नहीं लग सकिया, कोई चंगा विद्वान नहीं बनिया, परोपकारी नहीं बनिया, बहादुर नहीं बनिया, केवल ते केवल मूर्ख बनिया है। बचो, अपने आप ਨੂੰ बचाओ। ਇਹਨਾਂ ਦੀਆਂ ਜਿਹੜੀ ਅਮਰਬੇਲ, ਮੂਰਖਤਾ ਦੀ ਅਮਰਬੇਲ, ਕਰਮਕਾਂਡ ਦੀ ਅਮਰਬੇਲ ਜਿਹੜੀ ਸਾਡੇ ਤੇ ਇਹਨਾਂ ਨੇ ਚੜ੍ਹਾ ਦਿੱਤੀ ਹੈ, ਦਿਮਾਗ ਸਾਡਾ ਇਹਨਾਂ ਨੇ ਰੋਕ ਦਿੱਤਾ ਹੈ, ਕੰਮ ਕਰਨੋਂ ਹਟ ਗਏ ਹੈ। ਸੰਭਲੋ, ਤਕੜੇ ਹੋਵੋ, ਸਿਆਣੇ ਹੋਵੋ, ਇਹਨਾਂ ਭਰਮ ਜਾਲਾਂ 'ਚੋਂ ਨਿਕਲ ਜਾਓ। ਸਵਾਲ ਨੰਬਰ 215 ਭਾਈ ਅਜੀਤ ਸਿੰਘ ਜੀ ਬੰਗਲੌਰ ਤੋਂ। ਇਹਨਾਂ ਦਾ ਸਵਾਲ ਹੈ ਕਿ ਕਲਯੁੱਗ ਅਤੇ ਸਤਯੁੱਗ ਆਦਿਕ ਯੁੱਗ ਹੁੰਦੇ ਨੇ। ਕੀ ਗੁਰੂ ਨਾਨਕ ਸਾਹਿਬ ਕਲਯੁੱਗ ਵਿੱਚ ਆਏ ਸੀ? ਜ਼ਰਾ ਧਿਆਨ ਦੇਣ ਦੀ ਲੋੜ ਹੈ। ਜਦੋਂ ਆਪਾਂ ਵਰਲਡ ਲੈਵਲ ਦਾ ਸਾਹਿਤ ਪੜ੍ਹੀਏ, ਧਰਮ ਨਾਲ ਸੰਬੰਧਿਤ ਕਿਤਾਬਾਂ ਪੜ੍ਹੀਏ, ਤਾਂ ਦੁਨੀਆ ਦੇ ਕਿਸੇ ਵੀ ਹੋਰ ਧਰਮ ਦੇ ਵਿੱਚ ਕਲਯੁੱਗ ਦੀ, ਸਤਯੁੱਗ ਦੀ, ਤ੍ਰੇਤੇ ਦੀ, ਦੁਆਪਰ ਦੀ ਕਿਤੇ ਵੀ ਕੋਈ ਨਾਮੋ ਨਿਸ਼ਾਨ ਨਹੀਂ ਲੱਭਦਾ। ਇਹ ਕੇਵਲ ਬ੍ਰਾਹਮਣੀ ਗ੍ਰੰਥਾਂ ਦੇ ਵਿੱਚ ਲਿਖਿਆ ਮਿਲਦਾ ਹੈ। ਇਹਨਾਂ ਨੇ ਆਪਣੀ ਸਮਝ ਦੇ ਮੁਤਾਬਕ ਇਹ ਜਿਹੇ ਨਾਮ ਘੜ ਲਏ ਅਤੇ ਲੱਖਾਂ ਹੀ ਸਾਲ ਇਹਨਾਂ ਦੀ ਉਮਰ ਮਿੱਥ ਦਿੱਤੀ ਗਈ। ਕਿਸੇ ਦੀ 7 ਲੱਖ ਸਾਲ, ਕਿਸੇ ਦੀ 3 ਲੱਖ ਸਾਲ, ਕਿਸੇ ਦੀ 10 ਲੱਖ ਸਾਲ। ਟੋਟਲ ਚਾਰੇ ਯੁੱਗਾਂ ਦੀ ਉਮਰ ਇਹਨਾਂ ਨੇ ਕਰੀਬ ਕਰੀਬ 43 ਲੱਖ ਸਾਲ ਬਣਾਈ ਹੋਈ ਹੈ, ਜਿਹੜੀ ਕਿ ਕਿਸੇ ਵੀ ਤਰੀਕੇ ਜਾਇਜ਼ ਨਹੀਂ ਹੈ, ਕੇਵਲ ਮਿੱਥ ਹੈ। ਅਤੇ ਉਦੋਂ ਇਹਨਾਂ ਗੱਲਾਂ ਦੀ ਸਮਝਣ ਦੀ, ਜਾਣਨ ਦੀ ਅਕਲ ਇੰਨੀ ਇਨਸਾਨ ਕੋਲ ਹੈ ਹੀ ਨਹੀਂ ਸੀ ਜਦੋਂ ਦੀਆਂ ਇਹ ਗੱਲਾਂ ਮਨ ਘੜੰਤ ਲਿਖੀਆਂ ਗਈਆਂ ਨੇ। ਇਸਲਾਮ ਦੇ ਵਿੱਚ ਇਹਨਾਂ ਯੁੱਗਾਂ ਦਾ ਕੋਈ ਜ਼ਿਕਰ ਨਹੀਂ ਮਿਲਦਾ। ਈਸਾਈ ਧਰਮ ਦੇ ਵਿੱਚ ਯੁੱਗਾਂ ਦਾ ਜ਼ਿਕਰ ਨਹੀਂ ਹੈ। ਯਹੂਦੀ ਇਹਨੂੰ ਨਹੀਂ ਮੰਨਦੇ, ਬੁੱਧ ਅਤੇ ਜੈਨੀ ਇਹਨੂੰ ਨਹੀਂ ਮੰਨਦੇ, ਅਤੇ ਗੁਰੂ ਨਾਨਕ ਨੇ ਇਹਨਾਂ ਨੂੰ ਮੁਕੰਮਲ ਤੌਰ 'ਤੇ ਰੱਦ ਕੀਤਾ ਹੋਇਆ ਹੈ। ਪਰ ਸਾਡਾ ਸਮਾਜ ਕਿਉਂਕਿ ਇਸ ਭਾਰਤੀ ਖਿੱਤੇ ਦੇ ਵਿੱਚ ਜਨਮਿਆ, ਇੱਥੇ ਬ੍ਰਾਹਮਣੀ ਕਲਚਰ ਬਹੁਤ ਲੰਮੇ ਸਮੇਂ ਤੋਂ ਲੋਕਾਂ ਦੇ ਦਿਮਾਗਾਂ ਵਿੱਚ ਬਿਠਾ ਦਿੱਤਾ ਗਿਆ ਹੈ, ਅਤੇ ਸਾਡੀ ਬੋਲ ਚਾਲ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਦਾਖਲ ਹੋ ਚੁੱਕੀਆਂ ਨੇ। ਜਦੋਂ ਉਹਨਾਂ ਦੀ ਅਸੀਂ ਬੋਲ ਚਾਲ ਦੇ ਵਿੱਚ ਵਰਤੋਂ ਕਰਦੇ ਹਾਂ, ਸਾਨੂੰ ਲੱਗਣ ਲੱਗ ਪੈਂਦਾ ਸ਼ਾਇਦ ਕਦੇ ਇਹ ਚੀਜ਼ਾਂ ਹੋਈਆਂ ਹੋਣਗੀਆਂ। ਹੁਣ ਆਪਾਂ ਰੋਜ਼ਾਨਾ ਆਪਣੀ ਬੋਲ ਚਾਲ ਦੇ ਵਿੱਚ ਅੱਗੇ ਵਰਤ ਲੈਂਦੇ ਸੀ ਕਿ ਕੋਕੋ ਆ ਗਈ। ਕੋਕੋ ਕਿੱਥੇ ਹੈ? ਕੀ ਹੁੰਦੀ ਹੈ ਕੋਕੋ? ਬੱਚਿਆਂ ਵਾਸਤੇ ਕੋਕੋ ਸ਼ਬਦ ਵਰਤ ਲਿਆ ਜਾਂਦਾ ਸੀ, ਪਰ ਕੋਕੋ ਨਾਮ ਦੀ ਕੋਈ ਚੀਜ਼ ਨਹੀਂ ਹੈ। ਇਸੇ ਤਰ੍ਹਾਂ ਭੂਤ ਆ ਗਿਆ, ਭੂਤ ਚਲਾ ਗਿਆ, ਦੈਂਤ ਆ ਗਿਆ, ਦਿਓ ਆ ਗਿਆ। ਇਹ ਚੀਜ਼ਾਂ ਨੇ ਜਿਹੜੀਆਂ ਕੇਵਲ ਕੁਝ ਸੰਕੇਤਕ ਚੀਜ਼ਾਂ ਨੂੰ ਪ੍ਰਗਟ ਕਰਨ ਦੇ, ਜਾਂ ਡਰ ਪੈਦਾ ਕਰਨ ਦੇ, ਜਾਂ ਫਿਰ ਉਹਨਾਂ ਨੂੰ ਕੋਈ ਲਾਲਚ ਦੇਣ ਵਾਸਤੇ ਅਜਿਹੀਆਂ ਚੀਜ਼ਾਂ ਦੀ ਘਾੜਤ ਬੱਚਿਆਂ ਵਾਸਤੇ, ਅਗਿਆਨੀਆਂ ਵਾਸਤੇ ਹੁੰਦੀ ਸੀ। ਜਿਵੇਂ ਜਿਵੇਂ ਮਾਨਸਿਕ ਵਿਕਾਸ ਸਾਡਾ ਹੋਇਆ, ਬਹੁਤ ਸਾਰੀਆਂ ਚੀਜ਼ਾਂ ਜਿਹੜੇ ਲੋਕ ਸਟੱਡੀ ਕਰਦੇ ਨੇ ਉਹਨਾਂ ਦੇ ਦਿਮਾਗ 'ਚੋਂ ਨਿਕਲ ਗਈਆਂ ਨੇ। ਪਰ ਅਜੇ ਵੀ ਬਹੁਤ ਕੁਝ ਕੂੜਾ ਕਚਰਾ ਲੋਕਾਂ ਦੇ ਦਿਮਾਗਾਂ 'ਚ ਫਸਿਆ ਹੋਇਆ, ਕਿਉਂਕਿ ਪੁਜਾਰੀ ਤਬਕਾ ਉਹਨਾਂ ਦੇ ਉੱਤੇ ਹਾਵੀ ਹੈ, ਅਤੇ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਲੋਕਾਂ ਨੂੰ ਗਿਆਨ ਆਵੇ। ਜੇ ਲੋਕਾਂ ਨੂੰ ਅਕਲ ਆ ਗਈ ਤਾਂ ਰਾਜ ਪਲਟੇ ਵੀ ਹੋ ਸਕਦੇ ਨੇ, ਲੋਕ ਆਪਣੇ ਹੱਕ ਮੰਗਣ ਵਾਸਤੇ ਖੜ੍ਹੇ ਵੀ ਹੋ ਸਕਦੇ ਨੇ। ਇਹਨਾਂ ਨੂੰ ਪੁਜਾਰੀ ਤਬਕੇ ਦੇ ਪਿੱਛੇ ਲਾਈ ਰੱਖੋ, ਪੁਜਾਰੀ ਇਹਨਾਂ ਨੂੰ ਮਾਨਸਿਕ ਤੌਰ 'ਤੇ ਕਮਜ਼ੋਰ ਕਰੀ ਰੱਖੇ। ਮੂਰਤੀਆਂ, ਰੁੱਖਾਂ, ਪਸ਼ੂਆਂ, ਇਨਸਾਨਾਂ ਦੀ ਪੂਜਾ ਕਰਾਈ ਜਾਵੇ। ਜਾਦੂ ਮੰਤਰ, ਧਾਗੇ, ਤਵੀਤ ਅਤੇ ਸਤਯੁੱਗ, ਕਲਯੁੱਗ, ਨਰਕ, ਸੁਰਗ, ਭੂਤ, ਪ੍ਰੇਤ ਇਹਨਾਂ 'ਚ ਫਸਾਈ ਰੱਖੇ। ਦਾਨ ਪੁੰਨ ਇਹਨਾਂ ਤੋਂ ਕਰਵਾਈ ਜਾਵੇ, ਅਤੇ ਇਸ ਤਰ੍ਹਾਂ ਇਸ ਚੱਕਰ ਵਿਊਹ ਦੇ ਵਿੱਚ ਆਮ ਇਨਸਾਨ ਨੂੰ ਪੁਜਾਰੀ ਤਬਕੇ ਨੇ ਉਲਝਾ ਦਿੱਤਾ ਹੋਇਆ। ਇੱਥੇ ਭਾਈ ਗੱਲ ਇਹ ਹੈ ਕਿ ਕਲਯੁੱਗ ਜਾਂ ਸਤਯੁੱਗ, ਤ੍ਰੇਤਾ ਜਾਂ ਦੁਆਪਰ ਕਿਤੇ ਵੀ ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਬਹੁਤ ਹੀ ਕਮਾਲ ਦਾ ਵਿਗਿਆਨਕ ਢੰਗ ਸਾਡੇ ਸਾਹਮਣੇ ਰੱਖਿਆ ਹੈ। ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ ਰਾਮਕਲੀ ਰਾਗ ਦੇ ਵਿੱਚ, ਇਹ ਹੈ ਗੁਰੂ ਗ੍ਰੰਥ ਸਾਹਿਬ ਦੇ ਪੰਨਾ 902 ਤੋਂ ਸ਼ੁਰੂ ਹੁੰਦਾ ਹੈ। ਲੰਮਾ ਸ਼ਬਦ ਹੈ, ਕਦੀ ਆਪ ਪੜ੍ਹ ਕੇ ਵੇਖ ਲਿਓ। ਇਹਦੇ ਨਾਲ ਕੁਝ ਸਮਝਾਉਣ ਵਾਸਤੇ ਸਾਖੀ ਵੀ ਘੜੀ ਹੋਈ ਹੈ। ਉਹ ਇਸ ਤਰ੍ਹਾਂ ਕਿ ਜਦੋਂ ਗੁਰੂ ਨਾਨਕ ਸਾਹਿਬ ਮਥੁਰਾ ਗਏ ਤਾਂ ਉੱਥੇ ਮਰਦਾਨਾ ਜੀ ਨੇ ਅਤੇ ਗੁਰੂ ਨਾਨਕ ਸਾਹਿਬ ਨੇ ਘੁੰਮ ਫਿਰ ਕੇ ਮੰਦਰਾਂ ਦੀ ਹਾਲਤ ਵੇਖੀ, ਲੋਕਾਂ ਦੀ ਦੁਰਗਤ ਹੁੰਦੀ ਵੇਖੀ, ਪੁਜਾਰੀਆਂ ਵੱਲੋਂ ਲੁੱਟੇ ਜਾਂਦੇ ਵੇਖੇ। ਤਾਂ ਸਮਾਂ ਕੱਢ ਕੇ ਗੁਰੂ ਨਾਨਕ ਸਾਹਿਬ ਅਤੇ ਮਰਦਾਨਾ ਜੀ ਉੱਥੋਂ ਦੇ ਮੁੱਖ ਪੁਜਾਰੀ ਕੋਲ ਚਲੇ ਗਏ। ਉਹਨੂੰ ਸਵਾਲ ਕੀਤਾ ਕਿ ਇੱਥੇ ਵੱਡੇ ਧਰਮ ਸਥਾਨਾਂ ਦੇ ਵਿੱਚ ਲੋਕਾਂ ਦੀ ਲੁੱਟ ਕਿਉਂ ਹੋ ਰਹੀ ਹੈ, ਸ਼ੋਸ਼ਣ ਕਿਉਂ ਹੋ ਰਿਹਾ ਹੈ, ਔਰਤਾਂ ਨਾਲ ਮੰਦਾ ਸਲੂਕ ਕਿਉਂ ਹੋ ਰਿਹਾ ਹੈ, ਇਹ ਧਰਮ ਸਥਾਨ ਕੀ ਇਸ ਕੰਮ ਵਾਸਤੇ ਹੁੰਦੇ ਨੇ? ਤਾਂ ਪੁਜਾਰੀ ਦਾ ਜਵਾਬ ਸੀ ਕਿ ਮਹਾਰਾਜ ਇੱਥੇ ਕਲਯੁੱਗ ਆ ਗਿਆ, ਕਲਯੁੱਗ ਦੇ ਵਿੱਚ ਤਾਂ ਇਸ ਤਰ੍ਹਾਂ ਹੀ ਹੁੰਦਾ ਹੈ। ਅਤੇ ਗੁਰੂ ਨਾਨਕ ਸਾਹਿਬ ਨੇ ਜੋ ਸਵਾਲ ਜਵਾਬ ਕੀਤੇ ਉਹ ਵਾਰਤਕ ਤਾਂ ਸਾਡੇ ਕੋਲ ਅੱਜ ਨਹੀਂ ਹੈ, ਪਰ ਉਹਨਾਂ ਦਾ ਸ਼ਬਦ ਸਾਡੇ ਕੋਲ ਮੌਜੂਦ ਹੈ।
अर्थ करन वाले प्रोफैसर साहब सिंह, प्रिंसीपल तेजा सिंह ने इन्हां दे जो अर्थ कीते ने काफ़ी हद तक ठीक ने। मैं इन्हां दी सहायता दे नाल ही तुहाडे सामने संखेप रूप च कुछ हिस्से दा तुहाडे सामने शब्दां दे अर्थ करन लग्गिया। इत्थे सब तो पहलां रहो वाली पंक्ति गुरु नानक साहब उन्हां पुजारियां नूं कह रहे ने, जीवन तलब निवार। ओ भलिओ लोको, तुसीं अपणियां खाशां लोकां नूं लुੱਟ के खाना ਇਹ ਛੱਡ ਦਿਓ। ਤੁਸੀਂ ਜੀਵਨ ਦੇ ਵਿੱਚ ਸਾਦਗੀ ਲਿਆਓ। ਤੁਸੀਂ ਐਸ਼ ਪ੍ਰਸਤੀ 'ਚ ਨਾ ਪਾਓ। ਕਿੰਨੇ ਬੁਰੇ ਕੰਮ ਤੁਸੀਂ ਕਰ ਰਹੇ ਹੋ। ਧਰਮ ਸਥਾਨ 'ਚ ਬੈਠ ਕੇ ਆਪਣੀ ਜ਼ਿੰਦਗੀ 'ਚੋਂ ਇਹ ਬੁਰਾਈਆਂ ਕੱਢੋ। ਜੀਵਨ ਦੇ ਵਿੱਚ ਜਿਹੜੀਆਂ ਲਾਲਸਾਵਾਂ ਨੇ ਉਹਨਾਂ ਨੂੰ ਤਿਆਗੋ। ਪਰਉਪਕਾਰੀ ਇਨਸਾਨ ਬਣੋ। ਜੀਵਨ ਤਲਬ ਨਿਵਾਰ ਹੋਵੇ ਪਰਵਾਣਾ ਕਰੈ ਧਿੰਗਾਣਾ ਕਲ ਲਖਣ ਵਿਚਾਰ। ਉਹ ਭਾਈ ਤੁਹਾਨੂੰ ਮੁਖੀ ਬਣਾਇਆ ਸੀ। ਇਸ ਸਮੇਂ ਦੇ ਵਿੱਚ ਅੱਜ ਕੱਲ੍ਹ ਹਾਲਤ ਤੁਸੀਂ ਇਹ ਕਰ ਦਿੱਤੀ ਹੈ। ਜੇ ਤੁਸੀਂ ਆਪ ਗਲਤੀ ਕਰਦੇ ਹੋ, ਆਪਣੇ ਸਿਰ 'ਤੇ ਗਲਤੀ ਲੈਣ ਦੀ ਥਾਂ 'ਤੇ, ਮਾਫੀ ਮੰਗਣ ਦੀ ਥਾਂ 'ਤੇ, ਸੁਧਾਰ ਕਰਨ ਦੀ ਥਾਂ 'ਤੇ ਇਹ ਕਹਿ ਦਿੰਦੇ ਹੋ ਇਹ ਗਲਤੀਆਂ ਤਾਂ ਹੋ ਰਹੀਆਂ ਨੇ ਜੀ, ਸਮਾਜ ਵਿਗੜ ਗਿਆ। ਸਮਾਜ ਕਿਉਂ ਵਿਗੜ ਗਿਆ? ਕਿਉਂਕਿ ਕਲਯੁਗ ਆ ਗਿਆ। ਇਹ ਸਾਰਾ ਕੁਝ ਕਲਯੁਗ ਨੇ ਵਿਗਾੜ ਦਿੱਤਾ, ਅਸੀਂ ਥੋੜ੍ਹਾ ਗਲਤੀ ਕੀਤੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜਾ ਵੀ ਬੰਦਾ ਪ੍ਰਵਾਨ ਹੋ ਕੇ ਉੱਚੇ ਅਹੁਦੇ 'ਤੇ ਬੈਠਦਾ ਉਹੀ ਧੱਕੇਸ਼ਾਹੀ ਕਰਦਾ ਹੈ, ਚਾਹੇ ਰਾਜਨੀਤਿਕ ਹੈ, ਚਾਹੇ ਧਰਮ ਗੱਦੀ 'ਤੇ ਹੈ। ਹੋਵੇ ਪ੍ਰਵਾਣਾ ਕਰੈ ਧਿੰਗਾਣਾ ਕਲ ਲਖਣ ਵਿਚਾਰ। ਇਹ ਨੇ ਕਲਯੁਗ ਦੇ ਲੱਛਣ। ਜਿਹੜੇ ਸਮਾਜ ਦੇ ਵਿੱਚ ਧਰਮੀ ਪੁਰਖ ਕੁਰਾਹੇ ਪੈ ਜਾਣਗੇ, ਜਿਹੜੇ ਸਮਾਜ ਦੇ ਵਿੱਚ ਰਾਜਨੀਤਿਕ ਲੋਕ ਆਪਣੇ ਲੋਕਾਂ 'ਤੇ ਜ਼ੁਲਮ ਕਰਨਗੇ, ਜਿਹਨੂੰ ਵੀ ਗੱਦੀ 'ਤੇ ਬਿਠਾਓ ਉਹੀ ਭਟਕ ਜਾਂਦਾ, ਉਹੀ ਲੁੱਟ ਕੇ ਖਾਣ ਲੱਗ ਪੈਂਦਾ। ਇਹ ਕਲਯੁਗ ਹੈ। ਹੋਰ ਕਲਯੁਗ ਕੋਈ ਉੱਤੋਂ ਨਹੀਂ ਆਇਆ ਹੋਇਆ ਕਿਤੋਂ ਵੀ। ਤੇ ਇੱਥੇ ਸਵਾਲ ਖੜੇ ਕਰਦੇ ਨੇ ਗੁਰੂ ਨਾਨਕ ਸਾਹਿਬ, ਸੋਈ ਚੰਦ ਚੜ੍ਹੈ ਸੇ ਤਾਰੇ ਸੋਈ ਦਿਨੀਅਰ ਤਪਤ ਰਹਿ। ਉਹ ਭਾਈ ਲੱਖਾਂ ਕਰੋੜਾਂ ਸਾਲਾਂ ਤੋਂ ਉਹੀ ਚੰਦ ਚੜ੍ਹ ਰਿਹਾ ਹੈ। ਸਤਯੁਗ ਦੇ ਵਿੱਚ ਕੋਈ ਹੋਰ ਚੰਦ ਸੀ ਤੇ ਅੱਜ ਕਲਯੁਗ ਦੇ ਵਿੱਚ ਕੋਈ ਹੋਰ ਚੰਦ ਆ ਗਿਆ। ਉਹੀ ਸੂਰਜ ਹੈ, ਕਦੀ ਵੀ ਕੁਝ ਨਹੀਂ ਬਦਲਿਆ। ਸੋਈ ਚੰਦ ਚੜ੍ਹੈ ਸੇ ਤਾਰੇ ਸੋਈ ਦਿਨੀਅਰ ਤਪਤ ਰਹਿ। ਉਹੀ ਸੂਰਜ ਹੈ, ਉਹੀ ਤਾਰੇ ਨੇ, ਉਹੀ ਚੰਦਰਮਾ ਹੈ, ਬਦਲਿਆ ਤਾਂ ਕੁਛ ਵੀ ਨਹੀਂ ਹੈ। ਸਾ ਧਰਤੀ ਸੋ ਪੌਣ ਝੁਲਾਰੇ। ਉਹੀ ਧਰਤੀ ਹੈ, ਉਹੀ ਹਵਾ ਚੱਲਦੀ ਹੈ। ਜੁਗ ਜੀ ਖੇਲੇ ਥਾਮ ਕੈਸੇ। ਇਹ ਫਿਰ ਦੱਸੋ ਇਹ ਜਿਹੜੇ ਕਲਯੁਗ, ਸਤਯੁਗ, ਤ੍ਰੇਤਾ ਤੇ ਦੁਆਪਰ ਇਹ ਕਿਵੇਂ ਬਦਲ ਗਿਆ? ਕਿੱਥੋਂ ਆ ਗਿਆ? ਕਿਹੜੀ ਤਰੀਕ ਨੂੰ ਬਦਲੇ ਹੈ? ਜਦੋਂ ਕਿ ਗੁਰੂ ਨਾਨਕ ਸਾਹਿਬ ਅੱਗੇ ਕਹਿ ਰਹੇ ਨੇ, ਕਿਤੈ ਦੇਸ ਨਾ ਆਇਆ ਸੁਣੀਐ ਤੀਰਥ ਪਾਸ ਨਾ ਬੈਠਾ। ਤੁਸੀਂ ਦੱਸੋ ਮੈਨੂੰ, ਉਹ ਜਿਹੜਾ ਤੁਹਾਡਾ ਕਲਯੁਗ ਹੈ ਇੱਥੇ ਕਿਹੜੇ ਮਹਿਲ 'ਚ ਬੈਠਾ ਹੈ, ਕਿਹੜੇ ਮੰਦਿਰ 'ਚ ਬੈਠਾ ਹੈ, ਉਹਦੀ ਕੀ ਸ਼ਕਲੋ ਸੂਰਤ ਹੈ, ਅਤੇ ਕਦੋਂ ਆਉਂਦਾ, ਕਦੋਂ ਜਾਂਦਾ, ਕਿਵੇਂ ਖੁਸ਼ ਹੁੰਦਾ, ਕਿਵੇਂ ਨਾਰਾਜ਼ ਹੁੰਦਾ? ਕੁਛ ਤਾਂ ਸਪਸ਼ਟ ਕਰਕੇ ਦੱਸ ਦਿਓ। ਕਿਤੈ ਦੇਸ ਨਾ ਆਇਆ ਸੁਣੀਐ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤੈ ਨਾਹੀ ਮਹਿਲ ਉਸਾਰ ਨਾ ਬੈਠਾ। ਦੱਸੋ ਉਹਦਾ ਮਹਿਲ ਕਿੱਥੇ ਹੈ ਅਤੇ ਕੀ ਉਹਨੂੰ ਦਾਨ ਕਰੀਏ ਤਾਂ ਕਿ ਉਹ ਖੁਸ਼ ਹੋ ਜਾਵੇ। ਜੇ ਕੋ ਸਤ ਕਰੇ ਸੋ ਛੀਜੈ ਤਪ ਘਰ ਤਪ ਨਾ ਹੋਈ ਜੇ ਕੋ ਨੌ ਲਏ ਬਦਨਾਮੀ ਕਲ ਕੇ ਲਖਣ ਏਈ। ਭਲਿਓ ਲੋਕੋ, ਅਸਲ ਦੇ ਵਿੱਚ ਗੱਲ ਇਹ ਹੈ, ਜਿਹੜਾ ਚੰਗੇ ਰਾਹ 'ਤੇ ਚੱਲਦਾ ਹੈ ਤੁਹਾਡੀ ਬੁਰੇ ਲੋਕਾਂ ਦੀ ਗਿਣਤੀ ਵੱਧ ਗਈ ਹੈ, ਤੁਸੀਂ ਉਹਨੂੰ ਬਦਨਾਮ ਕਰਦੇ ਹੋ। ਇਹ ਕਲਯੁਗ ਦੇ ਲੱਛਣ ਨੇ ਕਿ ਤੁਸੀਂ ਨੇਕ ਬੰਦਿਆਂ ਦਾ ਸਾਥ ਨਹੀਂ ਦੇ ਰਹੇ। ਆਪਣੇ ਅੰਦਰ ਤਾਂ ਨੇਕੀ, ਤੁਹਾਡੇ ਭਲਾਈ ਕੀ ਹੋਣੀ ਸੀ, ਤੁਸੀਂ ਸਗੋਂ ਭਲਾ ਕੰਮ ਕਰਨ ਵਾਲੇ ਦਾ ਸਾਥ ਵੀ ਨਹੀਂ ਦਿੰਦੇ, ਉਹਦਾ ਵਿਰੋਧ ਕਰਦੇ ਹੋ, ਉਹਨੂੰ ਬਦਨਾਮ ਕਰਦੇ ਹੋ ਅਤੇ ਉਹਨੂੰ ਸਜ਼ਾ ਦਿਵਾਉਣ ਦਾ ਯਤਨ ਕਰਦੇ ਹੋ। ਇਹ ਕਲਯੁਗ ਹੈ, ਨਾ ਕਿ ਕਿਤੋਂ ਉੱਪਰੋਂ ਕਲਯੁਗ ਉਤਰ ਕੇ ਆਇਆ, ਇੱਥੇ ਕਿਤੇ ਮਹਿਲ ਉਸਾਰ ਕੇ ਬੈਠਾ ਹੈ। ਅਜਿਹਾ ਕੋਈ ਕਲਯੁਗ ਨਹੀਂ ਹੈ। ਇਹ ਤਾਂ ਕੇਵਲ ਪੁਜਾਰੀ ਦੀ ਸਾਨੂੰ ਅਨੇਕਾਂ ਬੰਧਨਾਂ ਦੇ ਵਿੱਚ ਫਸਾਉਣ ਵਾਸਤੇ, ਉਲਝਾਉਣ ਵਾਸਤੇ, ਆਪਣੇ ਸਿਰ 'ਤੇ ਕੋਈ ਜ਼ਿੰਮੇਵਾਰੀ ਨਾ ਲੈਣ ਵਾਸਤੇ ਇਹ ਗੱਲਾਂ ਘੜੀਆਂ ਹੋਈਆਂ ਨੇ। ਕੋਈ ਕਲਯੁਗ ਨਹੀਂ, ਕੋਈ ਸਤਯੁਗ ਨਹੀਂ। ਜਿਹੜਾ ਕੁਛ ਕਰਨਾ ਇੱਥੇ ਇਨਸਾਨ ਨੇ ਆਪ ਕਰਨਾ ਹੈ। ਜਿਹੜੇ ਮੁਲਕਾਂ ਦੇ ਵਿੱਚ ਬਹੁਤ ਕੁਝ ਸੁਧਾਰ ਹੋ ਗਿਆ, ਭਾਰਤ ਦੇ ਨੌਜਵਾਨ ਖਾਸ ਕਰਕੇ ਪੜ੍ਹੇ ਲਿਖੇ ਬੱਚੇ ਸਾਡੇ ਵਿਦੇਸ਼ਾਂ ਨੂੰ ਜਾ ਰਹੇ ਨੇ। ਕਿਉਂ ਜਾ ਰਹੇ ਨੇ? ਕਿਉਂਕਿ ਉਹਨਾਂ ਨੇ ਆਪਣੀ ਧਰਤੀ ਦੇ ਉੱਤੇ ਸਤਯੁਗ ਉਸਾਰ ਲਿਆ, ਕਲਯੁਗ ਅਤੇ ਹੋਰ ਸਾਰੇ ਉੱਥੋਂ ਭਜਾ ਦਿੱਤੇ। ਭਾਵ ਕਿ ਉੱਥੇ ਮਾਹੌਲ ਸੋਹਣਾ ਸਿਰਜ ਲਿਆ, ਉੱਥੇ ਇਨਸਾਫ ਮਿਲਦਾ ਹੈ, ਇਲਾਜ ਮਿਲਦਾ ਹੈ, ਵਿੱਦਿਆ ਮਿਲਦੀ ਹੈ, ਚੰਗਾ ਵਾਤਾਵਰਣ ਮਿਲਦਾ ਹੈ ਅਤੇ ਰੁਜ਼ਗਾਰ ਮਿਲਦਾ ਹੈ ਅਤੇ ਮਨੁੱਖ ਦੀ ਕਦਰ ਹੁੰਦੀ ਹੈ। ਇਸ ਕਰਕੇ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਨੇ ਅਤੇ ਭਾਰਤ ਤਾਂ ਸਾਰੇ ਹੀ ਕਲਯੁਗ ਦੇ ਵਿੱਚ ਗਰਕ ਹੋ ਗਿਆ। ਪੁਜਾਰੀ ਵੀ ਕਲਯੁਗ ਦੇ ਵਿੱਚ ਡੁੱਬ ਗਏ,
ਤੇ ਰਾਜਨੇਤਾ ਵੀ ਕਲਯੁਗ ਦੇ ਵਿੱਚ ਡੁੱਬ ਕੇ ਸਤਯੁਗ ਤਾਂ ਇੱਥੇ ਆਉਣਾ ਹੀ ਨਹੀਂ, ਜਿਹੜੇ ਢੰਗ ਦੇ ਨਾਲ ਇਹ ਪ੍ਰਚਾਰ ਕਰ ਰਹੇ ਨੇ। ਸੋ ਸੰਭਲਣ ਦੀ ਲੋੜ ਹੈ। ਕਲਯੁਗ ਜਾਂ ਸਤਯੁਗ ਇਹ ਕਿਤੇ ਵੀ ਨਹੀਂ ਹੁੰਦਾ, ਕੇਵਲ ਪੁਜਾਰੀ ਦੀ ਕਲਪਨਾ ਹੈ। ਗੁਰੂ ਨਾਨਕ ਸਾਹਿਬ ਨੇ ਇੱਥੇ ਬੁਰੇ ਸਮੇਂ 'ਚ, ਕਲਯੁਗ ਤਾਂ ਇੱਕ ਬਣਾਵਟੀ ਗੱਲ ਹੈ, ਬੁਰੇ ਸਮੇਂ ਦੇ ਵਿੱਚ ਆਗਮਨ ਹੋਇਆ ਉਹਨਾਂ ਦਾ। ਇਸ ਬੁਰੇ ਸਮੇਂ ਨੂੰ ਚੰਗਾ ਸਮਾਂ ਬਣਾਉਣ ਵਾਸਤੇ ਗੁਰੂ ਸਾਹਿਬਾਨ ਨੇ ਪੂਰੀ ਵਾਹ ਲਾ ਦਿੱਤੀ, ਚੰਗਾ ਪ੍ਰਚਾਰ, ਚੰਗੀ ਵਿੱਦਿਆ ਦਿੱਤੀ, ਬਹੁਤ ਸਾਰਾ ਉਪਦੇਸ਼ ਕਰਨ ਤੋਂ ਬਾਅਦ ਲੋੜ ਵੇਲੇ ਜੰਗ ਯੁੱਧ ਵੀ ਲੜੇ, ਸ਼ਹੀਦੀਆਂ ਵੀ ਹੋਈਆਂ, ਤਾਂ ਕਿ ਇਹ ਸਮਾਜ ਦੇ ਵਿੱਚ ਕੁਝ ਬਦਲਾਅ ਆ ਜਾਵੇ। ਅਸੀਂ ਤਾਂ ਹਰੇਕ ਗੱਲ ਨੂੰ ਸਮੇਂ 'ਤੇ, ਕਲਯੁਗ 'ਤੇ, ਧਰਮਰਾਜ 'ਤੇ, ਸਤਯੁਗ ਆਦਿਕ 'ਤੇ, ਇਹਨਾਂ 'ਤੇ ਮੜ ਕੇ ਆਪਣੇ ਆਪ ਨੂੰ ਸੁਰਖਰੂ ਕਰ ਲੈਂਦੇ ਹਾਂ। ਇਹ ਸਾਡੀ ਅਗਿਆਨਤਾ ਦਾ ਪ੍ਰਤੀਕ ਹੈ। ਗੁਰਬਾਣੀ ਨੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਿਆ, ਵਿਗਿਆਨ ਨੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਿਆ, ਅਗਾਂਹਵਧੂ ਦੇਸ਼ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ। ਕੇਵਲ ਭਾਰਤ ਦੇ ਵਿੱਚ ਬ੍ਰਾਹਮਣੀ ਵਿਚਾਰਧਾਰਾ ਵਾਲੇ ਲੋਕ ਸਤਯੁਗ ਨੂੰ ਤੇ ਕਲਯੁਗ ਨੂੰ ਮੰਨਦੇ ਨੇ। ਗੁਰਬਾਣੀ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ। ਸਵਾਲ ਨੰਬਰ 216 ਭਾਈ ਪਵਨਦੀਪ ਸਿੰਘ ਫਰਾਂਸ ਤੋਂ। ਇਹਨਾਂ ਦਾ ਸਵਾਲ ਹੈ ਕਿ ਰੱਬ ਬੋਲਦਾ ਹੈ ਅਤੇ ਸੁਣਦਾ ਹੈ? ਕਿਉਂਕਿ ਸਤਿਗੁਰੂ ਜੀ ਆਖਦੇ ਹਨ, ਜਪਜੀ ਸਾਹਿਬ ਦੀ ਇੱਕ ਪੌੜੀ ਦਾ ਇਹਨਾਂ ਨੇ ਹਵਾਲਾ ਦਿੱਤਾ ਹੈ, ਮੂੰਹੋਂ ਕਿ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ। ਅਤੇ ਇਹਦਾ ਮਤਲਬ ਤਾਂ ਰੱਬ ਬੋਲਦਾ ਹੈ ਜਦੋਂ ਕਿ ਉਹ ਸਰੀਰਧਾਰੀ ਨਹੀਂ ਹੈ। ਗੁਰੂ ਪਿਆਰ ਵਾਲਿਓ, ਕਿਸੇ ਇੱਕ ਪੰਗਤੀ ਨੂੰ ਲੈ ਕੇ ਜਦੋਂ ਵੀ ਅਸੀਂ ਅਰਥ ਕਰਨ ਦਾ ਯਤਨ ਕਰਾਂਗੇ ਤਾਂ ਹਮੇਸ਼ਾ ਗਲਤ ਹੋਵਾਂਗੇ। ਪਹਿਲੀ ਗੱਲ ਤਾਂ ਕੇਂਦਰੀ ਵਿਚਾਰਧਾਰਾ ਗੁਰਬਾਣੀ ਦੀ ਇਹ ਹੈ ਕਿ ਰੱਬ ਜੋਨਾਂ 'ਚ ਨਹੀਂ ਆਉਂਦਾ। ਅਸੀਂ ਮੰਗਲਾਚਰਨ ਦੇ ਵਿੱਚ ਹੀ ਬਾਰ-ਬਾਰ ਪੜ੍ਹਦੇ ਹਾਂ, ਉਹ ਅਜੂਨੀ ਹੈ। ਜਿਹੜਾ ਜੂਨਾਂ 'ਚ ਹੀ ਨਹੀਂ ਆਉਂਦਾ ਉਹਦਾ ਸਰੀਰ ਨਹੀਂ ਬਣਦਾ ਅਤੇ ਬਿਨਾਂ ਸਰੀਰ ਤੋਂ ਬੋਲਿਆ ਨਹੀਂ ਜਾ ਸਕਦਾ। ਸਰੀਰ ਦੇ ਨਾਲ ਵੀ ਸਾਰੇ ਅੰਗ ਠੀਕ ਢੰਗ ਨਾਲ ਕੰਮ ਕਰਦੇ ਹੋਣ, ਜਿਵੇਂ ਜੀਭ, ਗਲਾ, ਸਰੀਰ, ਦਿਮਾਗ ਆਦਿਕ ਸਾਰਾ ਕੁਝ ਹੋਵੇ ਤਾਂ ਸਰੀਰ ਸਾਰੇ ਕੰਮ ਜ਼ਿੰਮੇਵਾਰੀਆਂ ਨਿਭਾਉਂਦਾ ਹੈ। ਇਸ ਤਰ੍ਹਾਂ ਸਾਡਾ ਸਰੀਰ ਨਹੀਂ ਚੱਲਦਾ। ਅਤੇ ਜਦੋਂ ਰੱਬ ਨੇ ਸਰੀਰ ਹੀ ਨਹੀਂ ਧਾਰਿਆ ਤਾਂ ਫਿਰ ਉਹ ਬੋਲਦਾ ਕਿਵੇਂ ਹੈ? ਅਸਲ ਦੇ ਵਿੱਚ ਗੱਲ ਹੋਰ ਸੀ ਅਤੇ ਇਸ ਭਾਈ ਨੇ ਉਹਦੇ ਅਰਥ ਹੋਰ ਪਾਸੇ ਲੈ ਲਏ। ਬਾਕੀਆਂ ਸਾਰਿਆਂ ਵਾਸਤੇ ਵੀ ਨਿਮਰਤਾ ਸਹਿਤ ਬੇਨਤੀ ਹੈ ਕਿ ਇੱਥੇ ਗੁਰੂ ਨਾਨਕ ਸਾਹਿਬ ਤਾਂ ਸਾਨੂੰ ਸਮਝਾ ਰਹੇ ਨੇ ਕਿ ਉਹ ਨਿਰੰਕਾਰ ਆਪ ਸੱਚਾ ਹੈ ਅਤੇ ਉਹਦਾ ਕਾਨੂੰਨ ਸਾਰੇ ਕਿਤੇ ਸੱਚ 'ਤੇ ਆਧਾਰਿਤ ਹੈ। ਇੱਕੋ ਤਰ੍ਹਾਂ ਦਾ ਕਾਨੂੰਨ ਸਾਰੇ ਕਿਤੇ ਲਾਗੂ ਹੈ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆ ਸਕਦੀ। ਬਾਕੀ ਤਾਂ ਬਹੁਤ ਕੁਝ ਹੈ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਉ ਅਪਾਰ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਉਹਦਾ ਨਾਮ, ਉਹਦਾ ਨਿਯਮ, ਉਹਦਾ ਕਾਨੂੰਨ ਉਹ ਸੱਚ 'ਤੇ ਆਧਾਰਿਤ ਹੈ। ਉਹਨੂੰ ਦੱਸਿਆ ਨਹੀਂ ਜਾ ਸਕਦਾ, ਪੂਰੀ ਤਰ੍ਹਾਂ ਸਮਝਾਇਆ ਨਹੀਂ ਜਾ ਸਕਦਾ, ਕਿਉਂਕਿ ਸਾਡੀ ਬੁੱਧੀ ਬਹੁਤ ਛੋਟੀ ਹੈ, ਸਾਡੇ ਦਿਮਾਗ ਦਾ ਪੱਧਰ ਬਹੁਤ ਛੋਟਾ ਹੈ। ਉਹ ਐਡਾ ਵੱਡਾ ਕੁਦਰਤ ਦਾ ਪਸਾਰਾ ਬ੍ਰਹਿਮੰਡ ਦੇ ਵਿੱਚ ਫੈਲਿਆ ਹੋਇਆ ਹੈ। ਅਸੀਂ ਇੰਨੇ ਦਿਮਾਗ ਵਾਲੇ ਨਹੀਂ ਹੈਗੇ, ਸਾਰੇ ਨੂੰ ਨਹੀਂ ਸਮਝ ਸਕਦੇ। ਕੁਝ ਹੱਦ ਤੱਕ ਸਾਡੇ ਵਿਗਿਆਨੀ ਨੇ ਜਿਨ੍ਹਾਂ ਦਾ ਦਿਮਾਗ ਸਾਡੇ ਨਾਲੋਂ ਬਹੁਤ ਅੱਗੇ ਹੈ ਅਤੇ ਜਿਨ੍ਹਾਂ ਨੂੰ ਸਰਕਾਰਾਂ ਵੀ ਸਹਾਇਤਾ ਦਿੰਦੀਆਂ ਨੇ ਅਤੇ ਉਹਨਾਂ ਕੋਲ ਖੋਜ ਦੇ ਸਾਧਨ ਨੇ, ਉਹ ਤਾਂ ਕੋਈ ਵੱਡੇ ਪੱਧਰ ਦੀ ਗੱਲ ਕਰਨ ਤਾਂ ਵਾਜਬ ਹੈ। ਪਰ ਸਾਡੇ ਵਰਗੇ ਜਿਹੜਿਆਂ ਨੂੰ ਤਾਂ ਰੁਜ਼ਗਾਰ ਦਾ ਮਸਲਾ ਪਿਆ ਹੈ, ਜਿਨ੍ਹਾਂ ਨੂੰ ਸਰਕਾਰ ਵੱਲੋਂ ਅਨੇਕਾਂ ਤਰੀਕਿਆਂ ਨਾਲ ਪਰੇਸ਼ਾਨ ਕੀਤਾ ਜਾਂਦਾ ਹੈ, ਸਾਡੀਆਂ ਲੋੜਾਂ ਜ਼ਿੰਦਗੀ ਦੀਆਂ ਸਾਰੀਆਂ ਪੂਰੀਆਂ ਨਹੀਂ ਹੋ ਰਹੀਆਂ, ਅਸੀਂ ਗੱਲਾਂ ਕਰਦੇ ਹਾਂ ਆਮ ਤੌਰ 'ਤੇ ਬ੍ਰਹਿਮੰਡ ਦੀਆਂ, ਜਿਹੜੀਆਂ ਕਿ ਸਾਡੇ ਵਾਸਤੇ ਤਾਂ ਉਂਝ ਹੀ ਵਾਜਬ ਨਹੀਂ ਹਨ। ਗੁਰੂ ਨਾਨਕ ਸਾਹਿਬ ਤਾਂ ਇੱਥੇ ਕਹਿ ਰਹੇ ਨੇ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਉ ਅਪਾਰ। ਉਹ ਸਾਡੇ ਭਾਖਣ ਤੋਂ, ਕਹਿਣ ਤੋਂ ਅਪਾਰ ਹੈ, ਅੱਗੇ ਹੈ, ਅਸੀਂ ਉਹਦੇ ਬਾਰੇ ਨਹੀਂ ਦੱਸ ਸਕਦੇ। ਆਖਾਂ ਮੰਗਾਂ ਦੇ ਦੇ ਦਾਤ ਕਰੇ ਦਾਤਾਰ। ਇਨਸਾਨ ਤਾਂ ਉਹਦੇ ਤੋਂ ਮੰਗ ਰਿਹਾ ਹੈ, ਉਹ ਦਾਤਾਂ ਬਿਨਾਂ ਮੰਗਿਆਂ ਪਹਿਲਾਂ ਹੀ ਦੇ ਰਿਹਾ। ਭਾਵ ਕਿ ਧਰਤੀ ਦੇ ਉੱਤੇ ਸਾਰੇ ਪਦਾਰਥ ਪਹਿਲਾਂ ਹੀ ਮੌਜੂਦ ਨੇ। ਮੰਗਣ ਵਾਲੇ ਨਾ ਸਮਝ ਲੋਕ ਅਜੇ ਵੀ ਮੰਗੀ ਜਾ ਰਹੇ ਨੇ। ਸੂਰਜ ਅਸੀਂ ਅਰਦਾਸ ਕਰਕੇ, ਪਾਠ ਕਰਕੇ ਨਹੀਂ ਲੈ ਸਕੇ, ਇਹ ਤਾਂ ਮਨੁੱਖਾਂ ਦੇ ਜੰਮਣ ਤੋਂ, ਬਣਨ ਤੋਂ ਪਹਿਲਾਂ ਹੀ ਮੌਜੂਦ ਸੀ। ਧਰਤੀ ਪਹਿਲਾਂ ਬਣੀ ਹੈ, ਜੀਵ ਬਾਅਦ ਦੇ ਵਿੱਚ ਬਣੇ ਨੇ। ਅਸੀਂ ਧਰਤੀ ਮੰਗ ਕੇ ਨਹੀਂ ਲਈ, ਇਹ ਤਾਂ ਪਹਿਲਾਂ ਹੀ ਮੌਜੂਦ ਸੀ। ਅਸੀਂ ਹਵਾ ਮੰਗ ਕੇ ਨਹੀਂ ਲਈ, ਸਾਡੇ ਜਨਮ ਤੋਂ ਹਵਾ ਪਹਿਲਾਂ ਹੀ ਮੌਜੂਦ ਸੀ। ਇੱਥੇ ਅੱਗ ਪਹਿਲਾਂ ਹੀ ਮੌਜੂਦ ਸੀ। ਖਾਣੇ ਦਾਣੇ ਵਾਲੇ ਸਮਾਨ ਸਾਰਾ ਕੁਝ ਪਹਿਲਾਂ ਮੌਜੂਦ ਸੀ। ਮਨੁੱਖ ਨੇ ਜਨਮ ਲਿਆ, ਵਿਕਾਸ ਕੀਤਾ, ਹੌਲੀ ਹੌਲੀ ਸਮਝ ਆਈ ਅਤੇ ਉਹਨਾਂ ਚੀਜ਼ਾਂ ਨੂੰ ਵਰਤਣਾ ਸਿੱਖਿਆ ਅਤੇ ਆਪਣੀਆਂ ਲੋੜਾਂ ਪੂਰੀਆਂ ਕੀਤੀਆਂ। ਪਰ
फिर भी मनुख ना समझ है, वो मंगी जा रहा मैनू आ दे दे आ दे दे, वो ना समझ, ये नहीं उन्होंने पता कि सारा कुछ इत्थे ही पिया। फिर के अगे रखी है जित दिसै दरबार, उस रब दे अगे की रखीए, उन्होंने किवें खुश करिए, क्योंकि सारा कुछ दिता होया तो उहदा है, उन्होंने असीं की देख सकते हाँ। मूँहों के बोलन बोली है, इस शब्द साडे वास्ते है, मनुख वास्ते है कि वो किहड़ी बोली बोलीए असीं जिहदे नाल रब खुश हो जावे। जिवें कि प्रचारिया गया है पुजारी वल्लों कि रब इउं कहण नाल, आ पाठ करन नाल, ये मंत्र पढ़न नाल रब खुश हो जाता है। सतगुरु सानू सवाल करते ने, मूँहों के बोलन बोली है जित सुन धरे प्यार, जिस बोली दे नाल साडा रब नाल प्यार बन जावे, अजिही किहड़ी बोली है। ते सतगुरु अगों जवाब दिंदे ने, ਅੰਮ੍ਰਿਤ ਵੇਲਾ सच नौ ਵਡਿਆਈ विचार। ਉਹ ਵੇਲਾ ਸਦਾ ਚੰਗਾ ਹੈ ਜਦੋਂ ਅਸੀਂ ਉਹਦੇ ਗੁਣਾਂ ਦੀ ਵਡਿਆਈ ਕਰੀਏ, ਉਹਦੇ ਗੁਣਾਂ ਨੂੰ ਸਮਝਣ ਦਾ ਉਪਰਾਲਾ ਕਰੀਏ, ਅਸੀਂ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਹਦੇ ਵਿੱਚੋਂ ਜੋ ਕੁਝ ਲੈਣਾ ਚਾਹੁੰਦੇ ਹਾਂ ਉਹ ਪ੍ਰਾਪਤ ਕਰੀਏ। ਅੱਜ ਮਨੁੱਖ ਨੇ ਅਕਲ ਦੀ ਵਰਤੋਂ ਕਰਕੇ ਬਹੁਤ ਕੁਝ ਕੁਦਰਤ ਤੋਂ ਲੈ ਲਿਆ ਤੇ ਅੱਗੇ ਲਈ ਜਾ ਰਿਹਾ ਹੈ। ਕਿੰਨੀਆਂ ਸੁੱਖ ਸਹੂਲਤਾਂ ਜ਼ਿੰਦਗੀ ਦੀਆਂ ਉਹਨੇ ਪੈਦਾ ਕਰ ਲਈਆਂ ਤੇ ਹੋਰ ਪੈਦਾ ਕਰਦਾ ਜਾ ਰਿਹਾ ਹੈ। ਇਹ ਤਾਂ ਸਾਰਾ ਕੁਝ ਇੱਥੇ ਹੀ ਮੌਜੂਦ ਹੈ। ਇਹਨਾਂ ਚੀਜ਼ਾਂ ਨੂੰ ਜੋੜ ਤੋੜ ਕਰਕੇ ਵਰਤਣਾ ਸਿੱਖਣਾ ਹੈ। ਅੰਮ੍ਰਿਤ ਵੇਲਾ ਸੱਚ ਨੌ, ਇਹੋ ਜਿਹਾ ਸਮਾਂ ਤੁਹਾਡੇ 'ਤੇ ਆਵੇ ਭਾਈ, ਤੁਹਾਡਾ ਦਿਮਾਗ ਵਿਕਸਿਤ ਹੋ ਜਾਵੇ, ਤੁਸੀਂ ਸੱਚ 'ਤੇ ਆਧਾਰਿਤ ਨਿਯਮ ਨੂੰ ਸਮਝ ਲਓ ਅਤੇ ਉਹਦੀਆਂ ਵਡਿਆਈਆਂ ਫਿਰ ਤੁਹਾਡੇ ਹਿਰਦੇ 'ਚ ਵਸ ਜਾਣ ਕਿ ਉਹ ਕਿੰਨਾ ਵੱਡਾ ਹੈ, ਕਿੰਨਾ ਕੁਝ ਸਾਨੂੰ ਦੇ ਰਿਹਾ। ਕਰਮੀ ਆਵੇ ਕੱਪੜਾ, ਤੁਹਾਡੇ ਕੰਮਾਂ ਦੇ ਨਾਲ ਤੁਹਾਡੇ ਕੀਤੇ ਮਾੜੇ ਚੰਗੇ ਕਾਰਜ ਨੇ ਜਿਹੜੇ, ਇਹਦਾ ਨਤੀਜਾ ਤੁਹਾਨੂੰ ਚੰਗਾ ਜਾਂ ਮਾੜਾ ਭੁਗਤਣਾ ਪਵੇਗਾ। ਅਤੇ ਦੂਜੇ ਮਨੁੱਖ ਵੀ ਜੋ ਕੁਛ ਕਰਦੇ ਨੇ, ਇੱਕ ਦੂਜੇ 'ਤੇ ਪ੍ਰਭਾਵ ਵੀ ਸਾਡਾ ਪੈਂਦਾ ਹੈ। ਮੇਰੇ ਮਾੜੇ ਕੰਮ ਨਾਲ ਦੂਜੇ ਦਾ ਨੁਕਸਾਨ ਹੋ ਸਕਦਾ ਹੈ, ਦੂਜੇ ਦੀ ਬੁਰਾਈ ਨਾਲ ਮੇਰਾ ਨੁਕਸਾਨ ਹੋ ਸਕਦਾ ਹੈ। ਇਹਨਾਂ ਚੀਜ਼ਾਂ ਦਾ ਇੱਕ ਦੂਜੇ 'ਤੇ ਪ੍ਰਭਾਵ ਵੀ ਪੈਂਦਾ ਹੈ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ, ਅਸੀਂ ਉਹਦੀ ਨਦਰ ਦੇ ਪਾਤਰ ਬਣ ਜਾਈਏ, ਭਾਵ ਕਿ ਨੇਕੀ ਦੇ ਰਾਹ 'ਤੇ ਚੱਲੀਏ, ਇਸ ਧਰਤੀ ਦੇ ਉੱਤੇ ਅਸੀਂ ਬੰਧਨਾਂ ਤੋਂ ਮੁਕਤ ਹੋ ਜਾਈਏ। ਅਤੇ ਸਤਿਗੁਰੂ ਕਹਿ ਰਹੇ ਨੇ, ਨਾਨਕ ਏਵੇਂ ਜਾਣੀਐ ਸਭ ਆਪੇ ਸਚਿਆਰ। ਇਉਂ ਸਮਝ ਲਓ ਕਿ ਉਹ ਸਚਿਆਰਾ ਸਦਾ ਹੀ ਸਥਿਰ ਹੈ, ਸਦਾ ਹੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਉਹਦਾ ਨਿਯਮ ਅਟੱਲ ਹੈ। ਫਿਰ ਇਹ ਵੀ ਅੱਗੇ ਪੌੜੀਆਂ ਅੱਗੇ ਪਿੱਛੇ ਬਹੁਤ ਆਉਂਦੀਆਂ ਨੇ। ਉਹ ਤੇ ਅਕਾਲ ਪੁਰਖ ਇਹੋ ਜਿਹਾ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਥਾਪਿਆ ਨਹੀਂ ਜਾ ਸਕਦਾ, ਬਣਾਇਆ ਨਹੀਂ ਜਾ ਸਕਦਾ, ਉਹ ਆਪਣੇ ਆਪ ਤੋਂ ਹੈ। ਉਹਦੇ ਬਾਰੇ ਕੀ ਬਿਆਨ ਆਪਾਂ ਕਰ ਸਕਦੇ ਹਾਂ। ਇਹ ਬਹੁਤ ਵੱਡਾ ਵਿਸ਼ਾ ਹੈ। ਰੱਬ ਬਾਰੇ ਬਹੁਤੀਆਂ ਗੱਲਾਂ ਕਰਨ ਦੀ ਥਾਂ 'ਤੇ ਆਪਾਂ ਧਰਤੀ ਦੇ ਉੱਤੇ ਰਹਿ ਕੇ ਆਪਣੇ ਪਰਿਵਾਰ ਦੀਆਂ, ਆਪਣੇ ਸਮਾਜ ਦੀਆਂ ਅਤੇ ਆਪਣੇ ਦੇਸ਼ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਜਿੰਨਾ ਕੁ ਯੋਗਦਾਨ ਪਾ ਸਕੇ ਹਾਂ ਉਨਾ ਕੁ ਪਾਈਏ। ਹੋਰ ਪਾ ਸਕਦੇ ਹਾਂ ਤਾਂ ਹੋਰ ਮਿਹਨਤ ਕਰੀਏ, ਗਿਆਨ ਵੱਧ ਤੋਂ ਵੱਧ ਹਾਸਲ ਕਰੀਏ, ਚੰਗੇ ਇਨਸਾਨ ਬਣੀਏ ਤਾਂ ਕਿ ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਵੱਧ ਤੋਂ ਵੱਧ ਸੁੱਖ ਸਹੂਲਤਾਂ ਦੇ ਸਕੀਏ। ਰੱਬ ਕੀ ਕਰਦਾ ਉਹ ਸਾਨੂੰ ਪੁੱਛ ਕੇ ਨਹੀਂ ਕਰਦਾ, ਆਪਣੇ ਆਪ ਕਰ ਰਿਹਾ। ਜਿਹੜਾ ਕੁਝ ਵੀ ਕਰਦਾ ਅਸੀਂ ਉਹਦੇ ਬਾਰੇ ਸਾਰਾ ਕੁਝ ਨਹੀਂ ਜਾਣ ਸਕਦੇ, ਸਾਡੀ ਬੁੱਧੀ ਬਹੁਤ ਛੋਟੀ ਹੈ ਅਤੇ ਅਸੀਂ ਤਾਂ ਧਰਤੀ ਦੇ ਉੱਤੇ ਜਿਹੜਾ ਕੁਝ ਹੋ ਰਿਹਾ ਉਹਨੂੰ ਵੀ ਸਾਰੇ ਨੂੰ ਨਹੀਂ ਜਾਣਦੇ। ਬਹੁਤ ਲੋਕ ਤਾਂ ਇਹੋ ਜਿਹੇ ਨੇ ਜਿਹੜੇ ਆਪਣੇ ਤੋਂ ਜਿਹੜਾ ਦਾਇਰਾ ਉਹਨਾਂ ਦਾ ਬਣਿਆ ਹੋਇਆ ਨੌਕਰੀ ਦਾ ਜਾਂ ਮਿਹਨਤ ਮਜ਼ਦੂਰੀ ਦਾ, ਉਸ ਦਾਇਰੇ ਦੇ ਅੰਦਰ ਰਹਿ ਕੇ ਵੀ ਸਾਰਾ ਕੁਝ ਨਹੀਂ ਜਾਣਦੇ। ਉਹ ਬਾਹਰ ਦਾ ਤਾਂ ਕੀ ਜਾਣ ਸਕਣਗੇ। ਸਾਡਾ ਮਾਨਸਿਕ ਪੱਧਰ ਬਹੁਤ ਛੋਟਾ ਹੈ, ਗੱਲਾਂ ਬਹੁਤ ਵੱਡੀਆਂ ਕਰਨ ਲੱਗ ਪੈਂਦੇ ਆ। ਉਹਨਾਂ ਗੱਲਾਂ ਦੇ ਨਾਲ ਸਾਡਾ ਕੋਈ ਬਹੁਤਾ ਭਲਾ ਨਹੀਂ ਹੋਣਾ, ਕਿਉਂਕਿ ਸਾਡਾ ਮਾਨਸਿਕ ਪੱਧਰ ਓਨਾ ਨਹੀਂ ਹੈ, ਉੱਥੇ ਤੱਕ ਅਸੀਂ ਨਹੀਂ ਪਹੁੰਚ ਸਕਦੇ। ਅਸੀਂ ਆਪਣੇ ਲੋਕਾਂ ਨੂੰ, ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਉੱਚਾ ਉਠਾਉਣ ਦੇ ਵਿੱਚ ਜਿੰਨਾ ਕੁ ਯੋਗਦਾਨ ਪਾ ਸਕਦੇ ਹਾਂ ਓਨਾ ਕੁ ਪਾਈਏ, ਆਪਣਾ ਮਾਨਸਿਕ ਵਿਕਾਸ ਕਰੀਏ। ਅਤੇ ਇਹ ਜਿਹੜਾ ਕੰਮ ਹੈ ਇਹ ਵਿਗਿਆਨੀਆਂ 'ਤੇ ਰਹਿਣ ਦਈਏ ਕਿ ਰੱਬ ਕਿੱਡਾ ਵੱਡਾ ਹੈ, ਕੁਦਰਤ ਕਿੱਡੀ ਵੱਡੀ ਹੈ, ਜਹਾਜ਼ ਕਿਵੇਂ ਬਣਦੇ ਨੇ, ਐਟਮ ਬੰਬ ਕਿਵੇਂ ਬਣਦਾ ਹੈ, AC ਕਿਵੇਂ ਬਣਦੇ ਨੇ, ਫਰਿੱਜ ਕਿਵੇਂ ਬਣਦੇ ਨੇ, ਕਾਰਾਂ ਕਿਵੇਂ ਦੌੜਦੀਆਂ ਨੇ। ਇਹ ਸਾਰਾ ਕੰਮ ਵੀ ਸਾਡੇ ਆਮ ਬੰਦਿਆਂ ਦੇ ਲੈਵਲ ਦਾ ਨਹੀਂ ਹੈ, ਇਹ ਵੀ ਵਿਗਿਆਨੀਆਂ ਦੇ ਲੈਵਲ ਦਾ ਹੈ। ਅਸੀਂ ਤਾਂ ਰੱਬ ਕਿੱਥੇ ਰਹਿੰਦਾ ਹੈ, ਰੱਬ ਕਿਵੇਂ ਖੁਸ਼ ਹੁੰਦਾ ਹੈ, ਰੱਬ ਨਾਲ ਕਿਵੇਂ ਗੱਲਾਂ ਕਰੀਏ, ਰੱਬ ਨੂੰ ਕੀ ਭੇਟਾ ਦਈਏ, ਅਸੀਂ ਤਾਂ ਇਹਨਾਂ ਗੱਲਾਂ 'ਚ ਹੀ ਉਲਝ ਕੇ ਰਹਿ ਗਏ। ਪਿਆਰਿਓ, ਰੱਬ ਕੋਈ ਸਰੀਰਧਾਰੀ ਨਹੀਂ ਹੈ। ਉਹ ਕਦੀ ਨਾਰਾਜ਼ ਨਹੀਂ ਹੁੰਦਾ ਜਿਹੜਾ ਉਹਨੂੰ ਖੁਸ਼ ਕਰਨਾ ਪਵੇ, ਅਤੇ ਉਹ ਕਦੀ ਭੁੱਖਾ ਨਹੀਂ ਹੁੰਦਾ ਜਿਹੜਾ ਉਹਨੂੰ ਖਾਣਾ ਖਵਾਉਣਾ ਪਵੇ। ਇਹ ਤਾਂ ਪੁਜਾਰੀ ਦੀਆਂ ਕਾਢਾਂ ਨੇ। ਪੁਜਾਰੀ ਆਪ ਸਾਰਾ ਕੁਝ ਹੜੱਪ ਕਰ ਰਿਹਾ ਅਤੇ ਰੱਬ ਦਾ ਨਾਮ ਲੈ ਕੇ ਸਾਨੂੰ ਲੁੱਟ ਰਿਹਾ। ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ। ਸਵਾਲ ਨੰਬਰ 217,
ਭਾਈ ਕਰਨਪ੍ਰੀਤ ਸਿੰਘ ਜੰਮੂ, ਇਹਨਾਂ ਨੇ ਸਵਾਲ ਕੀਤਾ ਹੈ ਕਿ ਹਸਤ ਖੇਲਤ ਤੇਰੇ ਦਿਉਰੇ ਆਇਆ, ਪੂਰਾ ਸ਼ਬਦ ਇਹਨਾਂ ਨੇ ਲਿਖ ਕੇ ਭੇਜਿਆ। ਇਹਦੇ ਅਰਥ ਪੁੱਛੇ ਨੇ ਕਿ ਕੀ ਨਾਮਦੇਵ ਜੀ ਨੇ ਮੰਦਰ ਘੁਮਾ ਦਿੱਤਾ ਜਾਂ ਇਹ ਕੋਈ ਹੋਰ ਭਾਵ ਅਰਥਾਂ ਵਾਲੀ ਕਹਾਣੀ ਹੈ। ਅਤੇ ਇਸ ਨੂੰ ਆਪਾਂ ਪੂਰਾ ਸ਼ਬਦ ਵਿਚਾਰ ਕਰਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਕਿ ਕੋਈ ਭੁਲੇਖਾ ਨਾ ਰਹਿ ਜਾਵੇ। ਪਹਿਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਜਾਂ ਭਗਤ ਸਾਹਿਬਾਨ, ਗੁਰਬਾਣੀ ਰਚੇਤਾ ਜਿਹੜੇ ਵੀ ਮਹਾਂਪੁਰਖ ਨੇ, ਉਹ ਪੱਥਰ ਦੀਆਂ ਮੂਰਤੀਆਂ ਨੂੰ ਰੱਬ ਨਹੀਂ ਮੰਨਦੇ। ਉਹਨਾਂ ਦੀ ਪੂਜਾ ਕਰਨੀ ਉਹ ਚੰਗਾ ਨਹੀਂ ਸਮਝਦੇ ਅਤੇ ਨਾ ਹੀ ਮੰਦਰਾਂ ਦੇ ਵਿੱਚ ਆਰਤੀ ਉਤਾਰਨੀ ਅਤੇ ਹੋਰ ਕਿਹੋ ਜਿਹੇ ਕਰਮ ਕਾਂਡ ਕਰਨੇ ਉਹਨਾਂ ਨੂੰ ਪ੍ਰਵਾਨ ਨੇ। ਸਗੋਂ ਗੁਰਬਾਣੀ ਦੇ ਵਿੱਚ ਇੱਕ ਹੈ ਪਾਥਰ ਕੀਜੈ ਭਾਉ, ਦੂਜੈ ਪਾਥਰ ਧਰੀਐ ਪਾਉ, ਜੇ ਉਹ ਦੇਵ ਤਾਂ ਉਹ ਵੀ ਦੇਵਾ, ਕਹਿ ਨਾਮ ਦੇਵ ਹਮ ਹਰ ਕੀ ਸੇਵਾ। ਵੀ ਭਲਿਓ ਲੋਕੋ, ਇੱਕ ਪੱਥਰ ਦੇ ਉੱਤੇ ਤੁਸੀਂ ਪੈਰ ਰੱਖਦੇ ਹੋ ਪੌੜੀਆਂ 'ਚ, ਅਤੇ ਇੱਕ ਪੱਥਰ ਅੰਦਰ ਮੂਰਤੀ ਘੜ ਕੇ ਉਹ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਉਹਨੂੰ ਰੱਬ ਮੰਨ ਲਿਆ। ਅਤੇ ਜੇ ਅੰਦਰ ਰੱਖੀ ਮੂਰਤੀ ਉਹ ਰੱਬ ਦਾ ਰੂਪ ਹੈ ਤਾਂ ਬਾਹਰ ਪਿਆ ਪੱਥਰ ਉਹ ਰੱਬ ਦਾ ਰੂਪ ਕਿਉਂ ਨਹੀਂ ਹੈ। ਅਤੇ ਨਾਮਦੇਵ ਜੀ ਇਸ ਕਰਕੇ ਕਹਿੰਦੇ ਨੇ ਕਿ ਅਸੀਂ ਤਾਂ ਇੱਕ ਹਰੀ ਪ੍ਰਮਾਤਮਾ ਕੁਦਰਤ ਦੇ ਵਿੱਚ ਕਣ ਕਣ ਦੇ ਵਿੱਚ ਜੋ ਰਮਿਆ ਹੋਇਆ ਉਹਨੂੰ ਮੰਨਦੇ ਹਾਂ, ਹੋਰ ਕਿਸੇ ਨੂੰ ਅਸੀਂ ਨਹੀਂ ਮੰਨਦੇ। ਇੱਥੋਂ ਤੱਕ ਨਾਮਦੇਵ ਜੀ ਸਪਸ਼ਟ ਕਰਕੇ ਇੱਕ ਥਾਂ 'ਤੇ ਲਿਖਦੇ ਨੇ, ਪਾਣੀ ਮੈਂ ਦੇਖ ਮੁਖ ਜੈਸਾ, ਨਾਮੇ ਕੋ ਸੁਆਮੀ ਬੀਠਲ ਐਸਾ। ਉਹ ਭਾਈ ਤੁਸੀਂ ਪਾਣੀ ਦੇ ਵਿੱਚ ਜਾਂ ਸ਼ੀਸ਼ੇ ਦੇ ਵਿੱਚ ਆਪਣਾ ਹੀ ਚਿਹਰਾ ਵੇਖ ਲਓ ਅਤੇ ਆਪਣਾ ਚਿਹਰਾ ਤੁਹਾਨੂੰ ਹੀ ਇਹ ਦੱਸੇਗਾ ਕਿ ਇਹੋ ਹੀ ਰੱਬ ਦਾ ਰੂਪ ਹੈ, ਹੋਰ ਕੋਈ ਰੱਬ ਆਕਾਸ਼ 'ਚੋਂ ਉਤਰ ਕੇ ਕਿਤੋਂ ਨਹੀਂ ਆਉਣਾ। ਅਸੀਂ ਰੋਜ਼ਾਨਾ ਇਹ ਵੀ ਮੰਨਦੇ ਹਾਂ ਕਿ ਅਸੀਂ ਰੱਬ ਦੇ ਧੀਆਂ ਪੁੱਤਰ ਹਾਂ, ਫਿਰ ਧੀਆਂ ਪੁੱਤਰ ਵੀ ਤਾਂ ਉਸ ਮਾਤਾ ਪਿਤਾ ਵਰਗੇ ਹੀ ਹੋਣਗੇ, ਹੋਰ ਵੱਖਰੇ ਥੋੜ੍ਹਾ ਹੋਣਗੇ। ਗੁਰਬਾਣੀ 'ਚ ਇਹ ਵੀ ਬਹੁਤ ਥਾਵਾਂ 'ਤੇ ਲਿਖਿਆ ਮਿਲਦਾ ਕਿ ਧਰਤੀ ਦਾ ਬਾਦਸ਼ਾਹ ਇਨਸਾਨ ਹੈ। ਇੱਥੇ ਜਿਹੜੀਆਂ ਵੀ ਹਕੂਮਤਾਂ ਸਥਾਪਿਤ ਹੋਈਆਂ ਨੇ ਉਹ ਜਾਨਵਰਾਂ ਦੀਆਂ ਸਥਾਪਿਤ ਨਹੀਂ ਹੋਈਆਂ, ਉਹ ਇਨਸਾਨਾਂ ਨੇ ਸਥਾਪਿਤ ਕੀਤੀਆਂ ਨੇ। ਮਨੁੱਖਤਾ ਦੇ ਵਿੱਚ, ਸਭਿਅਤਾ ਦੇ ਵਿੱਚ ਜਿਹੜੇ ਵੀ ਦੇਸ਼, ਜਿਹੜੀ ਵੀ ਸਭਿਅਤਾ, ਜਿਹੜੇ ਵੀ ਧਰਮ ਦੇ ਲੋਕ ਤਾਕਤਵਰ ਹੋ ਗਏ, ਏਕਤਾ ਦੇ ਸੂਤਰ ਵਿੱਚ ਪਰੋਏ ਗਏ, ਅਕਲਬੰਦ ਬਣ ਗਏ, ਜਿਨ੍ਹਾਂ ਨੇ ਹਥਿਆਰਾਂ ਦੀ ਖੋਜ ਕਰ ਲਈ ਅਤੇ ਚੰਗੇ ਤੋਂ ਚੰਗੇ ਉਹਨਾਂ ਨੇ ਸਾਧਨ ਪੈਦਾ ਕਰ ਲਏ, ਉਹ ਦੇਸ਼ ਦੇ ਉੱਤੇ ਇੱਕ ਤੇ ਨਹੀਂ ਦੁਨੀਆ ਦੇ ਜੇਤੂ ਬਣਨ ਦੀ ਵੀ ਯੋਗਤਾ ਪ੍ਰਾਪਤ ਕਰ ਲੈਂਦੇ ਨੇ। ਇਹ ਜਿਹੜੀਆਂ ਤੋਪਾਂ, ਰਾਕਟ, ਐਟਮ ਬੰਬ, ਹਵਾਈ ਜਹਾਜ਼, ਬੰਬਰ ਜਹਾਜ਼, ਬਹੁਤ ਕੁਝ ਜਿਹੜਾ ਪੈਦਾ ਕੀਤਾ ਹੈ ਵਿਗਿਆਨੀਆਂ ਨੇ, ਇਹ ਸਾਰੇ ਮਨੁੱਖ ਨੇ ਪੈਦਾ ਕੀਤਾ। ਜੀਵਾਂ ਜੰਤੂਆਂ, ਪਸ਼ੂਆਂ ਨੇ ਇਹ ਸਾਰਾ ਕੁਝ ਨਹੀਂ ਕੀਤਾ। ਭਾਵ ਕਿ ਬਾਦਸ਼ਾਹੀ ਧਰਤੀ ਦੇ ਉੱਤੇ ਜੇ ਹੈ ਤਾਂ ਉਹ ਇਨਸਾਨ ਦੀ ਹੈ। ਇਨਸਾਨਾਂ ਦੇ ਵਿੱਚੋਂ ਜਿਹੜਾ ਵੀ ਇਨਸਾਨ, ਜਿਹੜੀ ਸਭਿਅਤਾ ਤਾਕਤਵਰ ਹੈ, ਜਿਹੜੇ ਰਾਜਨੀਤੀਵਾਨ ਤਾਕਤਵਰ ਨੇ, ਉਹ ਦੂਜਿਆਂ 'ਤੇ ਹਾਵੀ ਹੋ ਜਾਂਦੇ ਨੇ। ਤੋ ਇਸੇ ਤਰ੍ਹਾਂ ਨਾਮਦੇਵ ਜੀ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਭਾਈ ਅਸੀਂ ਹੀ ਧਰਤੀ ਦੇ ਉੱਤੇ ਰੱਬ ਦੇ ਪੁੱਤਰ ਹਾਂ, ਧੀਆਂ ਹਾਂ, ਅਸੀਂ ਉਹਦੀ ਅੰਸ਼ ਹਾਂ। ਅਸੀਂ ਇੱਥੇ ਸਾਰਾ ਕੁਝ ਕੰਟਰੋਲ ਕਰਨਾ ਹੈ, ਸਮਾਜ ਨੂੰ ਚੰਗਾ ਬਣਾਉਣਾ ਹੈ। ਰਹੀ ਗੱਲ ਦਿਉਰਾ ਫਿਰ ਜਾਣ ਦੀ, ਘੁੰਮ ਜਾਣ ਦੀ, ਪਹਿਲੀ ਗੱਲ ਤਾਂ ਨਾਮਦੇਵ ਜੀ ਉੱਥੇ ਕੋਈ ਪੂਜਾ ਕਰਨ ਨਹੀਂ ਗਏ ਹੋਣਗੇ, ਭਾਵੇਂ ਕਿ ਸਾਖੀਕਾਰਾਂ ਨੇ ਹੋਰ ਬਹੁਤ ਕੁਝ ਅਜਿਹਾ ਲਿਖ ਦਿੱਤਾ, ਪਰ ਨਾਮਦੇਵ ਜੀ ਮੰਦਰਾਂ ਦੇ ਵਿੱਚ ਪੂਜਾ ਕਰਨ ਨਹੀਂ ਜਾਂਦੇ, ਬਲਕਿ ਉਹਨਾਂ ਨੂੰ ਮਤ ਦੇਣ ਜਾਂਦੇ ਨੇ, ਆਪਣਾ ਕੋਈ ਲੈਕਚਰ, ਕੋਈ ਵਿਚਾਰ ਦੇਣ ਜਾਂਦੇ ਹੋਣਗੇ। ਅਤੇ ਗੁਰੂ ਨਾਨਕ ਵੀ ਬੇਅੰਤ ਮੰਦਰਾਂ ਦੇ ਵਿੱਚ ਗਏ ਨੇ, ਜਗਨਨਾਥਪੁਰੀ, ਹਰਿਦੁਆਰ, ਕਾਂਸ਼ੀ ਅਤੇ ਹੋਰ ਅਨੇਕ ਦੱਖਣੀ ਮੰਦਰ ਨੇ, ਮਥੁਰਾ, ਬਿੰਦਰਾਵਨ ਤੱਕ ਸਾਰੀਆਂ ਥਾਵਾਂ 'ਤੇ ਗੁਰੂ ਨਾਨਕ ਸਾਹਿਬ ਵੀ ਗਏ ਨੇ, ਪਰ ਉੱਥੇ ਉਹ ਪੂਜਾ ਕਰਨ ਵਾਸਤੇ ਨਹੀਂ ਗਏ, ਬਲਕਿ ਆਪਣੇ ਵਿਚਾਰ ਦੇਣ ਵਾਸਤੇ ਗਏ ਨੇ। ਉਹਨਾਂ ਨੂੰ ਪੱਥਰਾਂ ਦੀ ਪੂਜਾ ਤੋਂ ਹਟਾ ਕੇ ਇੱਕ ਕਣ ਕਣ ਵਿੱਚ ਰਮੇ ਹੋਏ ਪਰਮਾਤਮਾ ਦੀ ਜਿਹੜੀ ਹੋਂਦ ਹੈ ਉਹਦਾ ਅਹਿਸਾਸ ਕਰਾਉਣਾ, ਮਨੁੱਖਤਾ ਦਾ ਭਲਾ ਕਰਨਾ, ਸਮਾਜ ਨੂੰ ਉੱਚਾ ਚੁੱਕਣਾ, ਰਾਜਨੀਤੀ ਦੇ ਵਿੱਚ ਆ ਰਹੀ ਗਿਰਾਵਟ ਹੈ ਜਿਹੜੀ, ਉਹਦੇ ਤੋਂ ਮੁਕਤ ਕਰਨ ਦੇ ਢੰਗ ਤਰੀਕੇ ਉਹਨਾਂ ਨਾਲ ਵਿਚਾਰ ਚਰਚਾ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਵੀ ਥਾਂ ਥਾਂ 'ਤੇ ਗਏ ਨੇ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਕਿਤੇ ਮੰਦਰਾਂ ਦੀ, ਮੂਰਤੀਆਂ ਦੀ, ਪੁਜਾਰੀਆਂ ਦੀ ਪੂਜਾ ਕਰਨ ਵਾਸਤੇ ਜਾਂਦੇ ਸਨ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮੱਕੇ, ਮਦੀਨੇ ਤੱਕ ਵੀ ਗਏ ਨੇ। ਇਹਦਾ ਮਤਲਬ ਇਹ ਨਹੀਂ ਕਿ ਉਹ ਮੱਕੇ ਦੇ ਵਿੱਚ ਕੇਵਲ ਅਤੇ ਕੇਵਲ ਉਹ ਨਮਾਜ਼ ਪੜ੍ਹਨ ਵਾਸਤੇ ਗਏ ਸੀ, ਕੋਈ ਖੁਦਾ ਤੋਂ ਮੁਕਤੀ ਮੰਗਣ ਗਏ ਸੀ, ਇਹ ਮਸਲਾ ਨਹੀਂ ਸੀ। ਬਲਕਿ ਉੱਥੋਂ ਦੇ ਜਿਹੜੇ ਮੁਖੀ ਸੀ ਉਹਨਾਂ ਨੂੰ ਇਹ ਦੱਸਣਾ ਵੀ ਗੁਰੂ ਨਾਨਕ ਸਾਹਿਬ ਦੀ ਜ਼ਿੰਮੇਵਾਰੀ ਸੀ ਕਿ ਭਾਰਤ ਦੇ ਵਿੱਚ ਭਾਈ ਬਹੁਤ ਜ਼ੁਲਮ ਤੁਹਾਡੇ ਮੁਸਲਮਾਨ ਭਾਈ ਕਰ ਰਹੇ ਨੇ, ਉਹਨਾਂ ਨੂੰ ਜ਼ੁਲਮ ਕਰਨ ਤੋਂ ਰੋਕੋ, ਉਹਨਾਂ ਦੀਆਂ ਇੱਥੇ ਚੜ੍ਹਦੀ ਕਲਾ ਦੀਆਂ ਅਰਦਾਸਾਂ ਨਾ ਕਰੋ, ਉਹਨਾਂ ਦੀਆਂ ਭੇਟਾਵਾਂ ਤੁਸੀਂ ਨਾ ਲਓ, ਅਤੇ ਇੱਥੇ ਤੁਸੀਂ ਜੋ ਕਰਨਾ ਹੈ ਸੱਚ ਹੱਕ ਦੀ ਗੱਲ ਕਰੋ, ਅਤੇ ਤੁਹਾਡਾ ਜਿਹੜਾ ਖੁਦਾ ਹੈ, ਰੱਬ ਹੈ,
ਉਹ ਕੱਲਾ ਇੱਥੇ ਨਹੀਂ ਬੈਠਾ, ਸਾਰੀ ਇਨਸਾਨੀਅਤ ਦੇ ਵਿੱਚ ਖੁਦਾ ਰਮਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨਾਲ ਲੰਮੀਆਂ ਵਿਚਾਰ ਚਰਚਾਵਾਂ ਕੀਤੀਆਂ, ਉਹਨਾਂ ਨੂੰ ਜਿੰਨਾ ਕੁ ਹੋ ਸਕਿਆ ਸਮਝਾਉਣ ਦਾ ਯਤਨ ਕੀਤਾ। ਤਾਂ ਇਸੇ ਤਰ੍ਹਾਂ ਹੀ ਨਾਮਦੇਵ ਜੀ ਇੱਥੇ ਕਹਿ ਰਹੇ ਨੇ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਮੈਨੂੰ ਨੀਵੀਂ ਜਾਤ ਦਾ ਇਹਨਾਂ ਲੋਕਾਂ ਨੇ ਗਰਦਾਨ ਦਿੱਤਾ, ਜਦੋਂ ਕਿ ਅਸੀਂ ਸਾਰੇ ਹੀ ਰੱਬ ਦੀ ਅੰਸ਼ ਹਾਂ, ਪਰਮਾਤਮਾ ਤੋਂ ਪੈਦਾ ਹੋਏ ਹਾਂ, ਅਤੇ ਅਸੀਂ ਨੀਵੇਂ ਕਿਵੇਂ ਹੋ ਗਏ, ਬਾਹਮਣ ਉੱਚਾ ਕਿਵੇਂ ਹੋ ਗਿਆ। ਇਹ ਬਹੁਤ ਕੁਝ ਗੁਰਬਾਣੀ 'ਚ ਅਜਿਹਾ ਲਿਖਿਆ ਹੋਇਆ ਮਿਲਦਾ ਹੈ। ਹੀਨੜੀ ਜਾਤ ਮੇਰੀ ਜਾਤ ਮਰਾਇਆ, ਜਾਣੀ ਕਿ ਇੱਕ ਤਰ੍ਹਾਂ ਦਾ ਰੱਬ ਨੂੰ ਸਵਾਲ ਕਰਦੇ ਨੇ ਨਾਮਦੇਵ ਜੀ ਕਿ ਹੇ ਪ੍ਰਭੂ, ਮੈਂ ਨੀਵੀਂ ਜਾਤ ਦਾ ਕਿਵੇਂ ਹੋ ਗਿਆ, ਛੀਪੇ ਕੇ ਜਨਮ ਕਾਹੇ ਕੋ ਆਇਆ, ਮੈਂ ਛੀਂਬੇ ਦੇ ਜਨਮ ਕਿਵੇਂ ਆ ਗਿਆ, ਮੇਰੀ ਜਾਤ ਇਹ ਕਿੱਤੇ ਨਾਲ ਜੁੜ ਕੇ ਨੀਵੀਂ ਕਿਵੇਂ ਹੋ ਗਈ, ਕੰਮ ਕਰਨ ਵਾਲਾ ਕਾਮਾ ਇਹ ਨਫ਼ਰਤ ਦਾ ਪਾਤਰ ਕਿਵੇਂ ਬਣ ਗਿਆ। ਇਹ ਸੀ ਰਹਾਉ ਵਾਲਾ ਬੰਦ। ਫਿਰ ਪਹਿਲੇ ਬੰਦ ਵਿੱਚ ਹਸਤ ਖੇਲਤ ਤੇਰੇ ਦੇਹੁਰੇ ਆਇਆ, ਮੈਂ ਤਾਂ ਹੱਸਦਿਆਂ ਖੇਡਦਿਆਂ ਖੁਸ਼ੀ ਮਨਾਉਣ ਵਾਸਤੇ, ਬਰਾਬਰਤਾ ਦਾ ਅਹਿਸਾਸ ਕਰਾਉਣ ਵਾਸਤੇ ਤੁਹਾਡੇ ਮੰਦਰ ਦੇ ਵਿੱਚ ਆਇਆ ਸੀ। ਵੈਸੇ ਯਾਦ ਰਹੇ ਕਿ ਨਾਮਦੇਵ ਜੀ ਸਾਰੀ ਧਰਤੀ ਨੂੰ ਹੀ ਰੱਬ ਦਾ ਮੰਦਰ ਮੰਨਦੇ ਨੇ, ਉਹ ਕਿਸੇ ਇੱਕ ਥਾਂ 'ਤੇ ਰੱਬ ਨੂੰ ਬੈਠਾ ਹੋਇਆ ਨਹੀਂ ਮੰਨਦੇ। ਭਗਤ ਕਰਤ ਨਾਮਾ ਪਕੜ ਉਠਾਇਆ, ਅਤੇ ਜੇ ਨਾਮਾ ਇੱਥੇ ਰੱਬ ਨੂੰ ਯਾਦ ਕਰਨ ਵਾਸਤੇ ਆਇਆ ਸੀ, ਜਾਤ ਦੇ ਅਭਿਮਾਨ ਕਰਨ ਵਾਲੇ ਲੋਕਾਂ ਨੇ ਬਾਂਹ ਪਕੜ ਕੇ ਨਾਮਦੇਵ ਨੂੰ ਉੱਥੋਂ ਉਠਾ ਦਿੱਤਾ ਕਿ ਤੂੰ ਛੋਟੀ ਜਾਤ ਦਾ ਇਨਸਾਨ ਮੰਦਰ ਦੇ ਵਿੱਚ ਆ ਕੇ ਪੂਜਾ ਵਗੈਰਾ ਨਹੀਂ ਕਰ ਸਕਦਾ। ਲੈ ਕਮਲੀ ਚੱਲਿਓ ਪਲਟਾਏ, ਆਪਣਾ ਚਾਦਰ ਚੁੱਕ ਕੇ ਨਾਮਦੇਵ ਜੀ ਕਹਿੰਦੇ ਮੈਂ ਤਾਂ ਉੱਥੋਂ ਚੱਲ ਪਿਆ, ਦੇਹੁਰੇ ਪਾਛੇ ਬੈਠਾ ਜਾਏ, ਮੈਂ ਪਰੇ ਜਾ ਕੇ ਬੈਠ ਗਿਆ। ਮੈਨੂੰ ਅਹਿਸਾਸ ਸੀ ਕਿ ਰੱਬ ਕਿਹੜਾ ਇਕੱਲਾ ਮੰਦਰ ਦੇ ਵਿੱਚ ਬੈਠਾ ਹੈ, ਪੱਥਰਾਂ 'ਚ ਰੱਬ ਥੋੜ੍ਹਾ ਹੈ, ਰੱਬ ਤਾਂ ਕਣ ਕਣ ਦੇ ਵਿੱਚ ਹੈ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕੋ ਦੇਹੁਰਾ ਫਿਰੈ। ਨਾਮਦੇਵ ਜੀ ਨੇ ਜਦੋਂ ਆਪਣਾ ਵਿਖਿਆਨ, ਪ੍ਰਚਾਰ, ਲੈਕਚਰ ਆਪਣੇ ਦਲੀਲਾਂ ਦੇ ਨਾਲ ਉੱਚੀ ਉੱਚੀ ਆਵਾਜ਼ ਦੇ ਵਿੱਚ ਬੋਲਿਆ, ਤਾਂ ਜਿਹੜੇ ਮੰਦਰ ਦੇ ਵਿੱਚ ਹੋਰ ਲੋਕ ਆਏ ਹੋਏ ਸਨ ਸ਼ਰਧਾਲੂ, ਅਤੇ ਉਹਨਾਂ ਨੇ ਨਾਮਦੇਵ ਦੀ ਵਿਚਾਰ ਸੁਣੀ। ਉੱਧਰ ਇਕੱਠ ਹੋਣਾ ਸ਼ੁਰੂ ਹੋ ਗਿਆ, ਅਤੇ ਉਹਨਾਂ ਦੇ ਤੋਂ ਲੋਕਾਂ ਨੇ ਪ੍ਰਭਾਵਿਤ ਹੋ ਕੇ ਕਈਆਂ ਨੇ ਨਾਮਦੇਵ ਦਾ ਸਾਥ ਦਿੱਤਾ, ਅਤੇ ਮੂਰਤੀਆਂ ਦੀ ਪੂਜਾ ਕਰਨੀ ਉਹਨਾਂ ਨੇ ਅੱਗੇ ਤੋਂ ਛੱਡ ਦਿੱਤੀ। ਗੁਰੂ ਪਿਆਰ ਵਾਲਿਓ, ਭਾਵੇਂ ਇਹ ਗੱਲ ਇਸ ਤਰ੍ਹਾਂ ਸੱਚਮੁੱਚ ਜਿਵੇਂ ਕਿ ਮੈਂ ਦੱਸੀ ਹੈ ਇਸ ਤਰ੍ਹਾਂ 100% ਨਾ ਵੀ ਹੋਵੇ, ਪਰ ਇਹ ਤਾਂ ਪੱਕੀ ਗੱਲ ਹੈ ਕਿ ਨਾਮਦੇਵ ਜੀ ਵੀ ਉਹਨਾਂ ਨੂੰ ਮੱਤ ਦੇਣ ਵਾਸਤੇ ਗਏ ਸਨ, ਮੂਰਤੀ ਪੂਜਾ ਕਰਨ ਵਾਸਤੇ ਨਹੀਂ ਗਏ। ਗੁਰੂ ਨਾਨਕ ਸਾਹਿਬ ਵੀ ਉਹਨਾਂ ਨੂੰ ਮੱਤ ਦੇਣ ਵਾਸਤੇ ਮੱਕੇ ਗਏ ਸਨ, ਉੱਥੇ ਉਹ ਉਹਨਾਂ ਦੇ ਜੋ ਪੱਥਰ ਰੱਖਿਆ ਹੋਇਆ ਅਤੇ ਉਹਦੀ ਪੂਜਾ ਕਰਨ ਵਾਸਤੇ ਨਹੀਂ ਸੀ ਗਏ। ਕਾਸ਼ੀ 'ਚ, ਬਿੰਦਰਾਵਨ ਦੇ ਵਿੱਚ, ਹਰਿਦੁਆਰ ਦੇ ਵਿੱਚ, ਜਗਨਨਾਥਪੁਰੀ 'ਚ ਗੁਰੂ ਨਾਨਕ ਸਾਹਿਬ ਪੰਡਿਆਂ ਦੀ ਰੀਤ ਦੇ ਮੁਤਾਬਕ ਉਹ ਕਿਸੇ ਮੂਰਤੀ ਦੀ ਪੂਜਾ ਕਰਨ ਵਾਸਤੇ ਨਹੀਂ ਸੀ ਗਏ, ਉਹਨਾਂ ਨਾਲ ਵਿਚਾਰ ਚਰਚਾ ਕਰਨ ਗਏ ਸੀ। ਇਹ ਤਾਂ ਵਿਆਖਿਆਕਾਰਾਂ ਨੇ, ਸਾਖੀਕਾਰਾਂ ਨੇ ਹੋਰ ਕਹਾਣੀਆਂ ਘੜ ਦਿੱਤੀਆਂ ਕਿ ਦਿਉਰਾ ਫਿਰ ਗਿਆ। ਅਸਲ ਦੇ ਵਿੱਚ ਗੱਲ ਇਹ ਹੈ, ਜੇ ਇਹਨੂੰ ਇਉਂ ਲਾ ਲਈਏ ਤਾਂ ਜ਼ਿਆਦਾ ਵਧੀਆ ਰਹੇਗਾ ਕਿ ਨਾਮਦੇਵ ਜੀ ਉਹਨਾਂ ਨੂੰ ਕਹਿ ਰਹੇ ਸੀ ਕਿ ਉਹ ਭਾਈ ਤੁਹਾਡੇ ਦਿਉਰੇ ਘੁੰਮ ਜਾਣੇ ਨੇ, ਇਸ ਵਿਚਾਰਧਾਰਾ ਨੇ ਬਦਲ ਜਾਣਾ ਹੈ, ਘੁੰਮ ਜਾਣਾ ਹੈ। ਅਸੀਂ ਲੋਕਾਂ ਨੂੰ ਇੰਨੀ ਮੱਤ ਦੇਣੀ ਹੈ ਕਿ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਧਰਮ ਮੰਦਰਾਂ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ, ਰੱਬ ਤਾਂ ਕਣ ਕਣ ਦੇ ਵਿੱਚ ਵਸਿਆ, ਰੱਬ ਤਾਂ ਸਾਡੇ ਅੰਦਰ ਵਸਿਆ, ਰੱਬ ਤਾਂ ਹਰ ਜੀਵ ਦੇ ਵਿੱਚ ਵਸਿਆ, ਹਰ ਥਾਂ 'ਤੇ ਮੌਜੂਦ ਹੈ। ਅਸੀਂ ਮੰਦਰਾਂ 'ਚ ਆਪਣਾ ਕੰਮ ਛੱਡ ਕੇ ਕਿਉਂ ਆਉਣਾ ਹੈ? ਆਪਣੀ ਹੱਕ ਸੱਚ ਦੀ ਕਮਾਈ, ਆਪਣੀ ਮਿਹਨਤ ਦੀ ਕਮਾਈ, ਖੂਨ ਪਸੀਨੇ ਦੀ ਕਮਾਈ ਪੁਜਾਰੀਆਂ ਦੇ ਹਵਾਲੇ ਕਿਉਂ ਕਰਨੀ ਹੈ? ਅਤੇ ਅਸੀਂ ਤਾਂ ਜਿੱਥੇ ਵੀ ਹੋਵਾਂਗੇ ਉੱਥੇ ਚੰਗੇ ਕੰਮ ਕਰਾਂਗੇ, ਚੰਗੇ ਇਨਸਾਨ ਬਣਾਂਗੇ, ਸਮਾਜ ਦਾ ਭਲਾ ਕਰਾਂਗੇ। ਅਸੀਂ ਮੰਦਰਾਂ 'ਚ ਪੱਥਰਾਂ ਦੇ ਅੱਗੇ ਕਿਉਂ ਨੱਕ ਰਗੜਾਂਗੇ? ਆਪਣੀ ਕਮਾਈ ਇਹਨਾਂ ਦੇ ਹਵਾਲੇ ਕਿਉਂ ਕਰਾਂਗੇ? ਇਹਨਾਂ ਨੇ ਤਾਂ ਜਾਤ ਪਾਤ ਪੈਦਾ ਕੀਤੀ ਹੈ, ਇਹਨਾਂ ਨੇ ਤਾਂ ਸਾਨੂੰ ਪੱਥਰਾਂ ਦੀ ਪੂਜਾ ਕਰਨ ਲਾਇਆ ਹੈ, ਇਹਨਾਂ ਨੇ ਤਾਂ ਔਰਤਾਂ ਨੂੰ ਵੀ ਬਰਾਬਰ ਨਹੀਂ ਮੰਨਿਆ, ਇਹਨਾਂ ਨੇ ਤਾਂ ਤਿਆਗ ਦਾ ਉਪਦੇਸ਼ ਦਿੱਤਾ ਹੈ, ਇਹਨਾਂ ਨੇ ਤਾਂ ਯੁੱਗਾਂ ਦੀ ਵੰਡ ਕੀਤੀ ਹੈ, ਇਹਨਾਂ ਨੇ ਬਹੁਤ ਵਹਿਮਾਂ ਭਰਮਾਂ ਕਰਮ ਕਾਂਡਾਂ 'ਚ ਸਾਨੂੰ ਉਲਝਾਇਆ। ਮੈਂ ਇਹਨਾਂ ਮੰਦਰਾਂ ਦੇ ਵਿੱਚ ਨਹੀਂ ਜਾਵਾਂਗਾ। ਮੈਂ ਸਮਾਜ ਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਮੰਦਰਾਂ ਦੀ ਵਿਚਾਰਧਾਰਾ ਨੂੰ ਅਸੀਂ ਬਦਲ ਦਿਆਂਗੇ। ਸੱਚ ਜਾਣਿਓ, ਗੁਰਬਾਣੀ ਨੇ ਉਹ ਜਿਹੜੀ ਮਨੁੱਖਤਾ ਦੇ ਵਿਰੁੱਧ ਵਿਚਾਰਧਾਰਾ ਸੀ ਉਹਨੂੰ ਬਦਲਣ ਦੇ ਵਿੱਚ ਭਰਪੂਰ ਯੋਗਦਾਨ ਪਾਇਆ। ਇਹ ਤਾਂ ਵੱਖਰੀ ਗੱਲ ਹੈ ਕਿ ਸਿੱਖਾਂ ਨੇ ਗੁਰਬਾਣੀ ਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ, ਪੜ੍ਹਿਆ ਨਹੀਂ, ਅਤੇ ਇਸੇ ਕਰਕੇ ਅੱਜ ਵੀ ਸਿੱਖ ਬਹੁਤ ਸਾਰੇ ਕਰਮਕਾਂਡ ਕਰੀ ਜਾਂਦੇ ਨੇ। ਨਹੀਂ ਤਾਂ ਗੁਰਬਾਣੀ ਦੇ ਰਾਹੀਂ ਇੱਕ ਵੱਡਾ ਇਨਕਲਾਬ ਸ਼ੁਰੂ ਹੋਇਆ ਸੀ ਜਿਹੜਾ ਕਿ ਅਜੇ ਵੀ ਜਾਰੀ ਹੈ,
ਤੇ ਜੇ ਆਪਾਂ ਗਿਆਨਵਾਨ ਬਣ ਜਾਈਏ, ਗੁਰਬਾਣੀ ਨੂੰ ਸਮਝ ਲਈਏ, ਤਾਂ ਉਹ ਇਨਕਲਾਬ ਤੇਜ਼ੀ ਦੇ ਨਾਲ ਹੋਰ ਅੱਗੇ ਵੱਧ ਸਕਦਾ ਹੈ, ਇਨਸਾਨੀਅਤ ਦਾ ਭਲਾ ਕਰ ਸਕਦਾ ਹੈ। ਮੰਦਰ ਘੁੰਮਣੇ ਜਾਂ ਮੂਰਤੀਆਂ ਘੁੰਮਣੀਆਂ, ਇਹਦੇ ਵਿੱਚ ਕੋਈ ਅਸਲੀਅਤ ਨਹੀਂ ਹੁੰਦੀ। ਇਹੋ ਜਿਹੀਆਂ ਕਰਾਮਾਤਾਂ ਕਿਤੇ ਵੀ ਨਹੀਂ ਵਾਪਰਦੀਆਂ। ਕਈਆਂ ਨੇ ਤਾਂ ਉਹ ਮੰਦਰ ਵੀ ਕਹਿੰਦੇ ਨੇ ਉਹਦਾ ਜਿਹੜਾ ਮੂੰਹ ਹੈ, ਦਰਵਾਜ਼ਾ ਹੈ ਮੰਦਰ ਦਾ, ਬਾਕੀ ਮੰਦਰਾਂ ਤੋਂ ਉਲਟ ਦੂਜੇ ਪਾਸੇ ਬਣਾ ਲਿਆ। ਇਹ ਪੁਜਾਰੀ ਤਬਕਾ ਬਾਅਦ ਦੇ ਵਿੱਚ ਬਹੁਤ ਕੁਝ ਬਣਾ ਲੈਂਦਾ। ਇੱਥੇ ਤਾਂ ਕੀੜਿਆਂ ਮਕੌੜਿਆਂ ਦੀਆਂ ਵੀ ਪੂਜਾ ਹੁੰਦੀ ਹੈ, ਗਊਆਂ ਦੀ, ਮੱਝਾਂ ਦੀ, ਬਾਂਦਰਾਂ ਦੀ ਪੂਜਾ ਹੁੰਦੀ ਹੈ। ਇਹ ਕੇਵਲ ਵਿਖਾਵੇ ਮਾਤਰ ਹੁੰਦਾ ਹੈ ਅਤੇ ਇਨਸਾਨਾਂ ਨਾਲ ਬਹੁਤਿਆਂ ਨਾਲ ਨਫ਼ਰਤ ਹੁੰਦੀ ਹੈ ਅਤੇ ਕੁਝ ਇੱਕ ਉੱਚੀ ਜਾਤ ਵਾਲੇ ਪੁਜਾਰੀ ਤਬਕੇ ਦੀ ਪੂਜਾ ਵੀ ਹੁੰਦੀ ਹੈ। ਇੱਥੇ ਕੋਈ ਇੱਕ ਵਿਚਾਰਧਾਰਾ ਨਹੀਂ ਹੈ। ਆਪਣੇ ਦਿਮਾਗ ਨੂੰ ਵਿਕਸਿਤ ਕਰੋ ਤਾਂ ਕਿ ਚੰਗੇ ਇਨਸਾਨ ਬਣ ਕੇ ਸਮਾਜ ਦਾ ਭਲਾ ਕਰ ਸਕੀਏ। ਸਵਾਲ ਨੰਬਰ 218 ਭਾਈ ਕਰਨਪ੍ਰੀਤ ਸਿੰਘ ਜੰਮੂ, ਇਹਨਾਂ ਨੇ ਅਗਲਾ ਸਵਾਲ ਕੀਤਾ ਹੈ, 10 ਗੁਰੂ ਸਾਹਿਬਾਨਾਂ ਵਿੱਚ ਕੋਈ ਔਰਤ ਗੁਰੂ ਨਹੀਂ ਬਣੀ, ਨਾ ਹੀ 5 ਪਿਆਰਿਆਂ ਵਿੱਚ ਕੋਈ ਬੀਬੀ ਸ਼ਾਮਲ ਹੋਈ ਹੈ। ਇਹ ਵਖਰੇਵਾਂ ਕਿਉਂ ਹੈ? ਇਹ ਸਵਾਲ ਬਹੁਤ ਮਹੱਤਵਪੂਰਨ ਹੈ। ਪੰਥ ਦੇ ਮੁਖੀਆਂ ਨੂੰ ਗਹਿਰਾਈ ਨਾਲ ਇਹਦੇ 'ਤੇ ਵਿਚਾਰ ਕਰਨੀ ਬਣਦੀ ਹੈ, ਪਰ ਇਹਦਾ ਪਿਛੋਕੜ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਜ਼ਰੂਰੀ ਸਮਝਦਾ। ਉਹ ਇਹ ਹੈ ਕਿ ਸਾਡੇ ਭਾਰਤੀ ਸਮਾਜ ਨੇ ਅੱਜ ਤੱਕ ਔਰਤ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ। ਗੁਰੂ ਸਾਹਿਬ ਕਿਸੇ ਔਰਤ ਨੂੰ ਫਰਜ਼ ਕਰੋ ਸਿਖਲਾਈ ਦੇ ਕੇ ਇੰਨੀ ਉੱਚੇ ਦਰਜੇ ਦੀ ਗਿਆਨਵਾਨ, ਬਹਾਦਰ, ਪਰਉਪਕਾਰੀ ਭਾਵਨਾ ਵਾਲੀ ਜੇ ਬਣਾ ਵੀ ਦਿੰਦੇ ਤਾਂ ਸਮਾਜ ਨੇ ਔਰਤ ਨੂੰ ਗੁਰੂ ਹੋਣਾ ਪ੍ਰਵਾਨ ਨਹੀਂ ਸੀ ਕਰਨਾ। ਕਾਰਨ ਸਪਸ਼ਟ ਹੈ ਕਿ ਸਾਡਾ ਆਮ ਇਨਸਾਨ, ਆਮ ਸਮਾਜ ਔਰਤਾਂ ਨੂੰ ਬਰਾਬਰ ਦਾ ਦਰਜਾ ਅੱਜ ਤੱਕ ਨਹੀਂ ਦੇ ਸਕਿਆ। ਬ੍ਰਾਹਮਣੀ ਸੋਚ ਸਾਡੇ ਦਿਮਾਗਾਂ ਦੇ ਵਿੱਚ ਅੱਜ ਤੱਕ ਉਸੇ ਤਰ੍ਹਾਂ ਧਸੀ ਹੋਈ ਚਲੀ ਆ ਰਹੀ ਹੈ। ਇੱਥੇ ਇਹ ਵੀ ਯਾਦ ਰਵੇ ਕਿ ਜਦੋਂ 500 ਸਾਲ ਬੀਤ ਜਾਣ ਤੋਂ ਬਾਅਦ ਵੀ ਅੱਜ ਤੱਕ ਸਾਡੇ ਸਮਾਜ ਦੇ ਵਿੱਚ ਔਰਤਾਂ ਨੂੰ ਬਣਨ ਦਾ ਹੱਕ ਨਹੀਂ ਦਿੱਤਾ ਗਿਆ। 500 ਸਾਲ ਪਹਿਲਾਂ ਜਾਂ ਖੰਡੇ ਕੀ ਪਹੁਲ ਛਕਾਉਣ ਵੇਲੇ 5 ਪਿਆਰਿਆਂ 'ਚ ਸ਼ਾਮਲ ਕਰਨ ਦੀ ਗੱਲ ਹੈ ਤਾਂ ਉਦੋਂ ਬਰਾਬਰਤਾ ਦਾ ਦਰਜਾ ਜੇ ਗੁਰੂ ਸਾਹਿਬ ਦੇ ਵੀ ਦਿੰਦੇ, 5 ਪਿਆਰਿਆਂ 'ਚ ਕਿਸੇ ਔਰਤ ਨੂੰ ਸ਼ਾਮਲ ਕਰ ਵੀ ਲੈਂਦੇ, ਕਿ ਆਮ ਸਮਾਜ ਨੇ ਉਹਨਾਂ ਨੂੰ ਬਰਦਾਸ਼ਤ ਕਰ ਲੈਣਾ ਸੀ? ਕਦੀ ਵੀ ਨਹੀਂ ਕਰਨਾ ਸੀ। ਅੱਜ ਤੱਕ ਵੀ ਤੁਸੀਂ ਆਪ ਦੇਖ ਲਓ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿਹੜਾ ਕਿ ਸਿੱਖਾਂ ਦਾ ਸਭ ਤੋਂ ਪ੍ਰਮੁੱਖ ਧਰਮ ਸਥਾਨ ਗਿਣਿਆ ਜਾਂਦਾ ਹੈ, ਉੱਥੇ ਔਰਤਾਂ ਨੂੰ ਹੋਰ ਕੋਈ ਵੱਡੇ ਜ਼ਿੰਮੇਵਾਰੀ ਦੇਣੀ ਤਾਂ ਅਲੱਗ ਗੱਲ ਹੈ, ਉੱਥੇ ਕੀਰਤਨ ਕਰਨ ਦੀ ਇਜਾਜ਼ਤ ਅੱਜ ਤੱਕ ਨਹੀਂ ਹੈ। ਉੱਥੇ ਸਾਫ ਸਫਾਈ ਕਰਨ ਦੀ ਵੀ ਅੱਜ ਤੱਕ ਔਰਤਾਂ ਨੂੰ ਇਜਾਜ਼ਤ ਨਹੀਂ ਹੈ। ਅਤੇ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖ਼ਤ ਦੇ ਉੱਤੇ ਜਿਹੜੇ 5 ਪਿਆਰੇ ਖੰਡੇ ਕੀ ਪਹੁਲ ਛਕਾਉਂਦੇ ਨੇ, ਉਹਨਾਂ ਦੇ ਵਿੱਚ ਕਿਸੇ ਬੀਬੀ ਨੂੰ ਅੱਜ ਤੱਕ ਸ਼ਾਮਲ ਨਹੀਂ ਕੀਤਾ ਜਾਂਦਾ। ਕਿਤਨਾ ਸਮਾਂ ਬੀਤ ਗਿਆ, ਅਸੀਂ ਤਾਂ ਅੱਜ ਵੀ ਉਸੇ ਖਲ ਜਗਣ ਦੇ ਵਿੱਚ ਖਲੋਤੇ ਹੋਏ ਹਾਂ। ਬੀਬੀਆਂ ਨੂੰ ਬਰਾਬਰ ਮੰਨਣ ਦੀ ਅੱਜ ਤੱਕ ਅਸੀਂ ਸਿਆਣਪ ਨਹੀਂ ਵਿਖਾ ਸਕੇ, ਅਤੇ ਉਦੋਂ ਕਿੱਥੇ ਗੁਰੂ ਸਾਹਿਬ ਦਾ ਆਖਾ ਮੰਨਣਾ ਸੀ। ਜੇ ਕਿਤੇ ਗੁਰੂ ਸਾਹਿਬ ਇਹ ਕੰਮ ਕਰ ਦਿੰਦੇ, ਹੁਕਮ ਦੇ ਦਿੰਦੇ, ਤਾਂ ਸਿੱਖਾਂ ਨੇ ਮੰਨਣ ਤੋਂ ਇਨਕਾਰ ਕਰ ਦੇਣਾ ਸੀ। ਇੱਥੇ ਯਾਦ ਰਵੇ, ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਜਾਤ ਪਾਤ ਦੇ ਵਿਰੁੱਧ ਬੇਅੰਤ ਆਵਾਜ਼ ਉਠਾਈ ਹੋਈ ਹੈ। ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ 'ਤੇ ਚੱਲੈ ਬਹੁਤ ਵਿਕਾਰਾ। ਅਤੇ ਗੁਰੂ ਸਾਹਿਬ ਨੇ ਜਦੋਂ ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ ਲਿਖਿਆ ਪਿਆ, ਕੀ ਸਿੱਖਾਂ ਦੇ ਵਿੱਚੋਂ ਜਾਤ ਪਾਤ ਖਤਮ ਹੋ ਗਈ? ਕੀ ਅੱਜ ਸਿੱਖ ਰਲ ਮਿਲ ਕੇ ਇਨਸਾਨ ਬਣ ਕੇ ਰਹਿਣ ਜੋਗੇ ਬਣ ਗਏ? ਕੀ ਸਿੱਖਾਂ ਨੇ ਜਾਤ ਪਾਤ 'ਤੇ ਆਧਾਰਿਤ ਗੁਰਦੁਆਰੇ ਨਹੀਂ ਬਣਾ ਲਏ? ਕੀ ਸਿੱਖਾਂ ਦੇ ਵਿੱਚ ਅੱਜ ਤੱਕ ਬਹੁਤ ਸਾਰੀਆਂ ਥਾਵਾਂ 'ਤੇ ਆਖੇ ਜਾਂਦੇ ਨੀਵੀਂ ਜਾਤ ਦੇ ਭੈਣਾਂ ਭਰਾਵਾਂ ਨੂੰ ਵੱਖਰੇ ਬਣਾ ਕੇ, ਵੱਖਰੇ ਬਿਠਾ ਕੇ ਪ੍ਰਸ਼ਾਦਾ ਨਹੀਂ ਛਕਾਇਆ ਜਾ ਰਿਹਾ? ਅੱਜ ਤੱਕ ਕਿੰਨੀ ਨਫ਼ਰਤ ਕੀਤੀ ਜਾ ਰਹੀ ਹੈ ਆਖੀ ਜਾਂਦੀ ਛੋਟੀ ਜਾਤ ਵਾਲਿਆਂ ਨੂੰ ਕਿ ਅਸੀਂ ਗੁਰੂ ਦਾ ਹੁਕਮ ਮੰਨ ਲਿਆ। ਜਾਤੀ ਦਾ ਕਿ ਹੱਥ ਸੱਚ ਪਰਖੀ ਹੈ, ਮੋਹਰਾ ਹੋਵੇ ਹੱਥ ਮਰੀਆ ਚੱਖੀ ਹੈ। ਗੁਰੂ ਨਾਨਕ ਸਾਹਿਬ ਤਾਂ ਕਹਿ ਰਹੇ ਨੇ ਕਿ ਤੁਸੀਂ ਜਾਤ ਪਾਤ ਦਾ ਜਿਹੜਾ ਹੰਕਾਰ ਆਪਣੇ ਅੰਦਰ ਪਾਲਿਆ, ਇਹ ਤੁਹਾਡੀ ਹਥੇਲੀ 'ਤੇ ਟਿਕਿਆ ਹੋਇਆ ਜ਼ਹਿਰ ਹੈ। ਤੁਸੀਂ ਜਾਤ ਪਾਤ ਦਾ ਜ਼ਹਿਰ ਆਪਣੇ ਅੰਦਰ ਸੁੱਟ ਰਹੇ ਹੋ। ਇਸ ਜ਼ਹਿਰ ਨੂੰ ਪਰੇ ਵਗਾਹ ਮਾਰੋ। ਇਹਦੇ 'ਤੇ ਕਦੇ ਜਾਤ ਪਾਤ ਨੂੰ ਨਾ ਮੰਨੋ ਅਤੇ ਇਹਦੇ 'ਤੇ ਅਮਲ ਕਦੀ ਨਾ ਕਰੋ। ਸਾਰੇ ਭੈਣ ਭਰਾ ਬਣ ਕੇ ਰਹੋ। ਅਤੇ ਗੁਰਬਾਣੀ ਦੇ ਵਿੱਚੋਂ ਰੋਜ਼ਾਨਾ ਪੰਕਤੀਆਂ ਪੜ੍ਹੀ ਜਾਂਦੇ ਹਾਂ, ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ। ਪਰ ਕਿੰਨੇ ਕੁ ਸਿੱਖ ਨੇ ਜਿਹੜੇ ਕਿ ਔਰਤਾਂ ਨੂੰ ਬਰਾਬਰ ਮੰਨਦੇ ਨੇ? ਅੱਜ ਤੱਕ ਲੜਕੀਆਂ ਨੂੰ
ਜ਼ਮੀਨ ਜਾਇਦਾਦ ਦੇ ਵਿੱਚੋਂ ਬਰਾਬਰ ਦਾ ਅਧਿਕਾਰ ਨਹੀਂ ਮਿਲਦਾ। ਬੈਂਕ ਖਾਤਾ ਆਮ ਤੌਰ 'ਤੇ ਔਰਤਾਂ ਦਾ ਨਹੀਂ ਹੁੰਦਾ। ਬਾਹਰ ਅੰਦਰ ਜਾਣ ਆਉਣ ਦੇ ਹੱਕ ਨਹੀਂ ਹੈ। ਜੇ ਕਿਤੇ ਕੋਈ ਔਰਤ ਬਾਹਰ ਅੰਦਰ ਇਕੱਲੀ ਜਾਂਦੀ ਵੀ ਹੋਵੇ ਤਾਂ ਸਮਾਜ ਦੇ ਗੁੰਡੇ ਉਹਨੂੰ ਬਾਹਰ ਨਹੀਂ ਜਾਣ ਦਿੰਦੇ। ਅੱਜ ਤੱਕ ਔਰਤਾਂ ਨਾਲ ਜ਼ਿਆਦਤੀਆਂ ਹੋ ਰਹੀਆਂ ਨੇ, ਬਲਾਤਕਾਰ ਹੋ ਰਹੇ ਨੇ, ਨਿੱਕੀਆਂ ਨਿੱਕੀਆਂ ਬਾਲੜੀਆਂ ਦੀ ਜ਼ਿੰਦਗੀ ਰੋਲ ਦਿੱਤੀ ਜਾਂਦੀ ਹੈ ਅਤੇ ਕਿੰਨਾ ਕੁਛ ਸਮਾਜ ਦੇ ਵਿੱਚ ਅੱਜ ਤੱਕ ਹੋ ਰਿਹਾ ਹੈ। ਜੇ ਉਦੋਂ ਗੁਰੂ ਸਾਹਿਬ ਕਿਸੇ ਔਰਤ ਨੂੰ ਗੁਰੂ ਦਾ ਦਰਜਾ ਦੇ ਦਿੰਦੇ ਕਿ ਉਹ ਘਰੋਂ ਬਾਹਰ ਜਾ ਕੇ ਧਰਮ ਪ੍ਰਚਾਰ ਕਰ ਸਕਦੀ ਸੀ। ਆਦਮੀਆਂ ਦੇ ਇਕੱਠਾਂ ਦੇ ਵਿੱਚ ਉਹਦੇ ਨਾਲ ਮੰਦਾ ਸਲੂਕ ਨਹੀਂ ਸੀ ਕੀਤਾ ਜਾਣਾ। ਕਿ ਅੱਜ ਵੀ ਔਰਤਾਂ ਨੂੰ ਭੈੜੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ। ਤਾਂ ਇਹ ਸਾਰਾ ਕੁਝ ਸਾਹਮਣੇ ਰੱਖਾਂਗੇ ਤਾਂ ਸਮਝ ਆਵੇਗੀ। ਇਸੇ ਤਰ੍ਹਾਂ ਫੌਜ ਦੇ ਵਿੱਚ ਭਰਤੀ ਹੋਣ ਦਾ ਤਰੀਕਾ ਅਪਣਾਇਆ ਸੀ ਗੁਰੂ ਗੋਬਿੰਦ ਸਿੰਘ ਨੇ ਖੰਡੇ ਕੀ ਪਹੁਲ ਦੇ ਕੇ, ਅਤੇ 5 ਸਿੰਘ ਖੰਡੇ ਕੀ ਪਹੁਲ ਦੇ ਕੇ ਪਰਨ ਕਰਾਉਂਦੇ ਸੀ ਕਿ ਅੱਜ ਤੋਂ ਤੁਸੀਂ ਗੁਰੂ ਕੀ ਲਾਡਲੀ ਫੌਜ ਦੇ ਵਿੱਚ ਭਰਤੀ ਹੋ ਗਏ ਹੋ ਅਤੇ ਆਹ ਤੁਹਾਡੀ ਵਰਦੀ ਹੋਵੇਗੀ, ਆਹ ਤੁਹਾਡਾ ਡਿਸਪਲਿਨ ਹੋਵੇਗਾ, ਇਸ ਤਰ੍ਹਾਂ ਦੇ ਤੌਰ ਤਰੀਕੇ ਅਪਣਾਉਣੇ ਨੇ ਤੁਸੀਂ ਅਤੇ ਜੰਗ ਯੁੱਧ ਲੜਨਾ ਹੈ। ਜਾਨ ਭਾਵੇਂ ਚਲੀ ਜਾਵੇ ਪਰ ਤੁਸੀਂ ਕਦੀ ਪਿੱਠ ਨਹੀਂ ਵਿਖਾਉਣੀ ਜਾਂ ਕਦੀ ਤੁਸੀਂ ਕੋਈ ਗਲਤ ਸਮਝੌਤਾ ਨਹੀਂ ਕਰਨਾ। ਤੁਸੀਂ ਸੋਚ ਕੇ ਦੇਖੋ, ਮੈਂ 7/7/2020 ਦੇ ਅਖਬਾਰ ਵਿੱਚ ਸਾਰਾ ਕੁਝ ਪੜ੍ਹਿਆ। ਭਾਰਤ ਦੀ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਜਿਹੜੀਆਂ ਔਰਤਾਂ ਲੜਕੀਆਂ ਭਾਰਤੀ ਫੌਜ ਦੇ ਵਿੱਚ ਭਰਤੀ ਹੋ ਜਾਂਦੀਆਂ ਨੇ, ਬਹੁਤ ਘੱਟ ਹੈ ਗਿਣਤੀ ਭਾਵੇਂ, ਜਿਹੜੀਆਂ ਭਰਤੀ ਹੋ ਜਾਂਦੀਆਂ ਨੇ ਉਹਨਾਂ ਨੂੰ ਬਰਾਬਰ ਦੇ ਅਧਿਕਾਰ ਦਿਓ, ਉਹਨਾਂ ਨੂੰ ਬਰਾਬਰ ਦੇ ਪ੍ਰਮੋਸ਼ਨ ਤਰੱਕੀਆਂ ਦਿਓ, ਉਹਨਾਂ ਨਾਲ ਕੋਈ ਵਿਤਕਰਾ ਨਾ ਕਰੋ। ਮੈਂ ਖੁਦ ਹੈਰਾਨ ਰਹਿ ਗਿਆ ਕਿ ਭਾਰਤ ਸਰਕਾਰ ਅੱਜ ਤੱਕ ਫੌਜ ਦੇ ਵਿੱਚ ਔਰਤਾਂ ਨਾਲ ਵਿਤਕਰਾ ਕਰਦੀ ਸੀ, ਉਹਨਾਂ ਨੂੰ ਬਰਾਬਰ ਦੇ ਅਹੁਦੇ ਨਹੀਂ ਦਿੰਦੀ ਸੀ, ਬਰਾਬਰ ਦੀ ਤਨਖਾਹ ਆਦਮੀਆਂ ਦੇ ਬਰਾਬਰ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ ਸੀ, ਜਾਂ ਪ੍ਰਮੋਸ਼ਨ ਤਰੱਕੀ ਉਹਨਾਂ ਨੂੰ ਬਰਾਬਰ ਦੀ ਨਹੀਂ ਦਿੱਤੀ ਜਾਂਦੀ ਸੀ। ਭਾਰਤ ਦੀ ਸੁਪਰੀਮ ਕੋਰਟ ਨੂੰ ਹੁਕਮ ਦੇਣਾ ਪਿਆ ਕਿ ਇਹਨੂੰ ਬਰਾਬਰ ਆਖਿਆ ਜਾਵੇ, ਔਰਤਾਂ ਨਾਲ ਲਿੰਗ ਦੇ ਆਧਾਰ 'ਤੇ ਇਸ ਤਰ੍ਹਾਂ ਦਾ ਕੋਈ ਵਿਤਕਰਾ ਨਾ ਕੀਤਾ ਜਾਵੇ, ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗੁਰੂ ਪਿਆਰ ਵਾਲਿਓ, ਅੱਜ ਤੱਕ ਵੀ ਵੱਡੇ ਵੱਡੇ ਦੇਸ਼, ਵੱਡੀਆਂ ਵੱਡੀਆਂ ਸਰਕਾਰਾਂ ਔਰਤਾਂ ਨੂੰ ਬਰਾਬਰ ਮੰਨਣ ਨੂੰ ਤਿਆਰ ਨਹੀਂ। ਹੁਕਮ ਦੇ ਦੇਣਾ ਕਾਫੀ ਨਹੀਂ ਹੁੰਦਾ, ਹੁਕਮ ਨੂੰ ਮੰਨਣ ਵਾਲੇ ਵੀ ਚਾਹੀਦੇ ਨੇ। ਗੁਰੂ ਸਾਹਿਬ ਨੇ ਬੇਅੰਤ ਉੱਚੇ ਦਰਜੇ ਦੇ ਅਗਾਂਹ ਵਧੂ ਹੁਕਮ ਸਾਨੂੰ ਦਿੱਤੇ ਸੀ, ਪਰ ਸਿੱਖਾਂ ਨੇ ਅੱਜ ਤੱਕ ਨਹੀਂ ਮੰਨੇ। ਜੇ 5 ਪਿਆਰਿਆਂ 'ਚ ਗੁਰੂ ਗੋਬਿੰਦ ਸਿੰਘ ਜੀ ਕਿਸੇ ਔਰਤ ਨੂੰ ਸ਼ਾਮਲ ਕਰ ਲੈਂਦੇ, ਪਤਾ ਨਹੀਂ ਕਿੰਨਿਆਂ ਨੇ ਉੱਥੋਂ ਛੱਡ ਕੇ ਚਲੇ ਜਾਣਾ ਸੀ ਕਿ ਅਸੀਂ ਇਹਦੇ ਤੋਂ ਖੰਡੇ ਕੀ ਪਹੁਲ ਨਹੀਂ ਲੈਣੀ। ਜੇ ਗੁਰੂ ਗੋਬਿੰਦ ਸਿੰਘ ਜੀ ਆਪਣੀ ਫੌਜ ਦੇ ਵਿੱਚ ਉਦੋਂ ਔਰਤਾਂ ਨੂੰ ਭਰਤੀ ਕਰ ਲੈਂਦੇ, ਪਤਾ ਨਹੀਂ ਕਿੰਨੇ ਲੋਕਾਂ ਨੇ ਉਹਨਾਂ ਦੇ ਨਾਲ ਗੰਦਾ ਅਤੇ ਮੰਦਾ ਸਲੂਕ ਕਰਨਾ ਸੀ, ਉਹਨਾਂ ਦੀ ਇੱਜ਼ਤ ਮਹਿਫੂਜ਼ ਨਹੀਂ ਸੀ ਰਹਿਣੀ। ਅੱਜ ਤੱਕ ਵੀ ਫੌਜ 'ਚ, ਦਫ਼ਤਰਾਂ 'ਚ, ਸਮਾਜ ਦੇ ਵਿੱਚ ਔਰਤਾਂ ਨਾਲ ਬਰਾਬਰ ਦਾ ਦਰਜਾ, ਉਹਨਾਂ ਦੀ ਇੱਜ਼ਤ ਦਾ ਖਿਆਲ ਆਦਿਕ ਰੱਖ ਕੇ ਨਹੀਂ ਕੀਤਾ ਜਾਂਦਾ। ਅੱਜ ਤੱਕ ਵੀ ਸਾਡੀ ਸੋਚ ਨੀਵੇਂ ਪੱਧਰ ਦੀ ਹੈ। ਇਹ ਗੱਲਾਂ ਕੇਵਲ ਕਹਿਣ ਮਾਤਰ ਨੇ ਕਿ ਉਦੋਂ ਔਰਤਾਂ 5 ਪਿਆਰਿਆਂ 'ਚ ਆਪਣਾ ਸੀਸ ਵਾਰਨ ਵਾਸਤੇ ਖੜੀਆਂ ਨਹੀਂ ਹੋਈਆਂ। ਇਹ ਝੂਠ ਹੈ ਸਾਰਾ। ਜੇ ਉਹ ਖੜੀਆਂ ਹੋ ਵੀ ਜਾਂਦੀਆਂ ਤਾਂ ਸਿੱਖਾਂ ਨੇ, ਜਿਹੜੇ ਆਪਣੇ ਆਪ ਨੂੰ ਸਿੱਖ ਗਵਾਉਂਦੇ ਸੀ, ਉਹਨਾਂ ਨੇ ਬਰਦਾਸ਼ਤ ਨਹੀਂ ਸੀ ਕਰਨਾ। ਇਹ ਤਾਂ ਅੱਜ ਤੱਕ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹੈਗੇ। ਮੈਂ ਆਪ ਇਸ ਪਾਸੇ ਕਾਫੀ ਕੰਮ ਕੀਤਾ। ਲੜਕੀਆਂ ਨੂੰ ਸ਼ਾਮਲ ਕਰਕੇ 5 ਪਿਆਰਿਆਂ ਦੇ ਵਿੱਚ ਖੰਡੇ ਕੀ ਪਹੁਲ ਚੁਕਾਉਂਦੇ ਰਹੇ ਹਾਂ, ਭਾਵੇਂ ਵਿਰੋਧ ਵੀ ਕਾਫੀ ਹੋਇਆ, ਪਰ ਮੈਂ ਇਹ ਕੰਮ ਜਿੰਨਾ ਕੁ ਹੋ ਸਕਿਆ ਕੀਤਾ ਅਤੇ ਇਹਦਾ ਪ੍ਰਚਾਰ ਵੀ ਕੀਤਾ। ਇਸੇ ਤਰ੍ਹਾਂ 5 ਪਿਆਰਿਆਂ ਦੇ ਰਾਹੀਂ ਔਰਤਾਂ ਨੂੰ ਸ਼ਾਮਲ ਕਰਕੇ 5 ਪਿਆਰੇ ਬਣਾ ਕੇ ਘੋੜਿਆਂ 'ਤੇ ਸਵਾਰ ਕਰਕੇ ਅਸੀਂ ਨਗਰ ਕੀਰਤਨ ਦਾ ਵੀ ਪ੍ਰਬੰਧ ਕੀਤਾ ਸੀ ਪਟਿਆਲੇ ਦੇ ਵਿੱਚ। ਉਹਦੀ ਵੀ ਪ੍ਰਸ਼ੰਸਾ ਵੀ ਹੋਈ ਅਤੇ ਵਿਰੋਧਤਾ ਵੀ ਹੋਈ, ਅਤੇ ਇਹ ਸਾਰਾ ਕੁਝ ਸਮਾਜ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਅਤੇ ਬਾਕੀ ਸਿੱਖਾਂ ਦੀਆਂ ਵੱਡੀਆਂ ਜਥੇਬੰਦੀਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਉਦੋਂ ਗੁਰੂ ਸਾਹਿਬ ਨੇ ਹਾਲਾਤ ਦਾ ਜਾਇਜ਼ਾ ਲੈ ਕੇ ਔਰਤਾਂ ਨੂੰ ਗੁਰਤਾ ਦਾ ਦਰਜਾ ਨਹੀਂ ਦਿੱਤਾ। ਉਹ ਜਾਣਦੇ ਸਨ ਕਿ ਇਹਨਾਂ ਨੇ ਬਰਦਾਸ਼ਤ ਨਹੀਂ ਕਰਨਾ। 5 ਪਿਆਰਿਆਂ 'ਚ ਔਰਤਾਂ ਸ਼ਾਮਲ ਨਹੀਂ ਕੀਤੀਆਂ। ਗੁਰੂ ਸਾਹਿਬ ਜਾਣਦੇ ਸਨ ਕਿ ਇਹ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ। ਅਤੇ ਅੱਜ ਤਾਂ ਬਹੁਤ ਸਮਾਂ ਬੀਤ ਗਿਆ। ਅੱਜ ਤਾਂ ਤੁਸੀਂ 5 ਪਿਆਰਿਆਂ 'ਚ ਸ਼ਾਮਲ ਕਰ ਸਕਦੇ ਹੋ। ਅੱਜ ਤਾਂ ਹਰ ਥਾਂ 'ਤੇ ਕੀਰਤਨ ਕਰਨ ਦੀ ਇਜਾਜ਼ਤ ਦੇ ਸਕਦੇ ਹੋ। ਅੱਜ ਤਾਂ ਉਹਨਾਂ ਨੂੰ ਵੱਡੇ ਅਹੁਦੇ ਦੇ ਸਕਦੇ ਹੋ। ਅੱਜ ਤਾਂ ਜ਼ਮੀਨ ਜਾਇਦਾਦ ਦਾ ਬਰਾਬਰ ਹਿੱਸਾ ਦੇ ਸਕਦੇ ਹੋ। ਅੱਜ ਤਾਂ ਪੜ੍ਹਾਈ ਲਿਖਾਈ ਦੇ ਵਿੱਚ ਬਰਾਬਰ ਉਹਨਾਂ ਨੂੰ ਮੌਕੇ ਦੇ ਸਕਦੇ ਹੋ। ਸਮਾਜ ਦੇ ਵਿੱਚ ਉਹਨਾਂ ਦਾ ਇੱਜ਼ਤ ਆਬਰੂ ਬਚੀ ਰਵੇ। ਅੱਜ ਇਸ ਤਰ੍ਹਾਂ ਦਾ ਤੁਸੀਂ ਧਿਆਨ ਤਾਂ ਰੱਖ ਸਕਦੇ ਹੋ। ਉਹਨਾਂ ਨੂੰ ਸਾਰੇ ਕਾਰੋਬਾਰਾਂ ਦੇ ਵਿੱਚ ਬਰਾਬਰਤਾ ਦੇਣ ਦਾ ਪ੍ਰਬੰਧ ਤਾਂ ਕਰ ਸਕਦੇ ਹੋ, ਪਰ ਆਪ ਤਾਂ ਕੁਛ ਵੀ ਨਹੀਂ ਕਰਨਾ।
आप न दें चूरू भर पानी, तह निंदा जे गंगा आनी। गुरु साहब ने जिन्ना कुछ कर दिता वो लाजवाब है, पर वो भी इन्ना लोगों को बर्दाश्त नहीं होया। अज इन्ना समा बीत जाने के बाद भी इहो ही आस लाई बैठे हाँ कि गुरु साहब आप आके औरतां नूं बराबर कर जाण। असीं ते कुछ भी नहीं करना, अपने घर तो शुरू करिए, अपनी धी नूं, भैन नूं, मां नूं, पत्नी नूं बराबर का दर्जा दईए, उन्हां दे हक्कां दा ख्याल रखीए, ते तां असीं मन सकते हैं कि सचमुच असीं गुरबाणी दे सिख हाँ। असीं सो क्यों मंदा आखीए जित जम्मै राजान, इन्हां पंक्तियां नूं असीं मंनदे हाँ। असीं ते केवल उन्हां नूं पढ़दे हाँ, केवल लोकां नूं सुणाउने हाँ, पर उन्हां ते अमल नहीं करदे। गुरु प्यार वालिओ, गुरबाणी अमल करन वास्ते है, केवल रट्टे लाउण वास्ते नहीं, लोकां नूं केवल सुणाउण वास्ते नहीं। ते इहनूं तां अपनी जिंदगी च लागू करना है, समाज का तां सुधार होना है। सवाल नंबर 219 भाई सरबजीत सिंह युगांडा अफ्रीका तो, इन्हां दा सवाल है। एक शब्द इन्हां ने लिख के भेजिया, जां को मुश्किल अत बनै ढोई कोई ना दे। इस शब्द दे आपां विचार करांगे। इन्हां ने पुछया कि गुरु साहब ने बहुत सारियां जदों मुश्किलां होण, मुसीबतां पै जाण, बीमारियां होण, भुख नंग होवे, अनेकां प्रकार के दुश्मन होण, तां परमात्मा का नाम याद करिए तो सारे दुख दरिद्र दूर हो जाते हैं। ये भावना आम तौर पर प्रगट की जाती है स्टेजां के उत्ते, कथावाचकों वालों, जां कोई होर जिहड़े लिखारी ने उन्होंने किताबां दे विच भी करीब करीब इस तरह लिखा होया है। जे फिर इस तरह ये शब्द मन लईए जिमें कि लिखा होया है, तां गुरु साहिब नूं जंग युद्ध लड़न की जरूरत नहीं सी, जाना वारन दी शहीदियां पाउण दी लोड़ नहीं सी, सिखां दे सिरां दे मुੱਲ फिर ना पैंदे, सिखां ने ये शब्द पढ़ लेना सी। भाई तारू सिंह, भाई मनी सिंह, सुबेश सिंह, शाहबाज सिंह, चार साहिबजादे होर हज़ारां दी गिणती विच सिखां नूं कोह के शहीद किया गया, फिर उदों ये शब्द उन्हां दे कम क्यों नहीं आया। ये सारा कुछ प्रचारकां ने सानू ना समझ, सानू पत्थर वर्गे बनाउण वास्ते इन्हां शब्दां की दोहराई करके इन्हां रटन करन ला दिता। अखां मीट के चौंकड़ा मार के किसी ने यह शब्द दे दिता, किसी ने कोई होर शब्द दे दिता। इनू बार बार पढ़ी चलो, तुहाडे दुख कलेस सारे कट्टे जाणगे, बीमारियां चलियां जाणगियां, गरीबी चली जावेगी, तां इसे तरह तुहानू बहुते नंबर मिलणगे पढ़ाई दे विच, तुसीं विदेशां नू उडारी मार जाओगे, तुहानू सोहणी वहुटी मिलेगी, तुहानू सोहना जवाई मिलेगा, तुहाडे घर पुत्र पैदा हो जाएगा। इन्हां गुरबाणी दे शब्दां की दुरवरतों की गई है। साडे आम समाज दे विच बहुत कुछ अजिहा कूड़ कुफर साडे दिमागां दे विच प्रचारकां ने ते लिखारियां ने पा दिता है, जिहड़ा कि धोना कढ़ना बहुत औखा होया पिया। डेरावादियां ने तां गल सिरे ला दित्ती है। हर डेरे दे विच उत्तम दर्जे का पखंड, सिरे दियां मंद करतूतां डेरियां च हो रही ने, पर सारे अखां मीट के उन्होंने नीवियां पा के बर्दाश्त कर रहे हैं, झूठ कहानियां नूं लगातार सुन रहे हैं, तो कोई उस नूं झूठ कहण नूं तैयार नहीं, जां ये कह लीए कि किसी दे विच परख करन दी सियाणप ही नहीं रही। जिन्ना मर्जी कोई स्टेज ते झूठ बोल जावे, वो सत्त सत्त करके उन्होंने स्वीकार करते हैं, तो उहदे दसे सारे कर्मकांड करते हैं। जादू मंत्र वांगू, धागे तवीतां वांगू वो गुरबाणी दीयां पंक्तियां पढ़ते हैं, तो जिंदगी च सफलता हासिल करनी वो मन लैंदे ने। इहो जे बेअंत शब्द ने गुरबाणी च होर भी, पर यह शब्द लिखण का कारण की है, इहो जिहा क्यों लिखिया गुरु साहब ने। उन्हां जमानिਆਂ च अज वांगू इलाज नहीं सी, अज वांगू विद्या सकूल कालेज नहीं सी, अज वर्गियां कुछ जिहड़ा कि सरकारां नूं काम करना चाहिए वो चंगियां सरकारां नहीं सी। समाज बहुत पछड़िया होया सी। गुरु साहब दियां बेअंत आखियां होईयां अगांह वधू गल्लां बहुते लोकां नूं समझ नहीं आउंदियां सी। जो कुछ राज पलटा गुरु साहब लियाना चाहुंदे सन, इनकलाब लियाना चाहुंदे सन, उहदी हाले लोकां नूं समझ नहीं आ रही सी। इस करके रब तो सवाए होर कोई चारा नहीं सी लोकां नूं तरवास देण वास्ते कि भाई जे तुसीं रब ते भरोसा रख के अपने अंदर सियाणप, हिम्मत, हौसला, दलेरी पैदा करोगे तां तुसीं बीमारियां तो बच जाओगे। हुण बीमारी आई तो
ਇਹ ਵਿਗਿਆਨੀਆਂ ਦਾ ਕਥਨ ਹੈ। ਜੇ ਬੰਦਾ ਹੌਸਲਾ ਢਾ ਦੇਵੇ, ਜਿਵੇਂ ਕੈਂਸਰ ਵਰਗੇ ਭਿਆਨਕ ਰੋਗ ਨੇ, ਜੇ ਬਿਮਾਰ ਬੰਦੇ ਨੂੰ ਪਤਾ ਲੱਗ ਜਾਵੇ ਕਿ ਮੈਨੂੰ ਕੈਂਸਰ ਹੋ ਗਿਆ, ਤਾਂ ਉਹ ਜੇ ਨਾ ਵੀ ਮਰਨਾ ਚਾਹੇ, ਉਹਦੀ ਮਰਨ ਦਾ ਸਮਾਂ ਨਾ ਵੀ ਆਇਆ ਹੋਵੇ, ਬਿਮਾਰੀ ਘੱਟ ਹੋਵੇ, ਤਾਂ ਵੀ ਉਹਦੀ ਹੌਸਲਾ ਢਾਏ ਜਾਣ ਕਰਕੇ ਮੌਤ ਹੋਣੀ ਲਾਜ਼ਮੀ ਬਣ ਜਾਂਦੀ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਹੌਸਲਾ ਢਾਏ ਜਾਣ ਦੇ ਨਾਲ ਉਹ ਮੌਤ ਦਾ ਕਾਰਨ ਬਣ ਜਾਂਦੀਆਂ ਨੇ। ਜੇ ਮਨੁੱਖ ਦੇ ਅੰਦਰ ਹਿੰਮਤ ਹੌਸਲਾ ਹੈ ਤਾਂ ਵੱਡੀਆਂ ਵੱਡੀਆਂ ਬਿਮਾਰੀਆਂ ਤੋਂ ਵੀ ਉਹ ਮੁਕਤੀ ਪਾ ਲੈਂਦਾ ਹੈ। ਜੇ ਹਿੰਮਤ ਹੌਸਲਾ ਹੈ ਤਾਂ ਜੰਗ ਯੁੱਧ ਵਾਲਾ ਜਾਣ ਵਾਲਾ ਜੰਗ ਦੇ ਵਿੱਚ ਜਿੱਤ ਹਾਸਲ ਕਰਦਾ ਹੈ, ਅਤੇ ਜਿਹੜੇ ਦੇ ਅੰਦਰ ਡਰ ਹੈ ਉਹ ਭਾਵੇਂ ਕਿੰਨਾ ਵੀ ਤਾਕਤਵਰ ਹੋਵੇ ਉਹ ਹਾਰ ਜਾਂਦਾ ਹੈ। ਖੇਡਾਂ ਦੇ ਵਿੱਚ, ਕੁਸ਼ਤੀ ਦੇ ਵਿੱਚ, ਬਾਕਸਿੰਗ ਦੇ ਵਿੱਚ ਕਿੰਨੀਆਂ ਸਾਰੀਆਂ ਖੇਡਾਂ ਨੇ, ਮੁਕਾਬਲਾ ਤਾਂ ਲਗਭਗ ਖਿਡਾਰੀਆਂ ਦਾ ਬਰਾਬਰ ਹੁੰਦਾ ਹੈ, ਪਰ ਜਿਹੜਾ ਹੌਸਲੇ ਵਾਲਾ ਹੈ, ਜਿਹੜਾ ਸਿਆਣਪ ਵਾਲਾ ਹੈ, ਜਿਹੜਾ ਦਾਅ ਪੇਚ ਵਰਤਣ ਵਾਲਾ ਖਿਡਾਰੀ ਹੈ ਉਹ ਜਿੱਤ ਜਾਂਦਾ ਹੈ, ਜਿਹੜਾ ਡਰਿਆ ਹੋਇਆ ਹੈ ਉਹ ਹਾਰ ਜਾਂਦਾ ਹੈ। ਗੁਰੂ ਸਾਹਿਬ ਸਾਡੇ ਮਨਾਂ ਦੇ ਵਿੱਚੋਂ ਪੂਰੀ ਤਰ੍ਹਾਂ ਡਰ ਕੱਢ ਕੇ ਦਲੇਰ ਬਣਾਉਣਾ ਚਾਹੁੰਦੇ ਨੇ, ਤਾਂ ਕਿ ਕੋਈ ਵੀ ਮੁਸ਼ਕਲ ਆਵੇ ਬੰਦਾ ਘਬਰਾ ਨਾ ਜਾਵੇ, ਹਿੰਮਤ ਹੌਸਲੇ ਨਾਲ ਅਤੇ ਸਿਆਣਪ ਨਾਲ ਉਹਦਾ ਮੁਕਾਬਲਾ ਕਰੇ। ਹੁਣ ਇੱਥੇ ਧਿਆਨ ਦਿਓ ਕਿ ਗੁਰੂ ਸਾਹਿਬ ਕਹਿੰਦੇ ਨੇ, ਸਾਹਿਬ ਨਿਤਾਣਿਆਂ ਕਾ ਤਾਣ। ਉਹ ਭਾਈ ਤੁਹਾਡਾ ਹੋਰ ਕੋਈ ਸਮਾਜ ਦੇ ਵਿੱਚ, ਧਰਤੀ ਦੇ ਉੱਤੇ ਇਸ ਵਕਤ ਆਸਰਾ ਨਹੀਂ, ਨਾ ਸਰਕਾਰ, ਨਾ ਕੋਈ ਸਕੂਲ ਕਾਲਜ, ਨਾ ਕੋਈ ਤੁਹਾਨੂੰ ਗਿਆਨ ਵੰਡਣ ਵਾਲਾ, ਨਾ ਇਨਸਾਫ ਦੇਣ ਵਾਲਾ, ਕੋਈ ਵੀ ਨਹੀਂ ਹੈ, ਅਤੇ ਕੇਵਲ ਪਰਮਾਤਮਾ ਹੈ, ਅਤੇ ਉਹ ਪਰਮਾਤਮਾ ਤੁਹਾਡੇ ਅੰਦਰ ਹੈ। ਤੁਹਾਡੇ ਅੰਦਰੋਂ ਹੌਸਲੇ ਵਾਲੇ ਕਣ ਉਹ ਹਰਕਤ ਦੇ ਵਿੱਚ ਆਉਣੇ ਚਾਹੀਦੇ ਨੇ। ਸਾਹਿਬ ਨਿਤਾਣਿਆਂ ਕਾ ਤਾਣ, ਤੁਹਾਡੇ ਵਿੱਚ ਜੇ ਤਾਣ ਤਾਕਤ ਨਹੀਂ ਹੈ ਤਾਂ ਆਪਣੇ ਅੰਦਰ ਤਾਕਤ ਪੈਦਾ ਕਰੋ। ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ। ਉਹ ਜਿਹੜਾ ਨਿਰੰਕਾਰ ਹੈ ਉਹ ਕਿਤੋਂ ਆਉਂਦਾ ਨਹੀਂ ਜਾਂਦਾ ਨਹੀਂ, ਉਹ ਸਦਾ ਥਿਰ ਹੈ, ਉਹ ਗੁਰੂ ਦੇ ਸ਼ਬਦ ਰਾਹੀਂ ਤੁਹਾਡੇ ਅੰਦਰੋਂ ਗਿਆਨ ਰਾਹੀਂ ਪ੍ਰਗਟ ਹੋਵੇਗਾ। ਇਹ ਰਹਾਉ ਦਾ ਬੰਦਾ ਹੈ, ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ। ਹੁਣ ਇਹ ਸ਼ਬਦ ਲੰਮਾ ਹੈ, ਸਾਰੇ ਦਾ ਆਪਾਂ ਅਰਥ ਨਹੀਂ ਕਰ ਸਕਾਂਗੇ ਕਿਉਂਕਿ ਸਮਾਂ ਬਹੁਤ ਲੱਗਦਾ ਹੈ। ਇਹਦੇ ਇੱਕ ਵਾਰੀ ਸੰਖੇਪ ਜਿਹੇ ਅਰਥ ਪਹਿਲਾਂ ਵੀ ਸਵਾਲ ਜਵਾਬ ਦੇ ਵਿੱਚ ਹੋ ਚੁੱਕੇ ਨੇ, ਅਤੇ ਬੇਨਤੀ ਹੈ ਕਿ ਜਿਹੜੇ ਭੈਣਾਂ ਭਰਾਵਾਂ ਨੇ ਪਹਿਲਾਂ ਵਾਲਾ ਸ਼ਬਦ ਪੜ੍ਹ ਲਿਆ ਅਤੇ ਇਹਨੂੰ ਵੀ ਦੁਬਾਰਾ ਸੁਣ ਲਿਓ, ਪੜ੍ਹ ਲਿਓ, ਅਤੇ ਕੁਝ ਨਾ ਕੁਝ ਨਵੀਆਂ ਗੱਲਾਂ ਇਹਦੇ ਵਿੱਚ ਵੀ ਮੈਂ ਦੇ ਰਿਹਾ। ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ। ਅਨੇਕ ਮੁਸੀਬਤਾਂ ਨੇ ਘੇਰ ਲਿਆ, ਕੋਈ ਸਹਾਰਾ ਨਹੀਂ ਹੈ। ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ। ਜੇ ਦੁਸ਼ਮਣ ਨੇੜੇ ਆ ਗਏ ਅਤੇ ਰਿਸ਼ਤੇਦਾਰ ਉਹ ਦੂਰ ਹੋ ਗਏ। ਸਭੋ ਭੱਜੈ ਆਸਰਾ ਚੂਕੈ ਸਭ ਅਸਰਾਓ। ਸਾਰੇ ਆਸਰੇ ਟਿਕਾਣੇ ਮੁੱਕ ਜਾਣ। ਫਿਰ ਕੀ ਕਰਨਾ ਹੈ? ਮਨ ਨੂੰ ਮਜ਼ਬੂਤ ਕਰਨਾ ਹੈ, ਤਕੜੇ ਹੋਣਾ ਹੈ, ਸਿਆਣਪ ਦੀ ਵਰਤੋਂ ਕਰਨੀ ਹੈ। ਅਸੀਂ ਕਿਵੇਂ ਬਚ ਸਕਦੇ ਹਾਂ, ਇਹ ਰਾਹ ਲੱਭਣਾ ਹੈ। ਚਿੱਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਪ੍ਰਭੂ ਪਰਮਾਤਮਾ ਜਿਹੜਾ ਸਾਡੇ ਅੰਦਰ ਵਸਦਾ ਹੈ ਉਹਨੂੰ ਆਪਾਂ ਧਿਆਈਏ, ਯਾਦ ਕਰੀਏ, ਅਕਲ ਦੀ ਵਰਤੋਂ ਕਰੀਏ, ਹਿੰਮਤ ਹੌਸਲਾ ਪੈਦਾ ਕਰੀਏ ਅਤੇ ਬਚਾਇਆ ਜਾ ਸਕਦਾ ਹੈ ਆਪਣੇ ਆਪ ਨੂੰ। ਜੇ ਕੋ ਹੋਵੈ ਦੁਬਲਾ ਨੰਗ ਭੁੱਖ ਕੀ ਪੀਰ। ਜੇ ਕੋਈ ਕਮਜ਼ੋਰ ਹੈ, ਭੁੱਖਾ ਨੰਗਾ ਹੈ, ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ। ਉਹਦੇ ਪੱਲੇ ਧਨ ਦੌਲਤ ਨਾ ਹੋਵੇ ਅਤੇ ਨਾ ਕੋਈ ਹੋਰ ਸਹਾਰਾ ਦੇਣ ਵਾਲਾ ਹੈ ਉਹਨੂੰ। ਸੁਆਰਥ ਸੌ ਨਾ ਕੋ ਕਰੈ ਨਾ ਕੋ ਹੋਵੈ ਕਾਜ। ਉਹਦੀ ਕੋਈ ਵੀ ਮਦਦ ਨਹੀਂ ਕਰਦਾ, ਉਹਦੇ ਸਾਰੇ ਕੰਮ ਅਧੂਰੇ ਰਹਿ ਜਾਂਦੇ ਨੇ। ਫਿਰ ਕੀ ਕਹਿੰਦੇ ਨੇ ਗੁਰੂ ਸਾਹਿਬ? ਚਿੱਤ ਆਵੈ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੈ ਰਾਜ। ਜੇ ਉਹ ਲਗਾਤਾਰ ਹਿੰਮਤ ਹੌਸਲਾ ਆਪਣੇ ਅੰਦਰ ਰੱਖ ਕੇ ਆਪਣੇ ਕੰਮ ਕਰਦਾ ਜਾਵੇਗਾ, ਅੱਗੇ ਵੱਧਦਾ ਜਾਵੇਗਾ, ਉਹ ਤਾਂ ਬਾਦਸ਼ਾਹ ਵੀ ਬਣ ਸਕਦਾ ਹੈ, ਆਪਣਾ ਰਾਜ ਕਾਇਮ ਵੀ ਕਰ ਸਕਦਾ ਹੈ। ਪਰ ਹਿੰਮਤ ਨਹੀਂ ਹਾਰਨੀ, ਸਿਆਣਪ ਦੇ ਨਾਲ ਮਿਹਨਤ ਕਰਦੇ ਜਾਣਾ। ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਜੇ ਫਿਕਰਾਂ ਨੇ ਘੇਰ ਲਿਆ, ਸਰੀਰ ਨੂੰ ਰੋਗ ਵੀ ਲੱਗ ਪਏ। ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ। ਉਹ ਘਰੇਲੂ ਮੁਸ਼ਕਲਾਂ ਦੇ ਵਿੱਚ ਉਲਝ ਗਿਆ, ਕਦੇ ਗੁੱਸਾ ਖੁਸ਼ੀ ਹੋਈ, ਕਦੇ ਗਮੀ ਹੋਈ। ਗੌਣ ਕਰੇ ਚੌਂਕੁੰਟਕਾ ਘੜੀ ਨਾ ਬੈਸਣ ਸੋਏ। ਚਾਰੇ ਪਾਸੇ ਭਟਕਦਾ ਫਿਰਦਾ, ਕਿਤੇ ਵੀ ਟਿਕਣ ਦਾ ਉਹਨੂੰ ਸਮਾਂ ਨਹੀਂ ਮਿਲਦਾ। ਚਿੱਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਜੇ ਪ੍ਰਭੂ ਪਰਮਾਤਮਾ ਉਹਨੂੰ ਯਾਦ ਰਵੇ, ਹਿਰਦੇ 'ਚ ਉਹਦੇ ਇਹ ਸੱਚ ਦਾ ਪ੍ਰਗਟਾ ਹੋ ਜਾਵੇ, ਗਿਆਨ ਹੋਵੇ, ਆਪਣੇ ਅੰਦਰ ਦੇ ਰੱਬ 'ਤੇ ਭਰੋਸਾ ਹੋਵੇ, ਤਾਂ ਉਹ ਸਾਰੀਆਂ ਮੁਸ਼ਕਲਾਂ 'ਤੇ ਫਤਿਹ ਪਾ ਸਕਦਾ, ਜਿੱਤ ਹਾਸਲ ਕਰ ਸਕਦਾ। ਭਾਵ ਹੈ ਮਨੁੱਖ ਨੂੰ ਹੌਸਲਾਹੀਣਤਾ ਤੋਂ ਕੱਢ ਕੇ ਗੁਰੂ ਸਾਹਿਬ ਉਦਮੀ, ਮਿਹਨਤੀ, ਸਿਆਣਾ ਬਣਾਉਣਾ ਚਾਹੁੰਦੇ ਨੇ,
ਭਾਵੇਂ ਤੁਹਾਡੇ ਸਾਰੇ ਆਸਰੇ ਆਦਿਕ ਚਲੇ ਜਾਣ, ਤੁਸੀਂ ਆਪਣੇ ਆਪ ਨੂੰ ਬੇਅੰਤ ਮੁਸ਼ਕਲਾਂ 'ਚ ਘਿਰਿਆ ਮਹਿਸੂਸ ਕਰੋ, ਫਿਰ ਵੀ ਹਿੰਮਤ ਨਹੀਂ ਹਾਰਨੀ। ਜਿੱਥੇ ਤੁਸੀਂ ਹਿੰਮਤ ਹਾਰ ਗਏ, ਭਾਵੇਂ ਤੁਹਾਡੇ ਕੋਲ ਸਾਰਾ ਕੁਝ ਹੈ, ਤਾਂ ਸੱਚਮੁੱਚ ਹੀ ਤੁਸੀਂ ਹਾਰ ਜਾਓਗੇ ਅਤੇ ਤੁਸੀਂ ਫਿਰ ਕਦੇ ਵੀ ਜੇਤੂ ਨਹੀਂ ਬਣ ਸਕੋਗੇ ਅਤੇ ਤੁਹਾਡਾ ਜ਼ਿੰਦਗੀ 'ਤੇ ਨਾਮੋ ਨਿਸ਼ਾਨ ਮਿਟ ਜਾਵੇਗਾ, ਧਰਤੀ ਤੋਂ ਨਾਮੋ ਨਿਸ਼ਾਨ ਮਿਟ ਜਾਵੇਗਾ। ਗੁਰੂ ਸਾਹਿਬ ਸਾਨੂੰ ਜੀਵਤ ਰੱਖਣਾ ਚਾਹੁੰਦੇ ਨੇ, ਗੁਰੂ ਸਾਹਿਬ ਸਾਨੂੰ ਰਾਜ ਦੇਣਾ ਚਾਹੁੰਦੇ ਨੇ, ਗੁਰੂ ਸਾਹਿਬ ਸਾਨੂੰ ਸਿਆਣਪ ਦੇਣਾ ਚਾਹੁੰਦੇ ਨੇ, ਇੱਕ ਏਕਤਾ ਦੇ ਸੂਤਰ ਵਿੱਚ ਪਰੋ ਕੇ ਰੱਖਣਾ ਚਾਹੁੰਦੇ ਨੇ। ਅੰਦਰ ਜਿਹੜੀ ਸਾਡੇ ਦਿਮਾਗ ਦੀ ਚੇਤਨਾ ਹੈ, ਗਿਆਨ ਹੈ, ਅਕਲ ਹੈ, ਉਹਦੀ ਵਰਤੋਂ ਕਰਕੇ ਮਨੁੱਖ ਨੂੰ ਕਾਮਯਾਬ ਹੋਣਾ ਸਿਖਾਉਣਾ ਚਾਹੁੰਦੇ ਨੇ। ਇਹਨਾਂ ਚੀਜ਼ਾਂ ਦਾ ਧਿਆਨ ਰੱਖੀਏ। ਇਹ ਸ਼ਬਦ ਚੰਗੇ ਇਨਸਾਨ ਬਣਾਉਣ ਵਾਸਤੇ ਨੇ, ਇਹ ਸਾਨੂੰ ਜਾਦੂ ਮੰਤਰਾਂ ਵਾਂਗ ਪੜ੍ਹਨ ਵਾਸਤੇ ਸ਼ਬਦ ਨਹੀਂ ਦਿੱਤੇ ਗੁਰੂ ਸਾਹਿਬ ਨੇ। ਜੇ ਜਾਦੂ ਮੰਤਰਾਂ ਵਾਂਗ ਇਹ ਸ਼ਬਦ ਹੁੰਦੇ ਤਾਂ ਗੁਰੂ ਸਾਹਿਬ ਨੂੰ ਫਿਰ ਕੋਈ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਸੀ। ਉਹ ਬੈਠ ਕੇ ਮੰਤਰ ਪੜ੍ਹ ਲੈਂਦੇ, ਉਹਨਾਂ ਨੂੰ ਸਾਰਾ ਕੁਝ ਪ੍ਰਾਪਤ ਹੋ ਜਾਣਾ ਸੀ। ਗੁਰੂ ਸਾਹਿਬ ਨੇ ਤਾਂ ਸਾਰੀ ਉਮਰ ਮੁਸੀਬਤਾਂ 'ਚ ਕੱਟੀ। ਸਿੱਖਾਂ ਨੇ ਪੁਰਾਤਨ ਸਮਿਆਂ 'ਚ ਬੇਅੰਤ ਮੁਸੀਬਤਾਂ ਝੱਲੀਆਂ ਅਤੇ ਅੱਜ ਵੀ ਉਹ ਮੁਸੀਬਤਾਂ ਖਤਮ ਨਹੀਂ ਹੋਈਆਂ। ਅੱਜ ਵੀ ਸਿੱਖ ਜੇ ਕਿਤੇ ਇਹਨਾਂ ਸ਼ਬਦਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰਨ, ਬਹੁਤ ਕੁਝ ਭੈੜਾ ਹੈ ਜਿਹੜਾ ਸਾਡੀ ਜ਼ਿੰਦਗੀ 'ਚ, ਉਹਨੂੰ ਕੱਢਿਆ ਜਾ ਸਕਦਾ ਹੈ, ਚੰਗਾ ਪ੍ਰਾਪਤ ਕੀਤਾ ਜਾ ਸਕਦਾ ਹੈ, ਸਮਾਜ ਨੂੰ ਸੋਹਣਾ ਬਣਾਇਆ ਜਾ ਸਕਦਾ ਹੈ, ਸਿੱਖ ਸਮਾਜ ਦੀਆਂ ਅਤੇ ਬਾਕੀ ਲੋਕਾਂ ਦੀਆਂ ਮੁਸ਼ਕਲਾਂ ਦੂਰ ਕੀਤੀਆਂ ਜਾ ਸਕਦੀਆਂ ਨੇ। ਇਹ ਸਾਰਾ ਕੁਝ ਗਿਆਨ, ਵਿੱਦਿਆ, ਅਕਲ, ਹਿੰਮਤ, ਹੌਸਲਾ ਇਹ ਪ੍ਰਾਪਤ ਕਰਕੇ ਹੀ ਕੁਝ ਅਸੀਂ ਕਰ ਸਕਾਂਗੇ। ਮੰਤਰ ਪੜ੍ਹਨ ਦੇ ਨਾਲ ਕੁਝ ਵੀ ਨਹੀਂ ਹੋਣਾ। ਸਵਾਲ ਨੰਬਰ 220 ਭਾਈ ਸਰਬਜੀਤ ਸਿੰਘ ਯੁਗਾਂਡਾ ਅਫਰੀਕਾ ਤੋਂ। ਇਹਨਾਂ ਦਾ ਦੂਜਾ ਸਵਾਲ ਹੈ, ਕੀ ਗੁਰਬਾਣੀ ਦਾ ਕੀਰਤਨ ਰਾਗਾਂ ਵਿੱਚ ਹੀ ਹੋਣਾ ਚਾਹੀਦਾ ਹੈ ਜਾਂ ਸਿੱਧਾ ਕੀਰਤਨ ਵੀ ਅਸੀਂ ਕਰ ਸਕਦੇ ਹਾਂ? ਗੁਰੂ ਪਿਆਰ ਵਾਲਿਓ, ਗੁਰਬਾਣੀ ਸਾਡੀ ਜ਼ਿੰਦਗੀ ਜਿਉਣ ਵਾਸਤੇ ਇੱਕ ਸੁੰਦਰ ਉਪਦੇਸ਼ ਹੈ। ਕੀਰਤਨ ਇਹ ਬਹੁਤ ਬਾਅਦ ਦੇ ਵਿੱਚ, ਜਦੋਂ ਸਿੱਖਾਂ ਦੇ ਕੋਲੇ ਰਾਜ ਆ ਗਿਆ, ਜਦੋਂ ਸਿੱਖ ਟਿਕ ਕੇ ਆਪਣੇ ਘਰਾਂ 'ਚ ਰਹਿਣ ਯੋਗੇ ਹੋ ਗਏ, ਜਦੋਂ ਸਿੱਖਾਂ ਨੇ ਹੌਲੀ ਹੌਲੀ ਕੁਝ ਗੁਰਦੁਆਰੇ ਬਣਾਉਣੇ ਸ਼ੁਰੂ ਕਰ ਲਏ ਅਤੇ ਜਦੋਂ ਸਿੱਖ ਰਾਜ ਵੀ ਚਲਾ ਗਿਆ ਅਤੇ ਉਦੋਂ ਸਿੱਖਾਂ ਨੂੰ ਕੀਰਤਨ ਦੇ ਰਾਹ ਸਾਧਾਂ ਨੇ, ਸੰਤਾਂ ਨੇ, ਮਹੰਤਾਂ ਨੇ ਇਸ ਪਾਸੇ ਤੋਰ ਦਿੱਤਾ ਕਿ ਤੁਸੀਂ ਕੀਰਤਨ ਕਰੋ। ਪਹਿਲਾਂ ਕੀਰਤਨ ਧਾਰਨਾਵਾਂ ਦੇ ਵਿੱਚ, ਜਿਹਨੂੰ ਕਿ ਕਵਿਤਾਵਾਂ ਦੇ ਰੂਪ ਦੇ ਵਿੱਚ ਜੋੜ ਕੇ ਸਾਧ ਬਾਬੇ ਕਰਦੇ ਰਹੇ ਨੇ, ਅਤੇ ਇਹ ਇਸ ਤਰ੍ਹਾਂ ਕੀਰਤਨ, ਫਿਰ ਇਹ ਰੌਲਾ ਪਿਆ ਕਿ ਇਹ ਤਾਂ ਗੁਰਬਾਣੀ ਦਾ ਸਿੱਧਾ ਕੀਰਤਨ ਹੋਣਾ ਚਾਹੀਦਾ, ਜਿਹੜੀਆਂ ਕੱਚੀਆਂ ਪਿੱਲੀਆਂ ਪੰਕਤੀਆਂ ਨਹੀਂ ਜੋੜਨੀਆਂ ਚਾਹੀਦੀਆਂ। ਫਿਰ ਇਹ ਉਦੋਂ ਬਾਅਦ ਇਹ ਆਵਾਜ਼ ਉੱਠੀ ਕਿ ਕੇਵਲ ਰਾਗਾਂ ਦੇ ਵਿੱਚ ਕੀਰਤਨ ਹੋਣਾ ਚਾਹੀਦਾ। ਅਸੀਂ ਇਸੇ ਕੰਮ ਦੇ ਵਿੱਚ ਉਲਝ ਕੇ ਰਹਿ ਗਏ। ਅੱਜ ਰੈਣ ਸਬਾਈ ਕੀਰਤਨ ਉਹ ਵੀ ਚੱਲ ਪਏ ਨੇ, ਭਾਵ ਕਿ ਸਾਰੀ ਸਾਰੀ ਰਾਤ ਲਗਾਤਾਰ ਕੀਰਤਨ ਹੋਈ ਜਾਣਾ। ਅਤੇ ਕੀਰਤਨ ਜਪ ਸਮਾਗਮ, ਕੀਰਤਨ ਦੇ ਨਾਮ 'ਤੇ ਕਿੰਨੀ ਕਿਸਮ ਦੇ ਕੀਰਤਨ ਅੱਜ ਸਿੱਖਾਂ ਦੇ ਵਿੱਚ ਚੱਲ ਪਏ ਹੋਏ ਨੇ, ਪਰ ਇਹਦੀ ਆਊਟਪੁੱਟ ਇੱਕ ਪੈਸੇ ਦੀ, ਇੱਕ ਧੇਲੇ ਦੀ ਵੀ ਨਜ਼ਰ ਨਹੀਂ ਆਉਂਦੀ। ਕੀਰਤਨ ਦੇ ਵਿੱਚ ਸਮਾਂ ਬਹੁਤ ਖਰਾਬ ਹੋ ਗਿਆ, ਪੈਸਾ ਬਹੁਤ ਬਰਬਾਦ ਹੋ ਗਿਆ, ਪਰ ਸਿੱਖ ਅਕਲਮੰਦ ਨਹੀਂ ਬਣ ਸਕੇ। ਗੁਰਬਾਣੀ ਸਾਨੂੰ ਗਿਆਨ ਦੇਣ ਵਾਸਤੇ ਹੈ, ਅਕਲ ਦੇਣ ਵਾਸਤੇ ਹੈ, ਜ਼ਿੰਦਗੀ ਨੂੰ ਸੁਧਾਰਨ ਵਾਸਤੇ ਹੈ, ਬੁਰਾਈਆਂ ਨੂੰ ਆਪਣੀ ਜ਼ਿੰਦਗੀ 'ਚੋਂ ਕੱਢਣ ਵਾਸਤੇ ਹੈ, ਨਾ ਕਿ ਕੇਵਲ ਕੰਨ ਰਸ ਬਣਾਉਣ ਵਾਸਤੇ। ਗੁਰਬਾਣੀ ਗੁਰੂ ਸਾਹਿਬ ਨੇ ਨਹੀਂ ਲਿਖੀ ਸੀ। ਅੱਜ ਤੱਕ ਮੈਂ ਬਹੁਤ ਸਾਰੇ ਵਿਦਵਾਨਾਂ ਦੇ ਨਾਲ ਇਸ ਵਿਸ਼ੇ 'ਤੇ ਵਿਚਾਰ ਚਰਚਾ ਕਰ ਚੁੱਕਿਆ। ਕਈ ਵਾਰੀ ਤਲਖ ਕਲਾਮੀਆਂ ਵੀ ਹੋ ਜਾਂਦੀਆਂ ਨੇ। ਅੱਜ ਤੱਕ ਦੁਨੀਆ ਦੇ ਵਿੱਚ ਜਿੰਨੇ ਇਨਕਲਾਬ ਆਏ ਨੇ, ਕਦੀ ਧਿਆਨ ਦੇਣਾ, ਜਿਹੜੇ ਵੀਰ ਭੈਣਾਂ ਕੀਰਤਨ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੰਦੇ ਨੇ ਕਿ ਇਹ ਤਾਂ ਭਾਈ ਕੀਰਤਨ ਦਾ ਵਿਰੋਧ ਕਰਦਾ ਹੈ। ਨਹੀਂ, ਮੈਂ ਤੁਹਾਨੂੰ ਅਸਲੀਅਤ ਦੱਸ ਰਿਹਾ ਕਿ ਅੱਜ ਤੱਕ ਦੁਨੀਆ ਦੇ ਵਿੱਚ ਜਿੰਨੇ ਇਨਕਲਾਬ ਆਏ ਨੇ ਉਹ ਕੀਰਤਨ ਦੇ ਨਾਲ ਨਹੀਂ ਆਏ। ਜਿੰਨੇ ਇਨਕਲਾਬ ਆਏ ਨੇ ਉਹ ਲੈਕਚਰਾਂ ਦੇ ਨਾਲ ਆਏ ਨੇ, ਜਾਂ ਫਿਰ ਉਹ ਵਾਰਤਕ ਲਿਖਤਾਂ ਦੇ ਨਾਲ ਆਏ ਨੇ। ਅਤੇ ਉਹ ਇਨਕਲਾਬ ਕਿਤੇ ਕੰਨ ਰਸ ਨਾਲ, ਕੀਰਤਨ ਨਾਲ, ਅੱਖਾਂ ਮੀਟ ਕੇ, ਚੌਂਕੜੇ ਮਾਰ ਕੇ, ਵਾਜੇ ਢੋਲਕੀਆਂ ਚਿਮਟਿਆਂ ਨਾਲ ਅੱਜ ਤੱਕ ਕਿਤੇ ਵੀ ਇਨਕਲਾਬ ਨਹੀਂ ਆਇਆ। ਅਸੀਂ ਅੱਜ ਕੇਵਲ ਅਤੇ ਕੇਵਲ ਕੀਰਤਨ ਦੇ ਨਾਲ ਕੰਨ ਰਸ ਮਾਣ ਰਹੇ ਹਾਂ, ਜਦੋਂ ਕਿ ਗੁਰਬਾਣੀ ਤੋਂ ਕੁਝ ਪੰਕਤੀਆਂ ਲੈ ਕੇ ਸਾਡੇ ਕੀਰਤਨੀਏ ਅਤੇ ਕਥਾਵਾਚਕ ਇਹ ਗੱਲਾਂ ਕਹਿ ਦਿੰਦੇ ਨੇ
कलयुग मैं कीर्तन प्रधाना। देखो जी, गुरु साहब ने लिखिया होया कलयुग दे विच कीर्तन की प्रधानता है, पर भलिओ एक पंक्ति उहदा अधूरा हिस्सा पढ़ के लोकां नूं गुमराह ना करो। इत्थे पूरी पंक्ति जे पढ़ दिंदे, इहदा दूजा हिस्सा पढ़ दिंदे तां गल इत्थे ही साफ हो जानी सी। कलयुग मैं कीर्तन प्रधाना, गुरमुख जपीए लाए ध्याना। इत्थे अगले बंद दे विच जपीए आ गया, उत्थे कीर्तन की गल मुक गई। कदी गुरु साहब कीर्तन कहते हैं, कदी जपीआ कहते हैं, कदी ध्याउणा कहते हैं, कदी मनना कहते हैं, कदी हुक्म कहते हैं, कदी उपदेश कहते हैं। अलग अलग गल कहण दे अंदाज ने, तरीके ने। गुरु साहब सानू अपना हुक्म समझाउणा चाहुंदे ने कि भाई तुसीं इस गल नूं मन के अपनी जिंदगी इहदे अनुसार जिउणी है। हुण इत्थों तक गुरबाणी 'च तां इह भी लिखिया होया है, कोई गावै रागी नादी बेदी बहु भांत कर, नहीं हर हर भीजै राम राजे। बहुत लोग ने, कोई रागी है, नादी है, बेदी है, बड़े तरीक़िਆਂ नाल ਉਹ कीर्तन करते हैं, पर की उन्होंने ये पता है कि काहदे वास्ते गुरबाणी लिखी है? कि रब नूं खुश करन वास्ते है कि समाज का सुधार करन वास्ते है? तो गुरु साहब तां कह रहे हैं, जिन्हां अंतर कपट विकार है तिन्हां रोए क्या कीजै। जिन्हां दे अंदर खोट है, भावें जिन्ना मर्जी कीर्तन करते चले जान, वो तो कीर्तन नहीं कर रहे बल्कि रो रहे ने, चीकां मार रहे ने। उन्होंने कीर्तन दे नाल कोई सरोकार नहीं, उन्होंने तो अपनी माया दे नाल प्यार है। वो संगतां वल वेख रहे ने कि माया किन्नी धरदे ने। जिहड़ी यह परंपरा एक साडे चल पई है कि कथावाचक दे अगे, कीर्तनीय दे अगे पैसे रखने, ये बहुत वड्डी साडे वास्ते एक तरह की शर्म वाली गल है कि इस तरह भिखारियां वांगू उहदे अगे एक एक रुपईया, दो दो रुपईए, 10-10, 20-20 रुपईए उहदे अगे रखने, ये बहुत डुੱਬ मरन वाली गल है। चाहिए तो यह सी, जे किसी चंगे प्रचारक नूं बुलाउणा ही है, उहदे कोलों चंगा ज्ञान लैना है, पहलां तां उहदी परख करो कि वह सचमुच सानूं गुरमत दा असली ज्ञान देवेगा, समाज दे विच सुधार करन वास्ते कुछ सानूं सिੱਖਿਆ देवेगा, कि विग्यानक आधार ते गल करेगा, कि उहदियां गल्लां साडे कुछ अज पल्ले पैणगीਆਂ, साडे काम आउणगीਆਂ। फिर उहनूं तुसीं सद लो, बेशक ਉਹਦੇ ਆਉਣ ਜਾਣ ਦਾ ਖਰਚਾ ਆਦਿਕ ਤੁਸੀਂ ਲਿਫਾਫੇ 'ਚ ਪਾ ਕੇ ਅਲੱਗ ਤਰੀਕੇ ਉਹਨੂੰ ਜਾਣ ਲੱਗੇ ਵਿਦਾਇਗੀ ਦੇ ਟਾਈਮ 'ਤੇ ਪਰਦੇ ਨਾਲ ਬੇਸ਼ੱਕ ਦੇ ਦਿਓ, ਪਰ ਆਹ ਢੇਰੀ ਰੁਪਈਆਂ ਦੀ ਅੱਗੇ ਲਾਉਣੀ, ਘੱਟੋ ਘੱਟ ਮੈਨੂੰ ਤਾਂ ਇਹਦੇ ਤੋਂ ਬੜੀ ਸ਼ਰਮ ਆਉਂਦੀ ਹੈ ਕਿ ਇਸ ਤਰ੍ਹਾਂ ਭਿਖਾਰੀਆਂ ਵਾਂਗੂ ਰੁਪਈਆ ਧੇਲੀ ਅੱਗੇ ਰੱਖੀ ਜਾਣਾ। ਇਹ ਕਿਤੇ ਪੁਰਾਣੇ ਜ਼ਮਾਨੇ 'ਚ ਗੱਲ ਪ੍ਰਚਲਿਤ ਹੋ ਗਈ ਹੋਣੀ ਹੈ, ਪਰ ਅੱਜ ਇਹਦਾ ਭੋਗ ਪਾ ਦੇਣਾ ਚਾਹੀਦਾ ਹੈ। ਗੁਰੂ ਪਿਆਰ ਵਾਲਿਓ, ਇਹ ਤਾਂ ਕਥਾਵਾਚਕ ਅਤੇ ਕੀਰਤਨੀਏ ਆਦਿਕ ਜਿਹੜੇ प्रशंसा करते हैं कि आह चीज़ इन्नी चंगी है, कीर्तन नाल आह समझ जाता है, वो केवल तो केवल अपने आप नूं जिउंदा रखण वास्ते, अपनी कमाई इस तरह करते रहन वास्ते ये गल्लां तुहानूं सुणाउंदे ने। कीर्तन असल दे विच कीर्ति है, वडियाई है, शोभा है, उस्तत है। भाव के कीर्तन वाजे ढोलकियां वाला नहीं है, ये सी परमात्मा की कीर्ति, उहदे बारे ज्ञान देना, रब बारे दसना, रब कित्थे रहिंदा है, रब किहो जिहा हुंदा है, रब साडा की संवारेगा, असीं अज की करना है। गुरबाणी शब्द प्रधान है, उपदेश प्रधान है, कीर्तन प्रधान नहीं है। शब्द नूं भारू रखना है, गुरबाणी राहीं सिक्ख्या देनी है समाज नूं, तां कि समाज दे विचों कमियां पेशियां दूर हो सकण, समाज दा सुधार हो सके। इत्थे नशे ने, इत्थे रिश्वतखोरी है, इत्थे राजनीति बेईमान हो चुकी है, इत्थे धर्म अस्थान भ्रिष्ट हो चुके ने। इन्हां बारे संगतां नूं सुचेत करना सी कि भाई अपने समाज का सुधार हर पक्ष तो करन दा उपराला करना है। गुरबाणी सानूं इहो ही सिखाउंदी है, ये केवल कन रस नहीं है। बेअंत पंक्तियां जिथे कीर्तन के हक विच साडे भरा सानूं सुणा दिंदे ने, उत्थे मेरे कोले बेअंत पंक्तियां कीर्तन के विरुद्ध भी भाई गुरदास ने लिखिया हुई ने, जां फिर भाई गुरदास तो इलावा गुरबाणी दे विच इहो जिहियां पंक्तियां बहुत मौजूद ने। मसला है गुरबाणी की सिक्ख्या का, मसला है गुरबाणी चों जीवन की सेध लैण का। रागां दे विच कीर्तन करना आउंदा है कि नहीं आउंदा, संगतां नूं इकट्ठियां करन वास्ते एक दो शब्द पढ़ लिया जावे, कोई बुराई नहीं है, पर असल मसला है गुरबाणी का ज्ञान लोगों के दिमाग च पाउणा है।
ਆਮ ਸਮਾਜ ਨੂੰ ਅਸੀਂ ਚੰਗੇ ਇਨਸਾਨ ਬਣਾਉਣ ਵਾਸਤੇ ਗੁਰਬਾਣੀ ਦੀ ਵਰਤੋਂ ਕਰਨੀ ਹੈ। ਜੇ ਗੁਰੂ ਸਾਹਿਬਾਨ ਪ੍ਰਤੀ ਸੰਗਤਾਂ ਦਾ ਸਤਿਕਾਰ ਬਣਿਆ ਹੋਇਆ, ਉਹ ਸਤਿਕਾਰ ਨੂੰ ਅਜਾਈਂ ਨਾ ਗਵਾਈ ਜਾਈਏ, ਪੈਸੇ ਕਮਾਉਣ ਦੇ ਪਿੱਛੇ ਨਾ ਉਹਨੂੰ ਬਰਬਾਦ ਕਰੀ ਜਾਈਏ। ਉਹ ਸਤਿਕਾਰ ਨੂੰ ਅਸੀਂ ਬਰਕਰਾਰ ਰੱਖੀਏ ਕਿ ਸੰਗਤਾਂ ਨੂੰ ਇਹ ਦਸੀਏ ਕਿ ਭਾਈ ਗੁਰੂ ਸਾਹਿਬ ਦਾ ਸਾਡੀ ਜ਼ਿੰਦਗੀ ਵਾਸਤੇ ਆਹ ਹੁਕਮ ਹੈ, ਆਪਾਂ ਇਸ ਤਰ੍ਹਾਂ ਦੇ ਕੰਮ ਕਰਨੇ ਨੇ, ਜਿਹੜੇ ਚੰਗੇ ਨੇ, ਜਿਹੜੇ ਬੁਰੇ ਨੇ ਉਹ ਕੰਮ ਆਪਾਂ ਨਹੀਂ ਕਰਨੇ। ਸੋ ਗੁਰਬਾਣੀ ਭਾਵੇਂ ਆਪ ਪੜ੍ਹੋ ਅਤੇ ਭਾਵੇਂ ਕੀਰਤਨ ਰਾਹੀਂ ਆਪ ਕੀਰਤਨ ਕਰੋ ਜਾਂ ਦੂਜਿਆਂ ਤੋਂ ਸੁਣੋ, ਮਸਲਾ ਹੈ ਇਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨ ਦਾ। ਕੱਲਾ ਕੀਰਤਨ, ਪੀਪਣੀਆਂ, ਵਾਜੇ, ਢੋਲਕੀਆਂ, ਛੈਣੇ ਖੜਕਾ ਲੈਣੇ, ਇਹਦੇ ਨਾਲ ਅੱਜ ਤੱਕ ਤਾਂ ਸਿੱਖਾਂ ਦਾ ਸਮਰਿਆ ਕੁਝ ਨਹੀਂ, ਨੁਕਸਾਨ ਬਹੁਤ ਹੋ ਚੁੱਕਿਆ ਹੋਇਆ। ਅਖੰਡ ਪਾਠਾਂ ਨਾਲ, ਸਿਮਰਨ ਕਰਨ ਨਾਲ ਬਹੁਤ ਵਿਗੜ ਗਿਆ, ਬਹੁਤ ਅਸੀਂ ਨਾ ਸਮਝ ਬਣ ਗਏ ਹਾਂ। ਅੱਜ ਆਪਾਂ ਗੁਰਬਾਣੀ ਨੂੰ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ, ਸੁਧਾਰ ਤਾਂ ਹੀ ਹੋ ਸਕਦਾ ਹੈ। ਗੁਰੂ ਪਿਆਰ ਵਾਲਿਓ, ਇਹ ਜਿਹੜੇ ਇਸ ਐਪੀਸੋਡ ਦੇ 10 ਜਿਹੜੇ ਸਵਾਲ ਸੀ ਉਹਨਾਂ ਦੇ ਜਵਾਬ ਦੇਣ ਦਾ ਮੈਂ ਉਪਰਾਲਾ ਕੀਤਾ ਹੈ। ਉਮੀਦ ਕਰਦੇ ਹਾਂ ਤਤ ਗੁਰਮਤ ਗਿਆਨ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋਗੇ ਅਤੇ ਆਪਣੇ ਸਵਾਲ ਜੇ ਤੁਸੀਂ ਚਾਹੋ ਤਾਂ ਜੋ ਅਸੀਂ ਫ਼ੋਨ ਨੰਬਰ, WhatsApp ਨੰਬਰ ਦਿੱਤੇ ਹੋਏ ਨੇ ਉਹਨਾਂ 'ਤੇ ਲਿਖ ਕੇ ਭੇਜ ਸਕਦੇ ਹੋ, ਤਾਂ ਕਿ ਵਾਰੀ ਆਉਣ 'ਤੇ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾ ਸਕਣ। ਕਿਉਂਕਿ ਸਾਡੇ ਸਵਾਲ ਜਵਾਬ ਦਾ ਕੋਈ ਵੀ ਹੋਰ ਸਾਧਨ ਗੁਰਦੁਆਰਿਆਂ ਦੇ ਵਿੱਚ ਪ੍ਰਬੰਧਕਾਂ ਨੇ ਨਹੀਂ ਰੱਖਿਆ। ਜਿਵੇਂ ਕੋਈ ਆਉਂਦਾ ਹੈ, ਮੱਥਾ ਟੇਕਦਾ, ਨੀਵੀਂ ਪਾ ਕੇ ਕੜਾਹ ਪ੍ਰਸ਼ਾਦ ਲੈ ਕੇ ਅਤੇ ਵਾਪਸ ਚਲਾ ਜਾਂਦਾ, ਸਾਰੀ ਉਮਰ ਇਸੇ ਤਰ੍ਹਾਂ ਦੀ ਲੰਘ ਜਾਂਦੀ ਹੈ। ਉਹਦਾ ਮਾਨਸਿਕ ਵਿਕਾਸ ਨਹੀਂ ਹੁੰਦਾ। ਆਪਣੇ ਮਨ ਨੂੰ ਵਿਕਸਿਤ ਕਰਨਾ ਹੈ, ਅੱਗੇ ਵਧਣਾ ਹੈ। ਜਿੱਥੇ ਖਲੋਤੇ ਹਾਂ ਸਾਰੀ ਉਮਰ ਉੱਥੇ ਹੀ ਨਹੀਂ ਖਲੋਤੇ ਰਹਿਣਾ। ਇਤਨੇ ਕੁ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਨੌਜਵਾਨੋ, ਗੁਰਸਿੱਖੋ, ਵੀਰੋ ਭੈਣੋ, ਤਤ ਗੁਰਮਤ ਗਿਆਨ TV ਵੱਲੋਂ ਜੋ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਤੁਸੀਂ ਆਪਣੇ ਸਵਾਲ ਲਿਖ ਕੇ ਜਾਂ ਬੋਲ ਕੇ WhatsApp ਨੰਬਰ 'ਤੇ ਭੇਜ ਸਕਦੇ ਹੋ ਅਤੇ ਉਹ ਨੰਬਰ ਟਾਈਪ ਕਰਕੇ ਇੱਥੇ ਦਿੱਤਾ ਜਾ ਰਿਹਾ ਹੈ। ਤੁਸੀਂ ਪੜ੍ਹ ਕੇ ਉਸ ਨੰਬਰ 'ਤੇ ਸੰਖੇਪ ਸਵਾਲ ਭੇਜਣੇ ਨੇ, ਚਾਹੇ ਬੋਲ ਕੇ ਚਾਹੇ ਲਿਖ ਕੇ, ਅਤੇ ਉਹਨਾਂ ਦੇ ਜਵਾਬ ਸਮੇਂ-ਸਮੇਂ ਅਨੁਸਾਰ ਤੁਹਾਨੂੰ ਦਿੱਤੇ ਜਾਇਆ ਕਰਨਗੇ। ਅਤੇ ਜੇ ਤੁਹਾਨੂੰ ਇਹ ਸੱਚਮੁੱਚ ਚੈਨਲ ਚੰਗਾ ਲੱਗੇ ਤਾਂ ਇਹਨੂੰ ਹੋਰਨਾਂ ਤੱਕ ਵੀ ਸ਼ੇਅਰ ਕਰਿਆ ਕਰੋ, ਪਹੁੰਚਾਇਆ ਕਰੋ, ਤਾਂ ਕਿ ਜਿਹੜੇ ਸ਼ੰਕੇ ਨੇ ਮਨਾਂ ਦੇ ਵਿੱਚ ਉਹਨਾਂ ਨੂੰ ਸੌਖੇ ਤਰੀਕੇ ਨਾਲ ਦੂਰ ਕੀਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।